ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਟੀਵੀ 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 3 ਅਕਤੂਬਰ 2024 ਤੇ 19 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਮੇਰੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਜਿਹੜੇ ਕਿ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ ਨੇ ਟੀਵੀ 84 ਦੇ, ਉਹ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰੀਏ। ਜਦੋਂ ਅਸੀਂ ਓਵਰਆਲ ਦੇਖਦੇ ਹਾਂ ਤੇ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਵਿੱਚ ਜਿਹੜੇ ਘੱਟ ਗਿਣਤੀਆਂ ਦੇ ਹਾਲਾਤ ਨੇ ਉਹਨਾਂ ਬਾਬਤ ਅਸੀਂ ਇਹ ਮੇਨ ਇਸ਼ੂਜ਼ ਨੇ ਜਿਨ੍ਹਾਂ ਦੇ ਦੁਆਲੇ ਸਾਡੀ ਉਹ ਘੁੰਮਦੀ ਹੈ ਜਦੋਂ ਅਸੀਂ ਖਬਰਾਂ ਜਾਂ ਡਿਵੈਲਪਮੈਂਟਸ ਦੇਖਦੇ ਹਾਂ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ। ਤੇ ਉਹਨਾਂ ਦੇ ਰਿਗਾਰਡਿੰਗ ਅੱਜ ਇੱਕ ਅਹਿਮ ਡਿਵੈਲਪਮੈਂਟ ਬੀਤੀ ਕੱਲ੍ਹ ਹੋਈ ਹੈ ਜਿਹਦੇ ਤੇ ਯੂਨਾਈਟਿਡ ਨੇਸ਼ਨਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ, ਸਾਲਾਨਾ ਜਿਹੜੀ ਉਹਨਾਂ ਦੀ ਰਿਪੋਰਟ ਹੁੰਦੀ ਹੈ, ਉਹ ਸਾਹਮਣੇ ਆਈ ਹੈ। ਤੇ ਉਹਨਾਂ ਨੇ ਇੰਡੀਆ ਦੇ ਹਵਾਲੇ ਨਾਲ ਇੱਕ ਵੱਖਰਾ ਸੈਗਮੈਂਟ ਜਿਵੇਂ ਕਿ ਹਰ ਸਾਲ ਹੁੰਦਾ ਆ ਉਹ ਕੀਤਾ ਤੇ ਉਹਨਾਂ ਨੇ ਰਿਕਮੈਂਡ ਕੀਤਾ ਅਮਰੀਕੀ ਕਾਂਗਰਸ ਨੂੰ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਵੇ। ਮੈਂ ਆਪਣੇ ਦਰਸ਼ਕਾਂ ਦੇ ਲਈ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਜਿਹੜਾ ਇਹ ਕਮਿਸ਼ਨ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹਨੂੰ ਅਸੀਂ ਯੂਸਰਫ ਕਰਕੇ ਵੀ ਉਹਦੀ ਐਬਰੀਵੇਸ਼ਨ ਬਣਦੀ ਹੈ, ਇਹ ਇੱਕ ਸੈਮੀ ਗਵਰਨਮੈਂਟ ਬਾਡੀ ਹੈਗੀ ਹੈ ਜਿਹੜੀ ਦੁਨੀਆ ਪੱਧਰ ਦੇ ਉੱਤੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿੱਥੇ ਵੀ ਧਾਰਮਿਕ ਤੌਰ ਦੇ ਉੱਤੇ ਘੱਟ ਗਿਣਤੀਆਂ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਧੱਕਾ ਹੋ ਰਿਹਾ ਹੈ, ਜਿਹੜੀ ਲੋਕਾਂ ਦੀ ਧਾਰਮਿਕ ਆਜ਼ਾਦੀ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕੰਮ ਕਰਦੀ ਹੈ। ਤੇ ਸਾਲਾਨਾ ਇਹਨਾਂ ਦੀ ਰਿਪੋਰਟ ਹੁੰਦੀ ਹੈ। ਇਹ ਦੇਖਦੇ ਨੇ ਵੀ ਕਿਹੜੇ ਮੁਲਕ ਦੇ ਵਿੱਚ ਕਿੱਥੇ ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ ਤੇ ਉਸ ਹਵਾਲੇ ਦੇ ਨਾਲ ਹੀ ਜਿਹੜੀ ਇਹਨਾਂ ਦੀ ਰਿਪੋਰਟ ਹੈ ਉਹ ਹਰ ਸਾਲ ਜਿਹੜੀ ਹੈ ਉਹ ਕੱਢੀ ਜਾਂਦੀ ਹੈ, ਜਿਹਨੂੰ ਰਿਕਮੈਂਡ ਕੀਤਾ ਜਾਂਦਾ ਆ। ਅਮਰੀਕਾ ਦੀਆਂ ਜਿਹੜੀਆਂ ਵੱਖਰੀਆਂ ਡਿਪਾਰਟਮੈਂਟਸ ਹੈਗੀਆਂ ਨੇ, ਉਹ ਸਟੇਟ ਡਿਪਾਰਟਮੈਂਟ ਆਫ ਜਸਟਿਸ ਦੀ ਗੱਲ ਹੋਵੇ ਤੇ ਕਾਂਗਰਸ ਸੈਨੇਟ ਦੇ ਵਿੱਚ ਵੀ ਇਹ ਜਿਹੜੀਆਂ ਰਿਪੋਰਟਸ ਨੇ ਉਹ ਭੇਜੀਆਂ ਜਾਂਦੀਆਂ ਨੇ ਤੇ ਇਵੈਂਚੁਅਲੀ ਇਹ ਮੰਨਿਆ ਜਾਂਦਾ ਵੀ ਇਹਨਾਂ ਰਿਪੋਰਟਸ ਦਾ ਜਿਹੜਾ ਅਸਰ ਹੈ ਉਹ ਕਿਤੇ ਨਾ ਕਿਤੇ ਅਮਰੀਕਾ ਦੀ ਫੋਰਨ ਪਾਲਿਸੀ ਜਦੋਂ ਡਿਸਾਈਡ ਹੁੰਦੀ ਹੈ ਜਾਂ ਉਹਨਾਂ ਨੇ ਅਮਰੀਕਾ ਨੇ ਕਿਵੇਂ ਅੱਗੇ ਵਧਣਾ, ਹਾਲਾਂਕਿ ਹਮੇਸ਼ਾ ਇੰਟਰਸਟ ਜਿਹੜੇ ਬਿਜ਼ਨਸ ਇੰਟਰਸਟ ਨੇ ਉਹ ਪ੍ਰਮੁੱਖ ਮੰਨੇ ਜਾਂਦੇ ਨੇ, ਪਰ ਨਾਲ ਹੀ ਨਾਲ ਜਿਹੜਾ ਹੈਗਾ ਇੱਕ ਪਾਰਟ ਉਹ ਇਹਨਾਂ ਕਮਿਸ਼ਨਸ ਦੀਆਂ ਰਿਪੋਰਟਸ ਨੂੰ ਆਧਾਰ ਬਣਾ ਕੇ ਫਿਰ ਜਿਹੜੀ ਗੱਲਬਾਤ ਹੈਗੀ ਹੈ ਉਹ ਕੀਤੀ ਜਾਂਦੀ ਹੈ। ਸੋ ਇਸ ਹਵਾਲੇ ਨਾਲ ਇਹ ਜਿਹੜੀ ਰਿਪੋਰਟ ਹੈਗੀ ਹੈ ਯੂਸਰਫ ਦੀ ਸਾਲਾਨਾ ਰਿਪੋਰਟ 2024 ਦੀ, ਜਿਹਦੇ ਵਿੱਚ 2023 ਦੀਆਂ ਸਾਰੀਆਂ ਡਿਵੈਲਪਮੈਂਟਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਹ ਰਿਪੋਰਟ ਜਗ ਜ਼ਾਹਰ ਕੀਤੀ ਗਈ ਹੈ, ਰਿਪੋਰਟ ਸਾਹਮਣੇ ਆਈ ਹੈ, ਜਿਹਦੇ ਤੇ ਭਾਰਤ ਸਰਕਾਰ ਨੇ ਸ਼ਾਰਪਲੀ ਰਿਸਪੌਂਡ ਵੀ ਕੀਤਾ ਆ, ਉਹਦਾ ਵੀ ਜ਼ਿਕਰ ਕਰਾਂਗੇ। ਪਰ ਸ਼ੁਰੂਆਤ ਦੇ ਵਿੱਚ ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਜਿਹੜਾ ਇਸ ਰਿਪੋਰਟ ਦੀਆਂ ਕੀ ਫਾਈਂਡਿੰਗਸ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰ ਲਈਏ ਵੀ ਰਿਪੋਰਟ ਦੇ ਵਿੱਚ ਇਹਨਾਂ ਨੇ ਕਿਹਾ ਕੀ ਹੈ। ਮੈਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਦੇ ਲਈ ਇਹ ਪੜ੍ਹ ਕੇ ਵੀ ਸੁਣਾਉਣਾ ਚਾਹੂੰਗਾ, ਫਿਰ ਮੈਂ ਤੁਹਾਡੇ ਵੱਲ ਆਉਣਾ। ਅਸੀਂ ਸਟੈਪ ਬਾਏ ਸਟੈਪ ਅੱਗੇ ਵਧਦੇ ਹਾਂ। ਰਿਪੋਰਟ ਦੀਆਂ ਕੀ ਫਾਈਂਡਿੰਗਸ ਨੇ ਜਿਹੜੀਆਂ ਉਹਦੇ ਵਿੱਚ ਇਹਨਾਂ ਨੇ ਲਿਖਿਆ ਆ। In 2023, religious freedom conditions in India continued to deteriorate. The government, led by Bharatiya Janata Party, reinforced discriminatory nationalist policies, perpetuated hateful rhetoric, and failed to address communal violence, disappropriation affecting Muslims, Christians, Sikhs, ਦਲਿਤਸ, ਜਿਊਜ਼ ਐਂਡ ਆਦੀਵਾਸੀਜ਼। ਸੋ ਇਹ ਮਤਲਬ ਇੱਕ ਓਵਰਆਲ ਇਹਨਾਂ ਨੇ ਵੇਰਵਾ ਦਿੱਤਾ ਆ ਵੀ ਸਾਰੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਉੱਥੇ ਰਹਿ ਰਹੀਆਂ ਉਹਨਾਂ ਨੇ ਵੱਖਰੇ ਪੱਧਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਫੀਲ ਕੀਤੀ ਹੈ। NGOs ਦੇ ਰਿਗਾਰਡਿੰਗ ਵੀ ਇਹਨਾਂ ਨੇ ਗੱਲ ਕੀਤੀ ਹੈ ਵੀ ਉਹਨਾਂ ਨੂੰ ਸਟ੍ਰਿਕਟਲੀ ਮੋਨੀਟਰ ਕੀਤਾ ਜਾ ਰਿਹਾ FCRA ਰੂਲਸ ਦੇ ਅੰਡਰ
ਤੇ ਇਸ ਕਿਸਮ ਦੀ ਗੱਲ ਇਹਨਾਂ ਨੇ ਕੀਤੀ ਹੈ ਕਿ ਜਿਹੜੇ NGOs ਨੇ ਉਹਨਾਂ ਨੇ 2023 ਦੇ ਵਿੱਚ ਰਿਪੋਰਟ ਕੀਤਾ ਆ that NGOs reported 687 incidents of violence against Christians who continue to be detained under various state level anti-conversion laws। ਫਿਰ ਨਾਲ ਹੀ ਨਾਲ ਮਤਲਬ ਇਹਨਾਂ ਨੇ ਮਣੀਪੁਰ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਮਣੀਪੁਰ ਦੇ ਵਿੱਚ 500 ਤੋਂ ਜ਼ਿਆਦਾ ਚਰਚਿਸ, 2 ਸਿਨੇਗੋਗਸ ਡਿਸਟਰੋਏ ਕੀਤੇ ਗਏ ਨੇ, ਖਤਮ ਕੀਤੇ ਗਏ ਨੇ ਤੇ ਲਗਭਗ 70,000 ਲੋਕ ਨੇ ਜਿਹੜੇ ਮਣੀਪੁਰ ਦੇ ਵਿੱਚ ਉਹਨਾਂ ਨੂੰ ਡਿਸਪਲੇਸ ਕੀਤਾ ਗਿਆ ਆ। ਨਾਲ ਹੀ ਨਾਲ ਧਾਰਾ 370 ਦਾ ਵੀ ਜ਼ਿਕਰ ਕੀਤਾ ਆ ਵੀ ਜਿਹੜਾ ਸੁਪਰੀਮ ਕੋਰਟ ਨੇ ਸਰਕਾਰ ਦੇ ਉਸ ਫੈਸਲੇ ਦੇ ਉੱਤੇ ਸਹੀ ਪਾਈ ਹੈ ਜਿਹੜਾ ਸਰਕਾਰ ਨੇ ਫੈਸਲਾ 2019 ਦੇ ਵਿੱਚ ਕੀਤਾ ਸੀ ਕਿ ਧਾਰਾ 370 ਖਤਮ ਕਰ ਦਿੱਤੀ ਸੀ। ਸੋ ਇਹ ਵੀ ਇੱਕ ਵੱਡੀ ਡਿਵੈਲਪਮੈਂਟ 2023 ਦੇ ਵਿੱਚ ਦਸੰਬਰ ਦੇ ਵਿੱਚ ਹੋਈ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਸ ਸਰਕਾਰੀ ਫੈਸਲੇ ਨੂੰ ਚੈਲੰਜ ਕੀਤਾ ਗਿਆ ਕਿ ਇਹ ਸੰਵਿਧਾਨਕ ਨਹੀਂ ਹੈਗਾ, ਪਰ ਸਰਕਾਰ ਨੇ ਉਸ ਦੇ ਉਲਟ ਜਾਂਦਿਆਂ ਸਰਕਾਰ ਮੋਦੀ ਗਵਰਨਮੈਂਟ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਆ। ਸੋ ਇਹ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਇਹਨਾਂ ਨੇ ਫਾਈਂਡਿੰਗਸ ਇਸ ਰਿਪੋਰਟ ਦੇ ਵਿੱਚ ਦਿੱਤੀਆਂ ਨੇ। ਸੋ ਮੈਂ ਥੋੜਾ ਜਿਹਾ ਚਾਹੂੰਗਾ ਵੀ ਪਹਿਲਾਂ ਅਸੀਂ ਇਹਦੇ ਤੋਂ ਸ਼ੁਰੂ ਕਰੀਏ ਵੀ ਜਿਹੜਾ ਆਧਾਰ ਇਸ ਯੂਸਰਫ ਰਿਪੋਰਟ ਦਾ ਹੈਗਾ ਇਹ ਕਿਵੇਂ ਭਾਰਤ ਨੂੰ ਕਿਸ ਲਾਈਟ ਦੇ ਵਿੱਚ ਪੇਸ਼ ਕਰਦਾ ਜਾਂ ਭਾਰਤ ਦੇ ਵਿੱਚ ਭਾਰਤ ਨੂੰ ਇਹਨਾਂ ਨੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਗੱਲ ਕੀਤੀ ਹੈ। ਇਹ ਇੱਕ ਵੱਡੀ ਗੱਲ ਹੈਗੀ ਹੈ ਤੇ ਜਿਹੜਾ ਇਹਨਾਂ ਨੇ ਹੈਡਲਾਈਨ ਵੀ ਦਿੱਤਾ ਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਲੀਜ਼ਸ ਰਿਪੋਰਟ ਔਨ ਇੰਡੀਆਜ਼ ਕੋਲੈਪਸਿੰਗ ਰਿਲੀਜੀਅਸ ਫਰੀडम ਕੰਡੀਸ਼ਨਸ। ਮਤਲਬ ਭਾਰਤ ਦੇ ਵਿੱਚ ਜਿਹੜੀਆਂ ਧਾਰਮਿਕ ਆਜ਼ਾਦੀ ਦੀਆਂ ਕੰਡੀਸ਼ਨਸ ਨੇ ਇਸ ਵਕਤ ਉਹ ਵੱਧ ਤੋਂ ਬਦਤਰ ਹੋ ਰਹੀਆਂ ਨੇ, ਇਹ ਇਹਨਾਂ ਨੇ ਟਾਈਟਲ ਦਿੱਤਾ ਆ ਜੀ। ਬਿਲਕੁਲ ਅਮਰਵੀਰ ਸਿੰਘ ਜੀ, ਤੁਸੀਂ ਬੜਾ ਡਿਟੇਲ ਦੇ ਵਿੱਚ ਜਿਹੜੀ ਦਰਸ਼ਕਾਂ ਦੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਆ। ਇਸ ਰਿਪੋਰਟ ਦੇ ਵਿੱਚ ਜੋ ਭਾਰਤ ਦੇ ਹਵਾਲੇ ਦੇ ਨਾਲ ਗੱਲਾਂ ਲਿਖੀਆਂ ਗਈਆਂ ਨੇ, ਜੋ ਹਾਲਾਤ ਭਾਰਤ ਦੇ ਜਿਨ੍ਹਾਂ ਦਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ, ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇਨਵੈਸਟੀਗੇਸ਼ਨ ਆ ਯੂਸਰਫ ਦੀ, ਉਹਦੇ ਆਧਾਰ ਤੇ ਲਗਾਤਾਰ ਜੋ ਭਾਰਤ ਦੇ ਵਿੱਚ ਵਾਪਰ ਰਿਹਾ ਇਹ ਰਿਪੋਰਟ ਬਣਾਈ ਗਈ ਆ। ਇਸ ਰਿਪੋਰਟ ਦੀ ਜਿਹੜੀ ਅਹਿਮੀਅਤ ਆ ਉਹ ਅਮਰਵੀਰ ਸਿੰਘ ਜੀ ਇਹ ਆ ਕਿ ਜਦੋਂ ਵੀ ਹਰ ਸਾਲ ਇਹ ਯੂਸਰਫ ਦੀ ਰਿਪੋਰਟ ਆਉਂਦੀ ਆ ਤੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜਿਹੜਾ ਯੂਸਰਫ ਆ, ਜਿਹੜੀ ਇਹ ਬੋਡੀ ਆ, ਇਹ ਇੰਡੀਆ ਨੂੰ ਕੰਟਰੀ ਆਫ ਅ ਪਾਰਟਿਕੂਲਰ ਕੰਸਰਨ ਡਿਕਲੇਅਰ ਕਰਨ ਲਈ ਜਿਹੜੀ ਸਿਫਾਰਿਸ਼ ਆ ਉਹ US ਕਾਂਗਰਸ ਨੂੰ ਕਰ ਰਹੀ ਆ। ਤੇ ਤੁਸੀਂ ਇੱਕ ਗੱਲ ਕਹੀ ਸੀ ਕਿ ਜਿਹੜੇ ਕਾਂਗਰਸ ਦੇ ਡਿਸੀਜਨਸ ਹੁੰਦੇ ਨੇ US ਕਾਂਗਰਸ ਦੇ, ਉਹ ਬੇਸਿਕਲੀ US ਦੇ ਜਿਹੜੇ ਪੋਲੀਟੀਕਲ ਤੇ ਸਿਕਿਉਰਿਟੀ ਇੰਟਰਸਟ ਆ ਤੇ ਇਕਨੋਮਿਕਲ ਇੰਟਰਸਟ ਆ ਉਹਨਾਂ ਦੇ ਉੱਤੇ ਹੁੰਦੇ ਆ। ਪਰ ਇੱਕ ਜਿਹਨੂੰ ਅਸੀਂ ਕਹਿੰਦੇ ਆ ਵੀ ਭਾਰਤ ਦਾ ਜਿਹੜਾ ਪਲੰਦਾ ਆ, ਭਾਰਤ ਦੇ ਰਵੱਈਏ ਦਾ, ਭਾਰਤ ਦੀਆਂ ਨੀਤੀਆਂ ਦਾ, ਉਹ ਅਮਰੀਕਾ ਦੇ ਵਿੱਚ ਜਿਹੜੀ ਉਹਦੀ ਡਾਕੂਮੈਂਟੇਸ਼ਨ ਆ ਉਹ ਲਗਾਤਾਰ ਹੋ ਰਹੀ ਆ। ਤੇ ਯੂਸਰਫ ਦੀ ਇਹ ਹਰ ਸਾਲ ਦੀ ਰਿਪੋਰਟ ਉਸੇ ਡਾਕੂਮੈਂਟੇਸ਼ਨ ਦਾ ਹਿੱਸਾ ਆ ਜਿਹਦੇ ਵਿੱਚ ਭਾਵੇਂ ਕਿ ਮਤਲਬ ਅਸੀਂ ਇਹ ਗੱਲ ਸਮਝ ਸਕਦੇ ਆ ਕਿ ਸਾਊਥ ਏਸ਼ੀਆ ਦੇ ਵਿੱਚ ਖਾਸ ਤੌਰ ਤੇ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿੱਚ ਜਿਹੜੀ ਇੰਡੀਆ ਦੀ ਇੰਪੋਰਟੈਂਸ ਆ ਅਗੇਂਸਟ ਚਾਈਨਾ ਸਟ੍ਰੈਟੇਜਿਕਲੀ US ਦੇ ਲਈ ਬਹੁਤ ਜ਼ਿਆਦਾ ਆ, ਜਿਹਦੇ ਚੱਲਦੇ ਆ US ਜਿਹੜਾ ਆ ਅੱਜ ਇੰਡੀਆ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ ਆ ਉਸ ਪੱਧਰ ਤੱਕ ਜਿਹੜੇ ਖਰਾਬ ਉਹ ਨਹੀਂ ਕਰਨੇ ਚਾਹੁੰਦਾ ਕਿ ਜਿੱਥੇ ਗੱਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੰਡੀਆ ਆ ਉਹ ਟੋਟਲੀ ਜਿਹੜੇ ਐਂਟੀ ਵੈਸਟਰਨ ਗਰੁੱਪ ਆ ਉਹਦੇ ਵਿੱਚ ਜਾ ਕੇ ਸ਼ਰੇਆਮ ਬੈਠ ਜੇ। ਪਰ ਜਿਹੜੀਆਂ ਇੰਡੀਆ ਦਾ ਰਵੱਈਆ ਆ ਜਾਂ ਇੰਡੀਆ ਦੀਆਂ ਪਾਲਿਸੀਜ਼ ਨੇ ਖਾਸ ਤੌਰ ਤੇ ਮਾਈਨੋਰਿਟੀਜ਼ ਨੂੰ ਲੈ ਕੇ, ਡੈਮੋਕ੍ਰੇਸੀ ਨੂੰ ਲੈ ਕੇ ਜਾਂ ਫਿਰ ਹਿਊਮਨ ਰਾਈਟਸ ਨੂੰ ਲੈ ਕੇ, ਉਹਦੇ ਤੇ ਲਗਾਤਾਰ ਜਿਹੜਾ ਅਮਰੀਕਾ ਆ ਉਹ ਚਿੰਤਤ ਆ ਤੇ ਭਾਰਤ ਦੇ ਵਿੱਚ ਜਿਹੋ ਜਿਹਾ ਪੋਲੀਟੀਕਲ ਤਾਣਾ ਬਾਣਾ ਬਣਦਾ ਜਾ ਰਿਹਾ ਉਹ ਤੋਂ ਖੁਸ਼ ਨਹੀਂ ਆ। ਤੇ ਉਹਦੇ ਵਿੱਚ ਜਿਹੜੀ ਇਹ ਯੂਸਰਫ ਦੀ ਰਿਪੋਰਟ ਆ ਇਹ ਇੰਡੀਕੇਸ਼ਨ ਹੁੰਦੀ ਆ ਕਿ ਜਿਹੜੀ ਅਮਰੀਕਨ ਸਟੇਟ ਆ ਉਹ ਇੰਡੀਆ ਤੋਂ ਐਜ਼ ਅ ਸਟੇਟ ਤੇ ਇੰਡੀਆ ਦੀ ਪਾਲਿਸੀ ਤੋਂ ਕਿ ਐਜ਼ ਅ ਸਟੇਟ ਪਾਲਿਸੀ ਤੋਂ ਖੁਸ਼ ਨਹੀਂ ਆ ਤੇ ਉਹਦੇ ਵਿੱਚ ਤਬਦੀਲੀ ਚਾਹੁੰਦੇ ਆ। ਉਹ ਤਬਦੀਲੀ ਕਿਹੋ ਜਿਹੀ ਚਾਹੁੰਦੇ ਆ, ਮਤਲਬ ਇਹ ਉਹਨਾਂ ਦੀ ਅਮਰੀਕਨ ਸਟੇਟ ਵਧੀਆ ਤਰੀਕੇ ਨਾਲ ਜਾਣਦੀ ਆ, ਪਰ ਇੰਨਾ ਸਪਸ਼ਟ ਆ ਕਿ ਉਹ ਤਬਦੀਲੀ ਚਾਹੁੰਦੇ ਆ। ਤੇ ਉਹਦੇ ਨਾਲ ਜਿਹੜੀ ਦੂਜੀ ਗੱਲ ਆ ਕਿ ਜਿਹੜੀ ਇਹਦੀ ਇੰਪੋਰਟੈਂਸ ਆ ਉਹ ਇੱਥੋਂ ਤੱਕ ਆ ਕਿ ਜਦੋਂ ਵੀ ਰਿਪੋਰਟ ਆਉਂਦੀ ਆ ਤਾਂ ਨਾਲ ਦੀ ਨਾਲ ਜਿਹੜਾ ਇੰਡੀਅਨ
ਐਕਸਟਰਨਲ ਅਫੇਅਰਸ ਮਿਨਿਸਟਰੀ ਆ ਉਹਦੇ ਵੱਲੋਂ ਜਿਹੜੀ ਇਹਦੇ ਤੇ ਟੀਕਾ ਟਿੱਪਣੀ ਕੀਤੀ ਜਾਂਦੀ ਆ। ਤੇ ਇਸ ਵਾਰ ਵੀ ਜਿਹੜਾ ਆ ਰਿਸਪੌਂਸ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਆਇਆ ਆ ਤੇ ਜਿਹਦੇ ਚ ਉਹਨਾਂ ਨੇ ਕਿਹਾ ਆ ਵੀ ਜਿਹੜੀ ਇਹ ਰਿਪੋਰਟ ਆ ਮਤਲਬ ਉਹਨੂੰ ਬਿਲਕੁਲ ਮਤਲਬ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਹੈਡਲਾਈਨਸ ਇੰਡੀਅਨ ਮੀਡੀਆ ਨੇ ਦਿੱਤੀਆਂ ਵੀ ਜਿਵੇਂ ਤੁਸੀਂ ਕਹਿ ਸਕਦੇ ਕਿ ਡਸਟਬਿਨ ਚ ਸੁੱਟਤੀ ਆ ਰਿਪੋਰਟ ਜੀ, ਰਬਿਸ਼ ਰਿਪੋਰਟ ਆ, ਇਹ ਆ ਉਹ ਆ, ਇਸ ਤਰੀਕੇ ਦੀ ਵਰਡਿੰਗ ਵਰਤੀ ਗਈ ਆ ਇੰਡੀਅਨ ਮੀਡੀਆ ਦੇ ਵਿੱਚ। ਪਰ ਇੰਡੀਆ ਨੇ ਉਹ ਕੰਡੈਮ ਕੀਤਾ ਹੈ ਇਸ ਰਿਪੋਰਟ ਨੂੰ ਤੇ ਜੋ ਵੀ ਇਸ ਰਿਪੋਰਟ ਦੇ ਫੈਕਟਸ ਆ ਉਹਨਾਂ ਨੂੰ ਡਿਨਾਈ ਕੀਤਾ ਤੇ ਨਾਲ ਅਮਰੀਕਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਆ ਕਿ ਜਿਹੜੀ ਯੂਸਰਫ ਆ ਉਹ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀਆਂ ਤੇ ਟਿੱਪਣੀ ਕਰਨ ਦੀ ਬਜਾਏ ਅਮਰੀਕਾ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਆ ਉਹਨਾਂ ਤੇ ਧਿਆਨ ਦੇ ਜੀ। ਤਾਂ ਇੰਡੀਆ ਜਿਹੜਾ ਆ ਵੀ ਉਹਦਾ ਇਸ ਤਰੀਕੇ ਦਾ ਰਿਸਪੌਂਸ ਅਮਰੀਕਾ ਦੇ ਖਿਲਾਫ ਆਇਆ ਕਿਉਂਕਿ ਇੰਡੀਆ ਵੀ ਇਸ ਗੱਲ ਨੂੰ ਸਮਝਦਾ ਆ, ਭਾਵੇਂ ਆਮ ਲੋਕ ਇਸ ਗੱਲ ਨੂੰ ਨਾ ਸਮਝ ਸਕਣ ਵੀ ਇਹ ਕੋਈ ਯੂਸਰਫ ਕੋਈ ਇਸ ਤਰ੍ਹਾਂ ਨਹੀਂ ਕਿ ਕੋਈ ਇੱਕ ਇੰਡੀਪੈਂਡੈਂਟ ਬੋਡੀ ਆ ਉਹਦੀ ਰਿਪੋਰਟ ਆਈ ਆ। ਇੰਡੀਆ ਇਸ ਗੱਲ ਨੂੰ ਸਮਝਦਾ ਹੈ ਕਿ ਯੂਸਰਫ ਦੇ ਜਿਹੜੇ ਵਰਡਸ ਨੇ ਅਮਰੀਕਾ ਦੀ ਪਾਲਿਸੀ ਆ, ਅਮਰੀਕਾ ਦੇ ਪਾਲਿਸੀ ਵਰਡਸ ਨੇ ਜਿਹੜੇ ਇੰਡੀਆ ਦੇ ਬਾਰੇ ਆ ਤੇ ਜਿਹਦੇ ਚੱਲਦੇ ਜਿਹੜਾ ਇੰਡੀਆ ਦੀ ਇੱਕ ਮਿਨਿਸਟਰੀ ਐਕਸਟਰਨਲ ਅਫੇਅਰਸ ਮਿਨਿਸਟਰੀ ਆ ਉਹਨੇ ਰਿਸਪੌਂਸ ਦਿੱਤਾ ਆ ਤੇ ਉਹਨੇ ਪੈਰਲਲ ਜਿਹੜਾ ਨੈਰੇਟਿਵ ਆ ਸਿਰਜਣ ਦੀ ਕੋਸ਼ਿਸ਼ ਕੀਤੀ ਆ ਕਿ ਭਾਰਤ ਦੇ ਵਿੱਚ ਦਖਲ ਦੇਣ ਦੀ ਬਜਾਏ ਜਿਹੜੇ ਅਮਰੀਕਾ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਮਤਲਬ ਤੁਸੀਂ ਕਹਿ ਸਕਦੇ ਕਿ ਮੋੜਵਾਂ ਜਵਾਬ ਅਮਰੀਕਾ ਨੂੰ ਦਿੱਤਾ ਆ ਤੇ ਇਹ ਜਿਹੜੀਆਂ ਰਿਪੋਰਟਸ ਨੇ ਇਹਨਾਂ ਦੀ ਅਹਿਮੀਅਤ ਉਦੋਂ ਸਿੱਖਾਂ ਦੇ ਲਈ ਹੋਰ ਵੱਧ ਜਾਂਦੀ ਆ ਕਿਉਂਕਿ ਜਿਹੜੇ ਗਰੁੱਪ ਇੰਡੀਆ ਦੇ ਵਿੱਚ ਵਾਇਲੇਸ਼ਨਸ ਦਾ ਸ਼ਿਕਾਰ ਹੋ ਰਹੇ ਆ ਉਹਨਾਂ 'ਚ ਸਿੱਖ ਵੀ ਇੱਕ ਨੇ ਐਜ਼ ਅ ਮਾਈਨੋਰਿਟੀ ਕਮਿਊਨਿਟੀ, ਐਜ਼ ਅ ਰਿਲੀਜੀਅਸ ਮਾਈਨੋਰਿਟੀ ਤੇ ਸਿੱਖਾਂ ਦੇ ਉੱਤੇ ਜਿਹੜੀ ਭਾਵੇਂ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਲੈ ਕੇ ਤੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਵੇਂ ਸਿੱਖਾਂ ਦੀਆਂ ਧਾਰਮਿਕ ਕਦਰਾਂ ਕੀਮਤਾਂ ਦੇ ਉੱਤੇ ਹਮਲਾ ਹੋ ਰਿਹਾ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਟੈਕ ਕੀਤੇ ਜਾ ਰਹੇ ਆ ਇੱਕ ਪੂਰੀ ਸਟ੍ਰੈਟਜੀ ਦੇ ਨਾਲ ਜੀ ਤੇ ਨਾਲ ਸਿੱਖਾਂ ਦੇ ਜਿਹੜਾ ਪੋਲੀਟੀਕਲ ਐਕਟਿਵਿਜ਼ਮ ਆ, ਜਿਹੜਾ ਰਿਲੀਜੀਅਸ ਪੋਲੀਟੀਕਲ ਐਕਟਿਵਿਜ਼ਮ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਰੂਪ 'ਚ ਅਸੀਂ ਦੇਖਿਆ ਕਿ ਕਿਵੇਂ ਕ੍ਰੈਕਡਾਊਨ ਕਰਕੇ ਵੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਬਾਵਜੂਦ ਇੱਕ ਵੱਡੀ ਜਿੱਤ ਹਾਸਲ ਕਰਨ ਦੇ ਬਾਵਜੂਦ ਵੀ ਕਿਵੇਂ ਸਿੱਖ ਜਿਹੜੇ ਲੀਡਰ ਆ ਉਹਨਾਂ ਨੂੰ ਡਰੈਕੋਨੀਅਨ ਲੋਜ਼ ਲਾ ਕੇ ਜੇਲ੍ਹਾਂ 'ਚ ਨਜ਼ਰਬੰਦ ਕੀਤਾ ਗਿਆ ਆ। ਤਾਂ ਇਹ ਸਾਰੀਆਂ ਗੱਲਾਂ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹਨੂੰ ਵੀ ਵਾਜਬੀਅਤ ਪ੍ਰਦਾਨ ਕਰਦੀਆਂ ਨੇ ਜਿਹੜੀਆਂ ਇਹ ਰਿਪੋਰਟਸ ਨੇ। ਤੇ ਇੰਡੀਆ ਦਾ ਜਿਹੜਾ ਰਵੱਈਆ ਆ ਵੀ ਜਿਹੜਾ ਅਨਡੈਮੋਕ੍ਰੈਟਿਕ ਆ, ਜਿਹੜਾ ਐਂਟੀ ਮਾਈਨੋਰਿਟੀ ਆ, ਜਿਹੜਾ ਜ਼ੁਲਮੀ ਆ ਉਹਦੇ ਉੱਤੇ ਮੋਹਰ ਲਾਉਂਦੀਆਂ ਆ। ਇਹਨਾਂ ਦਾ ਇੱਕੋ ਦਮ ਅਸੀਂ ਕਹੀਏ ਵੀ ਕੋਈ ਬੰਦਾ ਇਹ ਕਹਿ ਸਕਦਾ ਕਿ ਹਰ ਸਾਲ ਇਹ ਗੱਲ ਰਿਪੋਰਟ ਆਉਂਦੀ ਆ, ਹਰ ਸਾਲ ਕਿਹਾ ਜਾਂਦਾ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਵੇ ਪਰ ਨਹੀਂ ਐਲਾਨਿਆ ਜਾਂਦਾ ਵੀ ਇਹ ਰਿਪੋਰਟਾਂ ਦੇ ਕੋਈ ਮਤਲਬ ਨਹੀਂ। ਪਰ ਇਹ ਗੱਲ ਸਪਸ਼ਟਤਾ ਨਾਲ ਅਸੀਂ ਫੇਰ ਕਹਿਣੀ ਚਾਹੁੰਦੇ ਆ ਕਿ ਇਹ ਜਿਹੜੇ ਇੰਟਰਸਟ ਹੁੰਦੇ ਆ ਉਹ ਸਟ੍ਰੈਟੇਜਿਕ ਪੋਲੀਟੀਕਲ ਇਕਨੋਮਿਕਲ ਇੰਟਰਸਟ ਦੇ ਨਾਲ ਕਾਂਗਰਸ ਫੈਸਲਾ ਕਰਦੀ ਆ ਪਰ ਇੰਡੀਆ ਦੇ ਖਿਲਾਫ ਜਿਹੜੀ ਡਾਕੂਮੈਂਟੇਸ਼ਨ ਆ ਵੈਸਟਰਨ ਕੰਟਰੀਜ਼ ਦੇ ਵਿੱਚ ਉਹ ਬਹੁਤ ਜ਼ਿਆਦਾ ਸਟਰੋਂਗਲੀ ਤਿਆਰ ਕੀਤੀ ਜਾ ਰਹੀ ਆ ਜਿਹੜੀ ਇਸ ਗੱਲ ਵੱਲ ਇਸ਼ਾਰਾ ਕਰਦੀ ਆ ਕਿ ਨੇੜਲੇ ਭਵਿੱਖ ਦੇ ਵਿੱਚ ਭਾਰਤ ਦੇ ਵਿੱਚ ਵੱਡੀਆਂ ਸਿਆਸੀ ਤਬਦੀਲੀਆਂ ਦੇ ਲਈ ਇੱਕ ਗਰਾਊਂਡ ਜਿਹੜਾ ਆ ਉਹ ਤਿਆਰ ਹੋ ਰਿਹਾ ਹੈ। ਨਹੀਂ ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿਉਂਕਿ ਜਦੋਂ ਕੋਈ ਚੀਜ਼ ਇਹਨਾਂ ਨੇ ਜਦੋਂ ਫਿਰ ਕਰਨੀ ਹੁੰਦੀ ਹੈ ਜਾਂ ਕੋਈ ਸਟੈਪ ਫਾਰਵਰਡ ਅੱਗੇ ਜਾਣਾ ਇਹਨਾਂ ਨੇ ਕਿ ਆਪਣੀ ਗੱਲ ਨੂੰ ਜਸਟੀਫਾਈ ਕਰਨਾ ਹੋਊਗਾ ਜਦੋਂ ਅੱਗੇ ਜਾ ਕੇ ਫਿਊਚਰ ਦੇ ਵਿੱਚ ਤੇ ਫਿਰ ਇਹੀ ਜਿਹੜੀਆਂ ਫਾਈਂਡਿੰਗਸ ਨੇ ਇਹੀ ਜਿਹੜੀਆਂ ਰਿਪੋਰਟਸ ਨੇ ਉਹਨਾਂ ਨੂੰ ਆਧਾਰ ਬਣਾਇਆ ਜਾਊਗਾ ਤੇ ਇਹ ਦੱਸਿਆ ਜਾਊਗਾ ਵੀ ਭਾਰਤ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ। ਸੋ ਇਹੀ ਗੱਲ ਜਦੋਂ ਅਸੀਂ ਜੇ ਬੈਕਗਰਾਊਂਡ ਦੇ ਵਿੱਚ ਵੀ ਜਾ ਕੇ ਦੇਖੀਏ ਤੇ ਜਦੋਂ ਈਵਨ ਭਾਰਤ ਦੇ ਪ੍ਰਧਾਨ ਮੰਤਰੀ ਇਸ ਵਕਤ ਦੇ ਨਰਿੰਦਰ ਮੋਦੀ ਜਦੋਂ ਇਹ ਗੁਜਰਾਤ ਦੇ ਚੀਫ ਮਿਨਿਸਟਰ ਸੀ ਉਹਨਾਂ ਨੂੰ ਉਸ ਅਹੁਦੇ ਦੇ ਉੱਤੇ ਹੁੰਦਿਆਂ ਜੋ ਉਹਨਾਂ ਦਾ ਰੋਲ ਸੀ ਗੁਜਰਾਤ ਰਾਇਟਸ ਦੇ ਵਿੱਚ ਜਿਹੜੇ ਮੁਸਲਮਾਨ ਵਿਰੋਧੀ ਰਾਇਟਸ ਹੋਏ ਸੀ 2002 ਦੇ ਵਿੱਚ ਉਸ ਤੋਂ ਬਾਅਦ ਕਿਵੇਂ ਉਹਨਾਂ ਨੂੰ ਉਹਨਾਂ ਦੇ ਅਮਰੀਕਾ ਆਉਣ ਦੇ ਉੱਤੇ ਪਾਬੰਦੀ ਲੱਗੀ ਸੀ ਉਹਨਾਂ ਦਾ ਆਧਾਰ ਵੀ ਇਹੀ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹਦੇ ਵਿੱਚ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ ਜਿਹੜੀਆਂ ਰეკਮੈਂਡੇਸ਼ਨਸ ਨੇ ਉਹਦਾ ਅਹਿਮ ਹਿੱਸਾ ਸੀ। ਸੋ ਇਸ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ, ਇਸ ਨੂੰ ਬਿਲਕੁਲ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਹਾਂ ਇਹ ਗੱਲ
ਗੱਲ ਠੀਕ ਹੈ ਵੀ ਜਿਹੜੀਆਂ ਰਿਕਮੈਂਡੇਸ਼ਨਸ ਨੇ ਜਾਂ ਜਿਹੜੀਆਂ ਇਹ ਫਾਈਂਡਿੰਗਸ ਨੇ ਉਹ ਕਾਂਗਰਸ ਜਾਂ ਸੈਨੇਟ ਉਹਨਾਂ ਨੂੰ ਹੂਬਹੂ ਨਹੀਂ ਮੰਨਦੀ। ਉਹਨਾਂ ਦੇ ਫਿਰ ਆਪਣੇ ਜਿਹੜੇ ਪੋਲੀਟੀਕਲ ਜਾਂ ਇਕਨੋਮਿਕਲ ਇੰਟਰਸਟ ਨੇ ਉਹਨਾਂ ਦੇ ਨਾਲ ਕਈ ਕੁਛ ਜਿਹੜਾ ਆ ਉਹ ਮਿਲਗੋਭਾ ਹੋ ਕੇ ਫਿਰ ਇਵੈਂਚੁਅਲੀ ਜਿਹੜੀ ਫੋਰਨ ਪਾਲਿਸੀ ਹੈਗੀ ਆ ਉਹ ਸ਼ੇਪ ਦੇ ਵਿੱਚ ਆਉਂਦੀ ਹੈ। ਪਰ ਇਸ ਵਕਤ ਇਸ ਰਿਪੋਰਟ ਦਾ ਆਉਣਾ ਇਸ ਲਈ ਵੀ ਅਹਿਮ ਆ ਕਿਉਂਕਿ ਰਿਸ਼ਤੇ ਭਾਰਤ ਦੇ ਨਾਲ ਅਸੀਂ ਆਲਰੇਡੀ ਬੀਤੇ ਹਫ਼ਤੇ ਦੇ ਵਿੱਚ ਵੀ ਦੇਖਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਆਉਂਦੇ ਆ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਾਂ ਜਿਹੜੀ ਕੁਆਡ ਦੀ ਮੀਟਿੰਗ ਸੀ ਉਸ ਹਵਾਲੇ ਨਾਲ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਸਾਰੀਆਂ ਡਿਵੈਲਪਮੈਂਟਸ ਦਾ ਅਸੀਂ ਜ਼ਿਕਰ ਕੀਤਾ। ਤੇ ਇੱਕ ਅਹਿਮ ਸੁਨੇਹਾ ਜਦੋਂ ਸਿੱਖ ਆਗੂਆਂ ਦੇ ਨਾਲ ਵਾਈਟ ਹਾਊਸ ਦੇ ਵਿੱਚ 2 ਦਿਨ ਪਹਿਲਾਂ ਨਰਿੰਦਰ ਮੋਦੀ ਦੇ ਅਮਰੀਕਾ ਆਉਣ ਤੋਂ ਮੀਟਿੰਗ ਕੀਤੀ ਜਾਂਦੀ ਹੈ ਤੇ ਇੰਡੀਆ ਨੂੰ ਇੱਕ ਸੁਨੇਹਾ ਦਿੱਤਾ ਜਾਂਦਾ ਆ ਡਿਪਲੋਮੈਟਿਕ ਲੈਵਲ ਦੇ ਉੱਤੇ, ਜਿਹਨੂੰ ਭਾਰਤ ਦਾ ਮੀਡੀਆ ਵੀ ਇਹ ਮੰਨਣ ਤੇ ਮਜਬੂਰ ਹੋਇਆ ਕਿ ਨਹੀਂ, ਇਹ ਜਿਹੜੀ ਮੋਦੀ ਸਾਹਿਬ ਦੀ ਅਮਰੀਕਾ ਫੇਰੀ ਹੈ ਇਹਦੇ ਚੋਂ ਕੁਝ ਨਿਕਲਿਆ ਨਹੀਂ, ਰੈਦਰ ਇਹ ਸਾਡੇ ਪੱਲੇ ਨਮੋਸ਼ੀ ਪਈ ਹੈ। ਸੋ ਇਹਦੇ ਵਿੱਚ ਵੀ ਜਿਹੜੀਆਂ ਇਸ ਵਕਤ ਰਿਕਮੈਂਡੇਸ਼ਨਸ ਅਮਰੀਕੀ ਸਰਕਾਰ ਨੂੰ ਯੂਸਰਫ ਦੀ ਰਿਪੋਰਟ ਦੇ ਵਿੱਚ ਦਿੱਤੀਆਂ ਗਈਆਂ ਨੇ ਉਹਦੇ 'ਚ 2-3 ਚੀਜ਼ਾਂ ਜਿਹੜੀਆਂ ਮੇਨ ਹੈਗੀਆਂ ਨੇ। ਇੱਕ ਤੇ ਇਹੀ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਵੇ, ਜਿਹੜਾ ਕਿ ਇਹਨਾਂ ਦਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਦੇ ਤਹਿਤ ਬਣਦੀ ਹੈ ਗੱਲ। ਜਦੋਂ ਤੁਸੀਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਦੇ ਹੋ ਤੇ ਤੁਸੀਂ ਫਿਰ ਖਾਸ ਉਸ ਕੰਟਰੀ ਦੇ ਉੱਤੇ ਧਿਆਨ ਦਿੰਦੇ ਹੋ, ਉਹਨਾਂ ਦੇ ਨਾਲ ਆਪਣੀਆਂ ਡੀਲਿੰਗਸ ਨੂੰ ਦੇਖਦੇ ਹੋ ਤੇ ਉੱਥੇ ਕੀ ਚੱਲ ਰਿਹਾ ਉਹਦੇ ਤੇ ਪੈਣੀ ਨਜ਼ਰ ਜਿਹੜੀ ਹੈ ਉਹ ਰੱਖੀ ਜਾਂਦੀ ਹੈ। ਤੇ ਇਹ ਵੀ ਉਹ ਕੀਤਾ ਗਿਆ ਆ ਕਿ impose targeted sanctions on individuals and entities responsible for severe violations of religious freedom by freezing those individuals' assets or barring their entry to the United States under human rights related financial and visa authorities। ਉਹੀ ਗੱਲ ਜਿਹੜੀ ਨਰਿੰਦਰ ਮੋਦੀ ਦੇ ਨਾਲ ਵਾਪਰੀ ਸੀ ਜਦੋਂ ਗੁਜਰਾਤ ਦੇ ਵਿੱਚ, ਜਿਹਦਾ ਮੈਂ ਜ਼ਿਕਰ ਕੀਤਾ ਆ। ਤੇ ਫਿਰ ਇਹਨਾਂ ਨੇ ਕੀਤਾ ਵੀ ਇਨਕੋਰਪੋਰੇਟ ਰਿਲੀਜੀਅਸ ਫਰੀडम ਪ੍ਰਾਇਓਰਿਟੀਜ਼ ਇਨਟੂ ਬਾਇਲੇਟਰਲ ਐਂਡ ਮਲਟੀਲੇਟਰਲ ਫੋਰਮਸ ਐਂਡ ਅਗਰੀਮੈਂਟਸ। ਜਿਹੜੀ ਗੱਲ ਅਸੀਂ ਜ਼ਿਕਰ ਕਰਦੇ ਹਾਂ ਜਾਂ ਅਸੀਂ ਜਦੋਂ ਸਿੱਖਾਂ ਵੱਲੋਂ ਲੌਬਿੰਗ ਕਰਨ ਦੀ ਗੱਲ ਹੁੰਦੀ ਹੈ ਹਮੇਸ਼ਾ ਇਹ ਗੱਲ ਕੀਤੀ ਜਾਂਦੀ ਹੈ, ਅਸੀਂ ਬੀਤੀ ਕੱਲ ਵੀ ਪਿਛਲੇ ਹਫ਼ਤੇ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਜਦੋਂ ਇਹ ਸਾਰੀਆਂ ਮੀਟਿੰਗਸ ਹੋਈਆਂ ਨੇ, ਜੈ ਸ਼ੰਕਰ ਇੱਥੇ ਆਏ ਆ ਜਾਂ ਕੁਆਡ ਦੀ ਜਿਹੜੀ ਮੀਟਿੰਗ ਹੋਈ ਹੈ, ਤੇ ਅਸੀਂ ਜਦੋਂ ਸਿੱਖ ਆਰਗੇਨਾਈਜੇਸ਼ਨ ਚਿੱਠੀਆਂ ਲਿਖਦੀਆਂ ਨੇ ਉਹ ਵੀ ਇਸੇ ਲਈ ਉਹ ਕਰਦੀਆਂ ਨੇ ਵੀ ਭਾਈ ਜਿਹੜੀਆਂ ਧਾਰਮਿਕ ਤੌਰ ਦੇ ਉੱਤੇ ਮਿਸਬਿਹੇਵਸ ਹੋ ਰਹੇ ਆ ਜਾਂ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਨੇ ਇਹਨਾਂ ਨੂੰ ਹਾਈਲਾਈਟ ਕੀਤਾ ਜਾਵੇ, ਤੁਸੀਂ ਇੰਡੀਆ ਦੇ ਨਾਲ ਇਹ ਗੱਲਾਂ ਉਠਾਓ। ਸੋ ਇਹ ਰਿਕਮੈਂਡੇਸ਼ਨਸ ਹੈਗੀਆਂ ਨੇ ਜਿਹੜੀਆਂ ਅਮਰੀਕੀ ਸਰਕਾਰ ਨੂੰ, ਕਾਂਗਰਸ ਨੂੰ ਇਸ ਕਮਿਸ਼ਨ ਵੱਲੋਂ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਨੂੰ ਹੁਣ ਭਾਰਤ ਵੱਲੋਂ ਸਿੱਧਾ ਮਲੀਸ਼ੀਅਸ ਕਹਿ ਕੇ, ਗਾਰਬੇਜ ਕਹਿ ਕੇ, ਜਿਵੇਂ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਦਰਕਿਨਾਰ ਕੀਤਾ ਆ। ਸੋ ਇੱਥੇ ਇਹ ਇੰਪੋਰਟੈਂਟ ਗੱਲ ਆ ਦੇਖਣ ਵਾਲੀ ਵੀ ਇਸ ਵਕਤ ਜਿਸ ਕਿਸਮ ਦੀ ਸਿਚੁਏਸ਼ਨ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਜਿਸ ਕਿਸਮ ਦਾ ਇਸ ਵਕਤ ਮਾਹੌਲ ਬਣਿਆ ਹੋਇਆ ਆ, ਕੀ ਨਜ਼ਰ ਆ ਰਿਹਾ ਹੈ ਵੀ ਜਿਹੜਾ ਅਮਰੀਕਾ ਆ ਉਹ ਭਾਰਤ ਨੂੰ ਕੀ ਸੁਨੇਹਾ ਦੇ ਰਿਹਾ ਹੈ। ਇਹ ਇੱਕ ਹੋਰ ਸਟੈਪ ਅੱਗੇ ਜਾਂਦਿਆਂ ਇਸ ਰਿਪੋਰਟ ਦੇ ਵਿੱਚ ਮਤਲਬ ਇਸ ਵਕਤ ਮੋਰ ਪ੍ਰੋਮੀਨੈਂਸ ਦੇ ਨਾਲ ਕਿਹਾ ਗਿਆ ਕੰਟਰੀ ਆਫ ਪਾਰਟਿਕੂਲਰ ਕੰਸਰਨ ਪਹਿਲਾਂ ਵੀ ਐਲਾਨਿਆ ਗਿਆ, ਐਲਾਨਣ ਦੀ ਮੰਗ ਕੀਤੀ ਗਈ ਹੈ। ਪਰ ਇਸ ਵਕਤ ਜਦੋਂ ਅਸੀਂ ਇਹਦਾ ਹੈਡਲਾਈਨ ਵੀ ਦੇਖਦੇ ਹਾਂ ਕਿ ਇੰਡੀਆਜ਼ ਕੋਲੈਪਸਿੰਗ ਰਿਲੀਜੀਅਸ ਫਰੀडम ਕੰਡੀਸ਼ਨਸ, ਮਤਲਬ ਸਿੱਧਾ ਇਹ ਕਿਹਾ ਜਾ ਰਿਹਾ ਵੀ ਭਾਰਤ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਹੈ ਉਹਦਾ ਕੋਲੈਪਸ ਹੋ ਰਿਹਾ। ਇਹ ਇੱਕ ਵੱਡਾ ਇੰਡੀਕੇਸ਼ਨ ਆ ਜਿਹੜਾ ਅਮਰੀਕਾ ਵੱਲੋਂ ਭਾਰਤ ਨੂੰ ਦਿੱਤਾ ਜਾ ਰਿਹਾ ਕਿ ਭਾਈ ਬਾਜ਼ ਆ ਜਾਓ, ਨਹੀਂ ਮਤਲਬ ਜਿਹੜਾ ਆਉਣ ਵਾਲਾ ਸਮਾਂ ਆ ਉਹ ਠੀਕ ਨਹੀਂ ਹੋਊਗਾ। ਜਾਂ ਈਵਨ ਅਮਰੀਕੀ ਭਾਰਤ ਰਿਲੇਸ਼ਨਸ ਦੇ ਵਿੱਚ ਵੀ ਜਿਹੜੀ ਫੇਰ ਬਦਲ ਹੈਗੇ ਆ ਉਹ ਦੇਖੇ ਜਾ ਸਕਦੇ ਆ। ਜਦੋਂ ਅਸੀਂ ਆਪਸੀ ਰਿਲੇਸ਼ਨਸ ਦੀ ਗੱਲ ਕਰਦੇ ਆ, ਕੀ ਸੁਨੇਹਾ ਸਮਝਦੇ ਹੋ ਇਸ ਦੇ ਵਿੱਚ? ਦੇਖੋ, ਜਿਹੜੇ ਅਮਰੀਕਾ ਦੇ ਪੱਖ ਤੋਂ ਤਾਂ ਸਿਰਫ ਯੂਸਰਫ ਦੀ ਰਿਪੋਰਟ ਆ, ਪਰ ਉਹਦੇ ਤੇ ਯੂਸਰਫ ਦੀ ਰਿਪੋਰਟ ਦੇ ਉੱਤੇ ਜਿਹੜਾ ਰਿਸਪੌਂਸ ਆਇਆ ਇੰਡੀਆ ਦਾ, ਜਿਹੜੀ ਉਹਦੀ ਵਰਡਿੰਗ ਆ ਅਮਰਵੀਰ ਸਿੰਘ ਜੀ, ਅਸੀਂ ਉਹ ਤੋਂ ਸਮਝ ਸਕਦੇ ਹਾਂ ਕਿ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਇੰਡੀਆ ਦੇ ਰਿਸਪੌਂਸ ਨੂੰ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ, ਜਿਹਦੇ 'ਚ ਉਹ ਕਹਿੰਦੇ ਆ ਕਿ ਯੂਸਰਫ is a biased organization with a political agenda
which continues to misrepresent facts and peddles a motivated narrative about India। ਤਾਂ ਆਪਣੇ ਆਪ ਦੇ ਵਿੱਚ ਜਿਹੜੀ ਇਹ ਸ਼ਬਦਾਵਲੀ ਆ ਇਹੀ ਦੱਸ ਰਹੀ ਆ ਕਿ ਇੰਡੀਆ ਜਿਹੜਾ ਆ ਮਤਲਬ ਇੰਡੀਆ ਦੀ ਸ਼ਬਦਾਵਲੀ ਦੱਸ ਰਹੀ ਆ ਕਿ ਇਸ ਰਿਪੋਰਟ ਦੇ ਪਿੱਛੇ ਚੱਲ ਕੀ ਰਿਹਾ ਆ। ਇਸ ਰਿਪੋਰਟ ਦੇ ਪਿੱਛੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਇਹ ਇੱਕ ਇੰਡੀਆ ਦੇ ਖਿਲਾਫ ਸਬੂਤ ਇਕੱਠੇ ਹੋ ਰਹੇ ਆ ਜਿਨ੍ਹਾਂ ਦੇ ਉੱਤੇ ਜਿਹੜੀ ਸਜ਼ਾ ਆ ਉਹ ਸਬੂਤ ਇਕੱਠੇ ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਆ। ਉਹ ਤੋਂ ਬਾਅਦ ਸਜ਼ਾ ਜਿਹੜੀ ਆ ਜਦੋਂ ਦੁਨੀਆ ਦੇ ਸਾਹਮਣੇ ਆਉਣੀ ਆ ਤਾਂ ਉਹ ਕਿਸ ਰੂਪ ਚ ਆਉਂਦੀ ਆ ਇਹ ਦੇਖਣ ਵਾਲੀ ਗੱਲ ਹੋਵੇਗੀ। ਪਰ ਇੰਡੀਆ ਦਾ ਰਿਸਪੌਂਸ ਇਹਨੂੰ ਕਲੀਅਰਲੀ ਇਹ ਗੱਲ ਕਹਿ ਰਿਹਾ ਵੀ ਜਿਹੜੀ ਯੂਸਰਫ ਦੀ ਰਿਪੋਰਟ ਆ ਇੱਕ ਪੋਲੀਟੀਕਲ ਏਜੰਡਾ ਆ। ਹੁਣ ਯੂਸਰਫ ਦਾ ਪੋਲੀਟੀਕਲ ਏਜੰਡਾ ਕੀ ਹੋ ਸਕਦਾ? ਤਾਂ ਓਬਵੀਅਸ ਜੀ ਗੱਲ ਆ ਵੀ ਜਿਹੜਾ ਯੂਸਰਫ ਦਾ ਪੋਲੀਟੀਕਲ ਏਜੰਡਾ ਆ ਉਹ ਬੇਸਿਕਲੀ ਅਮਰੀਕਨ ਸਟੇਟ ਦਾ ਪੋਲੀਟੀਕਲ ਏਜੰਡਾ ਆ, ਕਿਉਂਕਿ ਯੂਸਰਫ ਜਿਹੜਾ ਆ ਅਮਰੀਕਨ ਸਟੇਟ ਦਾ ਪਾਰਟ ਆ, ਉਹਦੀ ਇੱਕ ਬੋਡੀ ਆ। ਤੇ ਉਹ ਤੋਂ ਬਾਅਦ ਉਹਨਾਂ ਦਾ ਇੱਕ ਜਿਹੜਾ ਹੋਰ ਇੰਪੋਰਟੈਂਟ ਵਰਡ ਇਸ ਸਟੇਟਮੈਂਟ 'ਚ ਆ ਉਹ ਹੈਗਾ ਮੋਟੀਵੇਟਡ ਨੈਰੇਟਿਵ ਅਬਾਊਟ ਇੰਡੀਆ। ਕਿ ਭਾਰਤ ਦੇ ਬਾਰੇ ਜਿਹੜਾ ਮੋਟੀਵੇਟਡ ਨੈਰੇਟਿਵ ਆ ਉਹ ਪੁਸ਼ ਕੀਤਾ ਜਾ ਰਿਹਾ। ਹੁਣ ਇੰਡੀਆ ਇਹਨੂੰ ਮੋਟੀਵੇਟਡ ਨੈਰੇਟਿਵ ਕਹਿ ਰਿਹਾ, ਪਰ ਯੂਐਸ ਦੀ ਜਿਹੜੀ ਸਾਰੀ ਇਹ ਅਸੀਂ ਕਹਿ ਸਕਦੇ ਹਾਂ ਕਿ ਕਾਰਵਾਈ ਆ ਜਾਂ ਲਗਾਤਾਰ ਜਿਹੜਾ ਯੂਐਸ ਤੋਂ ਨੈਰੇਟਿਵ ਇੰਡੀਆ ਬਾਰੇ ਐਸਟੈਬਲਿਸ਼ ਹੋ ਰਿਹਾ ਉਹ ਕੀ ਹੋ ਰਿਹਾ ਕਿ ਇੰਡੀਆ ਐਂਟੀ ਡੈਮੋਕ੍ਰੈਟਿਕ ਪ੍ਰੈਕਟਿਸਿਸ ਵੱਲ ਨੂੰ ਵੱਧ ਰਿਹਾ ਹੈ। ਇੰਡੀਆ ਦੇ ਵਿੱਚ ਜਿਹੜੀ ਰਿਲੀਜੀਅਸ ਫਰੀਡਮ ਆ ਉਹ ਖਤਮ ਹੋ ਰਹੀ ਆ। ਇੰਡੀਆ ਜਿਹੜਾ ਆ ਉਹ ਹਿਊਮਨ ਰਾਈਟਸ ਵਾਇਲੇਟਰ ਆ। ਜਿਹੜੇ ਇਹ ਨੈਰੇਟਿਵਸ ਨੇ ਇਹ ਕਦੇ ਵੀ ਯੂਐਸ ਦੀ ਪਾਲਿਸੀ ਜਿਹੜੀ ਆ ਤੁਸੀਂ ਜਾਣਦੇ ਹੋ ਕਿ ਯੂਐਸ ਦੀ ਪਾਲਿਸੀ ਬੇਸਿਕਲੀ ਜਦੋਂ ਕਿਤੇ ਡੈਮੋਕ੍ਰੇਸੀਜ਼ ਖਤਰੇ 'ਚ ਆਉਂਦੀਆਂ ਆ ਤਾਂ ਫਿਰ ਉਹਨਾਂ ਡੈਮੋਕ੍ਰੇਸੀਜ਼ ਨੂੰ ਬਹਾਲ ਕਰਨ ਦੇ ਲਈ ਉੱਥੇ ਵੱਡੀਆਂ ਪੋਲੀਟੀਕਲ ਅਸੀਂ ਕਹਿ ਸਕਦੇ ਹਾਂ ਕਿ ਤਬਦੀਲੀਆਂ ਜਿਹੜੀਆਂ ਆ ਯੂਐਸ ਉਹ ਕਰਦਾ ਆਇਆ। ਆਪਣੇ ਜਿਹੜਾ ਅਸੀਂ ਯੂਐਸ ਦਾ ਇੱਕ ਮਤਲਬ ਯੂਐਸ ਇਹ ਨਹੀਂ ਕਿ ਸਿੱਧਾ ਜਾ ਕੇ ਉੱਥੇ ਦਖਲਅੰਦਾਜ਼ੀ ਕਰਦਾ ਆ ਜਾਂ ਉੱਥੇ ਜਾ ਕੇ ਆਪ ਆਪਣੀ ਫੌਜ ਭੇਜਦਾ ਆ, ਪਰ ਜਿਹੜਾ ਯੂਐਸ ਦਾ ਇੱਕ ਦੁਨੀਆ ਦਾ ਉਹਨੂੰ ਸਰਪੰਚ ਇਸੇ ਗੱਲ ਕਰਕੇ ਕਿਹਾ ਜਾਂਦਾ ਕਿਉਂਕਿ ਉਹਦਾ ਪ੍ਰਭਾਵ ਆ ਦੁਨੀਆ ਦੇ ਸਾਰੇ ਮੁਲਕਾਂ 'ਚ ਇੱਕ ਵੱਡਾ ਪ੍ਰਭਾਵ ਆ। ਤਾਂ ਉਹ ਜਿਹੜੀਆਂ ਮਤਲਬ ਇੰਡੀਆ ਦੀ ਜਿਹੜੀ ਇਹ ਮੌਜੂਦਾ ਸਰਕਾਰ ਆ ਉਹਦੀ ਮਿਨਿਸਟਰੀ ਜਦੋਂ ਇਹ ਗੱਲ ਸਟੇਟਮੈਂਟ ਦੇ ਰਹੀ ਆ ਕਿ ਇੱਕ ਮੋਟੀਵੇਟਡ ਨੈਰੇਟਿਵ ਆ ਇੰਡੀਆ ਦੇ ਖਿਲਾਫ ਜਿਹੜਾ ਸਿਰਜਿਆ ਜਾ ਰਿਹਾ ਜਿਹੜਾ ਕਿ ਇੱਕ ਪੋਲੀਟੀਕਲ ਏਜੰਡੇ ਦਾ ਹਿੱਸਾ ਆ, ਤਾਂ ਓਬਵੀਅਸ ਜੀ ਗੱਲ ਆ ਵੀ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਵੀ ਇਹ ਰਿਪੋਰਟ ਕਿੰਨੀ ਸੀਰੀਅਸ ਆ ਵੀ ਇਹ ਉਨਾ ਹੀ ਸੀਰੀਅਸ ਇਹਨੂੰ ਇੰਡੀਆ ਵੀ ਲੈ ਰਿਹਾ। ਤੇ ਇੰਡੀਆ ਦੀ ਰਿਪੋਰਟ ਜਿਹੜੀ ਆ ਇਹ ਗੱਲ ਸਪਸ਼ਟ ਕਰਦੀ ਆ ਵੀ ਇਹ ਜਿਹੜੀਆਂ ਰਿਪੋਰਟਸ ਨੇ ਅਮਰੀਕਾ ਦੀਆਂ ਇਹ ਮਹਿਜ਼ ਇਸ ਗੱਲ ਤੱਕ ਸੀਮਿਤ ਨਹੀਂ ਆ ਕਿ ਕਿਸੇ ਘੱਟ ਗਿਣਤੀ ਦੇ ਬੰਦਿਆਂ ਨੂੰ ਤੁਸੀਂ ਕੁੱਟ ਰਹੇ ਹੋ ਮਾਰ ਰਹੇ ਹੋ, ਬਲਕਿ ਗੱਲ ਉਹ ਤੋਂ ਕਾਫੀ ਗਾਂਹ ਪਹੁੰਚ ਚੁੱਕੀ ਆ। ਤੇ ਉਹਦੀ ਬੈਕਡ੍ਰੋਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਮਰੀਕਾ ਦੀ ਸੋਵਰੇਨਿਟੀ ਤੇ ਅਟੈਕ ਕਰਨ ਦੀ ਹਿੰਮਤ ਕੀਤੀ ਹੈ ਇੰਡੀਆ ਨੇ, ਗੁਰਪਤਵੰਤ ਸਿੰਘ ਪੰਨੂ ਵਾਲਾ ਕੇਸ ਆ ਜਿਹੜਾ, ਮਤਲਬ ਇਹ ਸਾਰਾ ਕੁਛ ਉਹਦੀ ਬੈਕਡ੍ਰੋਪ 'ਚ ਪਿਆ। ਤੇ ਦੂਜੇ ਪਾਸੇ ਜਿਵੇਂ ਦਾ ਇੰਡੀਆ ਦਾ ਐਟੀਟਿਊਡ ਰਸ਼ੀਆ ਯੂਕਰੇਨ ਵਾਰ 'ਚ ਰਿਹਾ ਆ ਤੇ ਮਤਲਬ ਜਿਵੇਂ ਇੰਡੀਆ ਜਿਹੜਾ ਆ ਉਹ ਰਸ਼ੀਆ ਦੇ ਨਾਲ ਇੱਕ ਤਰ੍ਹਾਂ ਖੁੱਲਮ ਖੁੱਲਾ ਜਿਹੜਾ ਸਾਰਾ ਰਸ਼ੀਆ ਦਾ ਤੇਲ ਆ ਉਹ ਦੁਨੀਆ ਦੀ ਮਾਰਕੀਟ 'ਚ ਪਹੁੰਚਾ ਰਿਹਾ, ਮਤਲਬ ਵੀ ਇਹ ਸਾਰੀਆਂ ਗੱਲਾਂ ਉਹਦੀ ਬੈਕਡ੍ਰੋਪ 'ਚ ਪਈਆਂ ਨੇ। ਬਹੁਤ ਕੁਛ ਇੰਡੀਆ ਤੇ ਯੂਐਸ ਦੇ ਰਿਲੇਸ਼ਨ ਦੇ ਦਰਮਿਆਨ ਚੱਲ ਰਿਹਾ ਤੇ ਇਸੇ ਜਿਹੜੀ ਇਹ ਸਾਰੇ ਕੁਛ ਰਿਲੇਸ਼ਨ ਦੇ ਵਿੱਚ ਉੱਪਰ ਥੱਲੇ ਜੋ ਇਹ ਹੋ ਰਿਹਾ ਇਹਦੇ ਵਿੱਚੋਂ ਸਿੱਖਾਂ ਦੇ ਭਵਿੱਖ ਦਾ ਕਾਫੀ ਕੁਝ ਨਿਕਲਣ ਦੀਆਂ ਸੰਭਾਵਨਾਵਾਂ ਪ੍ਰਵੀਰ ਸਿੰਘ ਜੀ ਪਈਆਂ ਆ। ਇੱਕ ਹੋਰ ਜਿਹੜੀ ਇਹ ਇੰਡੀਆ ਦੀ ਸਟੇਟਮੈਂਟ ਆ ਉਹਦੇ ਵਿੱਚ ਜਿਹੜੀ ਗੱਲ ਮੈਂ ਕਹੀ ਸੀ ਕਿ ਉਹਨਾਂ ਨੇ ਵਾਪਸ ਮਤਲਬ ਇੱਕ ਤਾਂ ਇਹ ਗੱਲ ਕੀਤੀ ਹੈ ਕਿ ਪੋਲੀਟੀਕਲ ਏਜੰਡੇ ਦਾ ਹਿੱਸਾ ਆ ਤੇ ਵਾਪਸ ਕਾਊਂਟਰ ਜਿਹੜਾ ਯੂਐਸ ਨੂੰ ਕਰਨ ਦੇ ਲਈ ਉਹਨਾਂ ਨੇ ਸ਼ਬਦਾਵਲੀ ਵਰਤੀ ਆ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਆ। ਉਹ ਕਹਿੰਦੇ ਆ ਕਿ we would urge USAF to desist from such agenda driven efforts. The USAF would also be well advised to utilize its time more productively on addressing human rights issues in the United States. ਤਾਂ ਅੱਜ ਇੰਡੀਆ ਜਿਹੜਾ ਆ ਉਹ ਮਤਲਬ ਇੰਡੀਆ ਦਾ ਪਿਛਲੇ ਕੁਝ ਸਮੇਂ ਤੋਂ ਖਾਸ ਤੌਰ ਤੇ ਐਸ ਜੈ ਸ਼ੰਕਰ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਆ ਉਹਨਾਂ ਦਾ ਐਟੀਟਿਊਡ ਜਿਹੜਾ ਅਮਰੀਕਾ ਬਾਰੇ ਰਿਹਾ ਆ ਉਹ ਇਸ ਤਰੀਕੇ ਦਾ ਰਿਹਾ ਆ ਵੀ ਜਿਵੇਂ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਅਮਰੀਕਾ ਦੀ ਪਰਵਾਹ ਨਹੀਂ ਮਾਰਦੇ, ਤੁਸੀਂ ਜੋ ਕਰਨਾ ਕਰ ਲਓ। ਬਾਰ-ਬਾਰ ਐਸ ਜੈ ਸ਼ੰਕਰ ਨੇ ਇਹੋ ਜਿਹੀਆਂ ਸਟੇਟਮੈਂਟਸ ਦਿੱਤੀਆਂ ਨੇ ਵੈਸਟਰਨ ਕੰਟਰੀਜ਼ ਜਾਂ ਵੈਸਟਰਨ ਜਿਹੜਾ ਸਾਰਾ ਗਰੁੱਪ ਆ ਉਹਦੇ ਬਾਰੇ। ਤੇ ਇਹ ਗੱਲਾਂ ਫਿਰ ਭਾਵੇਂ ਮੋਦੀ ਯੂਐਸ ਆਇਆ, ਬਾਈਡਨ ਉਹਨੂੰ ਮਿਲਿਆ, ਜੱਫੀ ਪਾਈ, ਸਾਰਾ ਕੁਛ ਹੋਇਆ, ਪਰ ਉਹ ਸਿਰਫ ਇੱਕ ਫੋਟੋ ਸ਼ੂਟ ਹੁੰਦੇ ਆ ਜੀ। ਪਰ ਉਹਦੀ ਬੈਕਡ੍ਰੋਪ ਦੇ ਵਿੱਚ ਕੀ ਚੱਲ ਰਿਹਾ ਉਹ ਸਾਨੂੰ ਇਹਨਾਂ ਸਟੇਟਮੈਂਟਸ ਤੋਂ ਜੋ ਅਲੱਗ-ਅਲੱਗ ਪਲੇਟਫਾਰਮਸ ਦੇ ਉੱਤੇ ਆਪੋ ਆਪਣੇ ਘਰ 'ਚ ਬੈਠ ਕੇ ਦਿੱਤੀਆਂ ਜਾਂਦੀਆਂ ਨੇ ਸਾਨੂੰ ਇਹਨਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਆ
ਕਿ ਮਤਲਬ ਮੋਟੀ ਜੀ ਗੱਲ ਆ, ਅਮਰੀਕਾ ਜਾਂ ਵੈਸਟਰਨ ਕੰਟਰੀਜ਼ ਇੰਡੀਆ ਦੇ ਵਿੱਚ ਜੋ ਅਨਡੈਮੋਕ੍ਰੈਟਿਕ ਬਿਹੇਵੀਅਰ ਉੱਥੇ ਗਵਰਨਮੈਂਟਸ ਦਾ ਚੱਲ ਰਿਹਾ, ਜਿਵੇਂ ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਹੋ ਰਿਹਾ ਆ, ਉਹ ਤੋਂ ਖੁਸ਼ ਨਹੀਂ ਆ। ਤੇ ਦੂਜਾ ਇਹ ਜਿਹੜੀ ਵੈਸਟਰਨ ਪੋਲੀਟੀਕਲ ਇੰਟਰਸਟ ਜਾਂ ਸਟ੍ਰੈਟੇਜਿਕ ਇੰਟਰਸਟ ਆ, ਉਹਦੇ 'ਚ ਵੀ ਇੰਡੀਆ ਫੇਲ ਹੋ ਰਿਹਾ। ਤੇ ਅਲਟੀਮੇਟਲੀ ਵੈਸਟ ਜਿਹੜਾ ਆ ਫਿਰ ਉਹ ਇੰਡੀਆ ਦੇ ਵਿੱਚ ਕੁਝ ਵੱਡੀ ਜਿਹੜੀ ਸਿਆਸੀ ਤਬਦੀਲੀ ਆ ਨੇੜਲੇ ਭਵਿੱਖ ਦੇ ਵਿੱਚ ਕਰਨੀ ਚਾਹੁੰਦਾ, ਇਹ ਨਜ਼ਰ ਆ ਰਿਹਾ ਆ। ਤੇ ਉਹ ਹੁੰਦਾ ਜਾਂ ਨਹੀਂ ਹੁੰਦਾ, ਪਰ ਸਾਡਾ ਇੱਕ ਐਨਾਲਿਸਿਸ ਆ ਵੀ ਉਹ ਬੜੇ ਛੇਤੀ ਨੇੜਲੇ ਭਵਿੱਖ ਦੇ ਵਿੱਚ ਕੁਝ ਵੱਡੀਆਂ ਸਿਆਸੀ ਤਬਦੀਲੀਆਂ ਉਸ ਖਿੱਤੇ 'ਚ ਹੋਣਗੀਆਂ। ਤੇ ਜਦੋਂ ਵੀ, ਕਿਉਂਕਿ ਸਿੱਖ ਜਿਹੜੇ ਆ ਉਹਨਾਂ ਦੀ ਇੱਕ ਐਸਪੀਰੇਸ਼ਨ ਆ ਉੱਥੇ ਆਪਣੀ ਸਵਰੈਨਿਟੀ, ਆਪਣੀ ਪਾਤਸ਼ਾਹੀ ਐਸਟੈਬਲਿਸ਼ ਕਰਨ ਦੀ, ਆਪਣਾ ਪੋਲੀਟੀਕਲ ਸਿਸਟਮ ਐਸਟੈਬਲਿਸ਼ ਕਰਨ ਦੀ, ਜਿਹੜਾ ਕਿ ਕਾਫੀ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਹਿਸਟਰੀ ਰਹੀ ਆ। ਉਹਨਾਂ ਨੇ ਜਿਹੜਾ ਪੋਲੀਟੀਕਲ ਸਿਸਟਮ ਐਸਟੈਬਲਿਸ਼ ਕੀਤਾ ਜਦੋਂ ਉਹਨਾਂ ਕੋਲ ਰਾਜ ਰਿਹਾ, ਉਹ ਦੁਨੀਆ ਦੇ ਵਿੱਚ ਇੱਕ ਮਿਸਾਲ ਬਣਿਆ ਟੋਲਰੈਂਸ ਦੀ, ਭਾਵੇਂ ਦੂਜੀਆਂ ਕੌਮਾਂ ਦੇ ਪ੍ਰਤੀ ਹੋਵੇ, ਇੱਕ ਮਿਸਾਲ ਬਣਿਆ ਇੱਕ ਸਟੇਬਲ ਰਾਜ ਦੇਣ ਦੀ। ਤੇ ਦੂਜਾ ਸਿੱਖਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਫੌਜੀ ਤਾਕਤ ਆ ਜਾਂ ਸਿੱਖਾਂ ਦੀ ਜਿਹੜੀ ਜੰਗਜੂ ਤਾਕਤ ਆ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੜਾ ਐਸੈਟ ਆ ਕਿਸੇ ਵੀ ਵੱਡੀ ਪਾਵਰ ਦੇ ਲਈ। ਤਾਂ ਇਹਨਾਂ ਸਾਰੇ ਫੈਕਟਰਸ ਨੂੰ ਦੇਖਦੇ ਆ ਤੇ ਜਿੰਨਾ ਸਿੱਖ ਡਾਇਸਪੋਰਾ ਵੈਸਟਰਨ ਕੰਟਰੀਜ਼ 'ਚ ਆ ਕੇ ਬੈਠਾ ਆ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਆ, ਉਸ ਖਿੱਤੇ ਦੇ ਵਿੱਚ ਜੇ ਕੋਈ ਸਿਆਸੀ ਤਬਦੀਲੀ ਜਦੋਂ ਵੀ ਹੁੰਦੀ ਆ ਤਾਂ ਜਿਹੜੇ ਨਵੇਂ ਪਲੇਅਰਸ ਐਮਰਜ ਹੋਣਗੇ ਉਹਨਾਂ ਦੇ ਵਿੱਚ ਸਿੱਖ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਸਟਰੋਂਗ ਪਲੇਅਰ ਵਜੋਂ ਦੁਨੀਆ ਨੂੰ ਨਜ਼ਰ ਆਉਣਗੇ। ਜੀ ਸੁਖਵਿੰਦਰ ਸਿੰਘ ਜੀ, ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅਸੀਂ ਗੱਲਬਾਤ ਨੂੰ ਇਸੇ ਤਰ੍ਹਾਂ ਅੱਗੇ ਕੰਟੀਨਿਊ ਰੱਖਾਂਗੇ। ਸਾਡੇ ਨਾਲ ਐਵੇਂ ਹੀ ਬਣੇ ਰਹੋ। ਦੂਜੇ ਸੈਗਮੈਂਟ ਦੇ ਵਿੱਚ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਲਾਨ ਓਕਸਫੋਰਡ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ, ਜਿਵੇਂ ਬੀਤੇ ਸੈਗਮੈਂਟ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਆ ਵੀ ਭਾਰਤ ਵੱਲੋਂ ਜਦੋਂ ਅਮਰੀਕਾ ਨੂੰ ਰਿਸਪੌਂਡ ਕੀਤਾ ਗਿਆ ਆ
ਤੇ ਉਹਨਾਂ ਨੇ 2 ਗੱਲਾਂ ਅਹਿਮ ਤੌਰ ਦੇ ਉੱਤੇ ਕਹੀਆਂ ਨੇ। ਉਹਦੇ ਵਿੱਚੋਂ ਇੱਕ ਜਿਹੜੀ ਤੁਸੀਂ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹਾ ਵੀ ਭਾਈ ਰੈਦਰ ਤੁਸੀਂ ਸਾਡੇ ਦੇ ਉੱਤੇ ਉਂਗਲ ਚੁੱਕੋ, ਤੁਸੀਂ ਆਪਣੇ ਘਰ ਦੇ ਵਿੱਚ ਦੇਖੋ ਕੀ ਹੋ ਰਿਹਾ ਆ, ਤੁਸੀਂ ਆਪਣੇ ਜਿਹੜੇ ਕੰਸਰਨ ਨੇ ਉੱਥੇ ਦਿਖਾਓ, ਜਾਂ ਜਿਹੜੇ ਆਪਣੇ ਤੁਸੀਂ ਰਿਸੋਰਸਿਸ ਲਾ ਰਹੇ ਹੋ ਇਹ ਆਪਣੇ ਘਰ ਦੇ ਵਿੱਚ ਲਾਓ। ਹੁਣ ਇਹ ਕਹਿਣ ਤੋਂ ਉਹਨਾਂ ਦਾ ਕੀ ਮਤਲਬ ਹੈ? ਇਹ ਮਤਲਬ ਹੁਣ ਉਹੀ ਜਿਹੜਾ ਨੈਰੇਟਿਵ ਹੈ, ਕਿਸ ਕਿਸਮ ਦਾ ਨੈਰੇਟਿਵ ਅਮਰੀਕਾ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਬਿਲਡ ਕੀਤਾ ਜਾ ਰਿਹਾ, ਜਿਹੜਾ ਕਿ ਉਹ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਬਿਲਡ ਕਰਦੇ ਨੇ, ਹਿੰਦੂਫੋਬੀਆ ਦਾ ਨੈਰੇਟਿਵ। ਇਹ ਦੱਸਣਾ ਕਿ ਹੁਣ ਭਾਰਤ ਦੇ ਵਿੱਚ ਹਾਲਾਂਕਿ ਮੈਜੋਰਿਟੀ ਕਮਿਊਨਿਟੀ ਦੇ ਤੌਰ ਦੇ ਉੱਤੇ ਭਾਵੇਂ ਉਹ ਪੋਲੀਟੀਕਲ ਹਵਾਲੇ ਦੇ ਨਾਲ ਸੱਤਾ ਦੇ ਵਿੱਚ ਪਾਵਰ ਸ਼ੇਅਰ ਦੀ ਗੱਲ ਹੋਵੇ ਜਾਂ ਗਰਾਊਂਡ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਮੈਜੋਰਿਟੀ ਕਮਿਊਨਿਟੀ ਜਿਹੜੀ ਹੈ ਉਹ ਹਿੰਦੂ ਪਾਪੂਲੇਸ਼ਨ ਹੈਗੀ ਹੈ, ਪਰ ਉੱਥੇ ਵੀ ਇਸ ਕਿਸਮ ਦਾ ਬਿਰਤਾਂਤ ਸਿਰਜਿਆ ਜਾਂਦਾ ਕਿ ਨਹੀਂ ਜੀ ਇੱਥੇ ਹਿੰਦੂ ਜਿਹੜੇ ਨੇ ਉਹ ਖਤਰੇ ਦੇ ਵਿੱਚ ਨੇ, ਮੁਸਲਮਾਨਾਂ ਕੋਲੋਂ ਇਸ ਕਿਸਮ ਦਾ ਖਤਰਾ ਆ, ਆਬਾਦੀ ਘਟ ਜਾਣੀ ਹੈ। ਉਹ ਅਸੀਂ ਸਾਰਾ ਦੇਖਦੇ ਹਾਂ ਜਿਸ ਕਿਸਮ ਦਾ ਨੈਰੇਟਿਵ ਬਿਲਡ ਕਰਕੇ ਇੱਕ ਪ੍ਰੋਪੇਗੈਂਡਾ ਮਸ਼ੀਨਰੀ ਜਿਹੜੀ ਹੈ ਉਹ ਵਿੱਢੀ ਜਾਂਦੀ ਹੈ, ਜਿਹਦੇ ਥੱਲੇ ਜਿਹੜੀ ਪੋਲਰਾਈਜੇਸ਼ਨ ਹੈ ਉਹ ਕੀਤੀ ਜਾਂਦੀ ਹੈ ਤੇ ਉਹਦਾ ਫਾਇਦਾ ਵੋਟਾਂ ਦੇ ਵਿੱਚ ਲਿਆ ਜਾਂਦਾ ਵੀ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਦੀਆਂ ਵੋਟਾਂ ਇੱਕ ਥਾਂ ਇਕੱਠੀਆਂ ਕਰਕੇ ਭੁਗਤਾਓ ਤੇ ਜਿਹੜੀ ਵਿਰੋਧੀ ਵੋਟ ਹੈਗੀ ਹੈ ਉਹਨੂੰ ਤੁਸੀਂ ਡਾਇਸੈਂਟ ਦੇ ਨਾਲ, ਇਸ ਪ੍ਰੋਪੇਗੈਂਡੇ ਦੇ ਨਾਲ ਡਿਵਾਈਡ ਕਰੋ, ਉਹ ਕਿਤੇ ਨਾ ਹੋਣ। ਇਸੇ ਨੀਤੀ ਦੇ ਤਹਿਤ ਜਿਹੜਾ ਇਹ ਕੰਮ ਹੈ ਉਹ ਚੱਲ ਰਿਹਾ ਤੇ ਹੁਣ ਇਹਦੀਆਂ ਜਿਹੜੀਆਂ ਪੈੜਾਂ ਨੇ ਜਾਂ ਜਿਹੜੀ ਇਹਦੀ ਹੱਦ ਹੈ ਉਹ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖ ਰਹੇ ਹਾਂ ਵੀ ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਕੇ ਉਹ ਜਿਹੜਾ ਆ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹ ਕੀਤਾ ਜਾ ਰਿਹਾ। ਉਹ ਕੱਲਾ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਡਾਇਰੈਕਟ ਅਟੈਕ ਦੇ ਤਹਿਤ ਨਹੀਂ ਜਿਹੜਾ ਅਸੀਂ ਇਸ ਵਕਤ ਪਿਛਲੇ ਸਮੇਂ ਦੇ ਵਿੱਚ ਗੱਲ ਕੀਤੀ ਹੈ, ਰੈਦਰ ਉਹ ਪ੍ਰੋਪੇਗੈਂਡਾ ਜਾਂ ਉਹ ਨੈਰੇਟਿਵ ਵੀ ਬਿਲਡ ਕੀਤਾ ਜਾ ਰਿਹਾ। ਮਿਸ ਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਇੱਕ ਇੰਪੋਰਟੈਂਟ ਟੂਲ ਦੇ ਵਜੋਂ ਵਰਤਿਆ ਜਾ ਰਿਹਾ। ਅਸੀਂ ਡਿਸਇਨਫੋ ਲੈਬ ਦੀ ਜਿਹੜਾ ਯੂਰਪ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਖੁਲਾਸਾ ਹੋਇਆ ਕਿ ਕਿਵੇਂ ਇੱਕ ਵੱਡੇ ਪੱਧਰ ਦੇ ਉੱਤੇ ਕਿਵੇਂ ਮਿਲੀਅਨਸ ਆਫ ਡਾਲਰਸ ਖਰਚੇ ਜਾ ਰਹੇ ਨੇ, ਵੱਡੇ ਵੱਡੇ ਥਿੰਕ ਟੈਂਕ ਕ੍ਰੀਏਟ ਕੀਤੇ ਜਾ ਰਹੇ ਨੇ, ਮੀਡੀਆ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ ਜਾ ਰਹੀਆਂ ਨੇ, ਜਾਂ ਈਵਨ ਹੁਣ ਦੀ ਡੇਟ ਦੇ ਵਿੱਚ ਲੌਬਿੰਗ ਐਫਰਟਸ ਕੀਤੇ ਜਾ ਰਹੇ ਨੇ। ਉਹਨਾਂ ਦੀਆਂ ਹਕੂਮਤ ਦੀਆਂ, ਭਾਰਤੀ ਹਕੂਮਤ ਦੀਆਂ ਹੱਥ ਠੋਕੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ NGOs ਦੇ ਰਾਹੀਂ ਜਾਂ ਹੋਰ ਜਿਹੜੇ ਪੈਕਸ ਹੈਗੇ ਨੇ, ਪੋਲੀਟੀਕਲ ਅਫੇਅਰਸ ਕਮੇਟੀਜ਼ ਦੇ ਰਾਹੀਂ ਜਾਂ ਹੋਰ ਤਰੀਕਿਆਂ ਦੇ ਰਾਹੀਂ ਉਹ ਇੱਥੋਂ ਦੇ ਸਿਸਟਮ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਰਦੀਆਂ ਨੇ। ਇਹ ਇੱਕ ਇੰਪੋਰਟੈਂਟ ਟੂਲ ਦੇ ਵਜੋਂ ਵਰਤਿਆ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਅਸੀਂ ਵੱਡੇ ਲੈਵਲ ਦੇ ਉੱਤੇ ਇਹਦੀਆਂ ਐਗਜ਼ਾਮਪਲਸ ਦੇਖੀਆਂ ਨੇ। ਹੁਣ ਪਿਛਲੇ ਸਮੇਂ ਦੇ ਵਿੱਚ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਟਰੂਡੋ ਗਵਰਨਮੈਂਟ ਨੂੰ ਇਨਫਲੂਐਂਸ ਕਰਨ ਦੇ ਲਈ ਜਾਂ ਈਵਨ ਜਿਹੜੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਹੈਗੀ ਆ ਉਹਨਾਂ ਦੀ ਲੀਡਰਸ਼ਿਪ ਰੇਸ ਤੱਕ ਨੂੰ ਕਿਵੇਂ ਇਨਫਲੂਐਂਸ ਕਰਨ ਦੇ ਲਈ, ਫੰਡ ਕਰਨ ਦੇ ਲਈ ਲੋਕਾਂ ਨੂੰ ਆਪਣੇ ਨਾਲ ਜਿਹੜੀਆਂ ਸਿਆਸੀ ਐਂਟੀਟੀਜ਼ ਹੈਗੀਆਂ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਕੀ ਹੱਥਕੰਡੇ ਵਰਤੇ ਜਾਂਦੇ ਨੇ। ਅਜਿਹੀ ਹੀ ਇੱਕ ਐਗਜ਼ਾਮਪਲ ਜਿਹੜੀ ਹੈ ਹੁਣ ਅਮਰੀਕਾ ਦੇ ਵਿੱਚ ਵੀ ਸਾਹਮਣੇ ਆਈ ਹੈ। ਇੱਕ ਇਨਵੈਸਟੀਗੇਟਿਵ ਸਟੋਰੀ ਜਿਹੜੀ ਹੈ ਉਹ ਸੈਕਰਾਮੈਂਟੋ ਬੀ ਜਿਹੜੀ ਕਿ ਕੈਲੀਫੋਰਨੀਆ ਬੇਸਡ ਆਊਟਲੈਟ ਹੈਗੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ, ਜਿਹਦੀਆਂ ਮੈਂ ਡਿਟੇਲਸ ਚਾਹੂੰਗਾ ਕਿ ਅਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਕਿ ਜਿੱਥੇ ਮਤਲਬ ਇਹ ਕਿਸ ਲੈਵਲ ਦੇ ਉੱਤੇ, ਕਿਸ ਲੈਵਲ ਦੀ ਗ੍ਰਾਸ ਰੂਟ ਲੈਵਲ ਦੇ ਉੱਤੇ ਜਾ ਕੇ ਜਿਹੜਾ ਪ੍ਰੋਪੇਗੈਂਡਾ ਹੈਗਾ ਉਹ ਕੀਤਾ ਜਾ ਰਿਹਾ ਆ। ਸੋ ਇਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਜਿੱਥੇ ਅਮਰੀਕਾ ਦੇ ਵਿੱਚ ਈਰਾਨ, ਰਸ਼ੀਆ, ਚਾਈਨਾ ਨੂੰ ਮੇਨ ਕਲਪਰੇਟ ਮੰਨਿਆ ਜਾਂਦਾ ਸੀ ਕਿ ਭਾਈ ਇਹ ਉਹ ਮੁਲਕ ਨੇ ਜਿਹੜੇ ਅਮਰੀਕਾ ਦੇ ਵਿੱਚ ਆ ਕੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ ਤੇ ਇੱਥੇ ਦੀਆਂ ਪਾਲਿਸੀਜ਼ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨਾਂ ਹਕੂਮਤਾਂ ਦੇ ਜਿਹੜੇ ਇੱਥੇ ਡਿਸਿਡੈਂਟ ਵਿਰੋਧੀ ਬੰਦੇ ਹੁੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਆ। ਪਰ ਅਸੀਂ ਜਿਹੜੀਆਂ ਗੱਲਾਂ ਸਿੱਖਾਂ ਦੇ ਹਵਾਲੇ ਨਾਲ ਕਰਦੇ ਸੀ ਈਵਨ 84 ਤੋਂ ਬਾਅਦ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਏਜੰਟਸ ਹੈਗੇ ਆ ਉਹ
ਵਾੜੇ ਜਾਂਦੇ ਆ, ਗੁਰਦੁਆਰਿਆਂ ਦੇ ਵਿੱਚ ਲੜਾਈਆਂ ਪਵਾਈਆਂ ਜਾਂਦੀਆਂ ਨੇ। ਜਿਹੜਾ ਜਦੋਂ ਅਸੀਂ 1984 ਦੇ ਕਤਲੇਆਮ ਦੀ ਗੱਲ ਕਰਦੇ ਆ ਜਾਂ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਕਰਦੇ ਆ, ਕਿਸੇ ਵੀ ਤਰੀਕੇ ਨਾਲ ਕੋਈ ਵੀ ਕੰਮ ਹੁੰਦਾ ਤੇ ਕਿਵੇਂ ਉਹਦੇ ਵਿੱਚ ਖਲਲ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਉਹਨਾਂ ਗੱਲਾਂ ਨੂੰ ਜਿਹੜਾ ਬੂਰ ਹੈ ਉਹ ਹੁਣ ਆ ਕੇ ਪਿਆ ਜਦੋਂ ਤੋਂ ਜਸਟਿਨ ਟਰੂਡੋ ਨੇ ਇਹ ਇੰਕਸ਼ਾਫ ਕੀਤਾ ਕਿ ਨਹੀਂ, ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਹਰਦੀਪ ਸਿੰਘ ਨਿੱਜਰ ਦਾ ਕਤਲ, ਉਹਦੇ ਲਈ ਭਾਰਤ ਦੇ ਜਿਹੜੇ ਇੰਟੈਲੀਜੈਂਸ ਏਜੰਟਸ ਹੈਗੇ ਆ ਉਹ ਜ਼ਿੰਮੇਵਾਰ ਨੇ ਤੇ ਉਹਦੀਆਂ ਤਾਰਾਂ ਸਿੱਧੀਆਂ ਭਾਰਤ ਸਰਕਾਰ ਦੇ ਨਾਲ ਜਾ ਕੇ ਜੁੜਦੀਆਂ ਨੇ। ਸੋ ਹੁਣ ਇਸ ਗੱਲ ਨੂੰ ਇੱਥੋਂ ਦੀ ਇੰਟੈਲੀਜੈਂਸ ਕਮਿਊਨਿਟੀ ਹੋਵੇ ਅਮਰੀਕਾ ਦੀ ਜਾਂ ਇੱਥੋਂ ਦੀ ਜਿਹੜੀ ਪੋਲੀਟੀਕਲ ਕਮਿਊਨਿਟੀ ਹੈਗੀ ਹੈ, ਉਹ ਭਾਵੇਂ ਉਹ ਬਾਇਪਾਰਟੀਜ਼ਨ ਜਦੋਂ ਅਸੀਂ ਕਾਂਗਰਸ ਦੇ ਵਿੱਚ ਦੇਖਦੇ ਹਾਂ, ਹੁਣ ਇਹ ਲੋਕ ਵੀ ਮੰਨਦੇ ਆ ਕਿ ਨਹੀਂ, ਈਰਾਨ, ਚਾਈਨਾ, ਰਸ਼ੀਆ ਦੇ ਨਾਲ ਹੁਣ ਇੰਡੀਆ ਵੀ ਟਾਰਗੇਟ ਦੇ ਉੱਤੇ ਹੈ ਜਾਂ ਇੰਡੀਆ ਵੱਲੋਂ ਵੀ ਇਹਨਾਂ ਨੂੰ ਇਹ ਥ੍ਰੈਟ ਨਜ਼ਰ ਆ ਰਿਹਾ ਕਿ ਭਾਰਤ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ। ਹੁਣ ਉਸੇ ਹਵਾਲੇ ਨਾਲ ਜਦੋਂ ਕੈਲੀਫੋਰਨੀਆ ਦੇ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਹਾਈਲਾਈਟ ਕਰਨ ਦੇ ਲਈ ਜਾਂ ਉਹਨੂੰ ਕਰਬ ਕਰਨ ਦੇ ਲਈ, ਜਸਮੀਤ ਬੈਂਸ ਵੱਲੋਂ ਜਿਹੜਾ ਪੇਸ਼ ਕੀਤਾ ਗਿਆ ਉਹਨੂੰ ਕਿਵੇਂ ਸੈਨੇਟ ਐਪਰੋਪ੍ਰੀਏਸ਼ਨਸ ਕਮੇਟੀ ਦੇ ਥੱਲੇ ਜਾਂਦਿਆਂ ਉਹਨੂੰ ਕਿਲ ਕੀਤਾ ਗਿਆ। ਸੋ ਇਹਦੇ ਤੇ ਇੱਕ ਚੰਗੀ ਸਟੋਰੀ ਜਿਹੜੀ ਹੈ ਉਹ ਸੈਕਰਾਮੈਂਟੋ ਬੀ ਦੇ ਵਿੱਚ ਪਬਲਿਸ਼ ਹੋਈ ਹੈ। ਇਹਦੇ ਵਿੱਚ ਇਹਨਾਂ ਨੇ ਮਤਲਬ ਉਹਨਾਂ ਕਈ ਡਾਕੂਮੈਂਟਸ ਖੰਗਾਲੇ ਆ ਕਿ ਕਿਵੇਂ ਜਿਹੜੀਆਂ ਕੁਝ ਨਾਨ ਪ੍ਰੋਫਿਟਸ ਦੇ ਥੱਲੇ ਜਿਨ੍ਹਾਂ ਦਾ ਅਸੀਂ ਜ਼ਿਕਰ ਪਹਿਲਾਂ ਵੀ ਕੀਤਾ ਆ, ਉਹ ਕੋਹਾਨਾ ਹੋਵੇ, ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਜਾਂ ਉਹ HAF ਦੀ ਗੱਲ ਕਰਦੇ ਹਾਂ ਅਸੀਂ, ਹਿੰਦੂ ਅਮਰੀਕਨ ਫਾਊਂਡੇਸ਼ਨ, ਇਹਨਾਂ ਵੱਲੋਂ ਕਿਵੇਂ ਕੈਲੀਫੋਰਨੀਆ ਦੇ ਵਿੱਚ ਅਪਰੋਚ ਕੀਤਾ ਜਾ ਰਿਹਾ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ, ਲੋਕਲ ਅਥਾਰਟੀਜ਼ ਨੂੰ, ਜਿਹੜੇ ਮੇਅਰਸ ਦੇ ਆਫਿਸਿਸ ਨੇ ਉਹਨਾਂ ਤੱਕ ਅਪਰੋਚ ਕਰਕੇ ਉਹੀ ਪ੍ਰੋਪੇਗੈਂਡਾ ਜਿਹੜਾ ਭਾਰਤ ਦੇ ਵਿੱਚ ਜਾਂ ਇੰਟਰਨੈਸ਼ਨਲੀ ਸਿੱਖਾਂ ਦੇ ਖਿਲਾਫ 1984 ਤੋਂ ਬਾਅਦ ਦਾ ਚੱਲਦਾ ਆ ਰਿਹਾ ਹੈ, ਉਸੇ ਨੂੰ ਹੁਣ ਇੱਥੇ ਅਮਰੀਕਾ ਦੇ ਵਿੱਚ ਰਹਿੰਦਿਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਾਂ NGOs ਦੇ ਥੱਲੇ ਹੁਣ ਉਹ ਪ੍ਰੋਪੇਗੈਂਡਾ ਗਾਹਾਂ ਧੱਕਿਆ ਜਾ ਰਿਹਾ ਆ, ਜਿਹਦਾ ਅਸਰ ਵੀ ਅਸੀਂ ਇਸ ਵਕਤ ਦੇਖ ਰਹੇ ਹਾਂ, ਜਿਹਦਾ ਮੈਂ ਲਿੰਕ ਕਰਨ ਦੀ ਕੋਸ਼ਿਸ਼ ਕੀਤੀ। ਜਾਂ ਅਸੀਂ ਦੇਖਦੇ ਹਾਂ ਵੀ ਉਹੀ ਗੱਲ ਜਦੋਂ ਉਹ ਕਹਿੰਦੇ ਆ ਵੀ ਭਾਈ ਤੁਸੀਂ ਹਿੰਦੂ ਫੋਬੀਆ ਦੇ ਥੱਲੇ ਉਹਨੂੰ ਫਿਰ ਜਿਹੜੀ ਕਹਾਣੀ ਇਸ ਲੈਵਲ ਦੇ ਉੱਤੇ ਬਣਾਈ ਜਾਂਦੀ ਹੈ ਕਿ ਆਟਵਾ ਦੇ ਵਿੱਚ ਕੌਂਸੂਲੇਟ ਦੇ ਉੱਤੇ ਅਟੈਕ ਹੋਇਆ ਜਾਂ ਕੈਲੀਫੋਰਨੀਆ ਦੇ ਵਿੱਚ ਅਟੈਕ ਹੋਇਆ, ਜਾਂ ਜਦੋਂ ਅਸੀਂ ਬਾਪਸ ਜਿਹੜੇ ਹਿੰਦੂ ਮੰਦਿਰ ਹੈਗੇ ਆ ਉਹਨਾਂ ਦੀ ਡੀਫੇਸ ਕਰਨ ਦੀ ਗੱਲ ਹੋਵੇ ਕਿ ਜੀ ਇਹ ਜਿਹੜਾ ਇੱਕ ਹਿੰਦੂ ਫੋਬੀਆ ਆ, ਇੱਕ ਐਂਟਾਈ ਸਿੱਖ ਉਹ ਹੈਗੇ ਆ, ਮਤਲਬ ਇਸ ਰਿਪੋਰਟ ਦੇ ਵਿੱਚ ਉਹ ਸਾਰਾ ਕੁਝ ਸਾਹਮਣੇ ਆਉਂਦਾ। ਮੈਂ ਥੋੜ੍ਹਾ ਜਿਹਾ ਚਾਹੂੰਗਾ ਕਿ ਅਸੀਂ ਇਸ ਰਿਪੋਰਟ ਦਾ ਜ਼ਿਕਰ ਕਰੀਏ ਤੇ ਇਹਦੇ ਵਿੱਚ ਇਹਨਾਂ ਨੇ ਉਹ ਗੱਲ ਕੀਤੀ ਹੈ, ਮੈਂ ਥੋੜ੍ਹਾ ਜਿਹਾ ਪੜ੍ਹਨਾ ਚਾਹੂੰਗਾ ਕਿ ਇਹਨਾਂ ਨੇ ਦੱਸਿਆ ਆ ਕਿ ਡਾਕੂਮੈਂਟਸ ਸ਼ੋ ਦੈਟ ਟਰਾਂਸਨੈਸ਼ਨਲ ਰਿਪਰੈਸ਼ਨ ਐਂਡ ਇੰਟੈਲੀਜੈਂਸ ਐਕਸਪਰਟਸ ਸੇਜ਼ a murkier kind of TNR is playing out in California, home to an estimated 250,000 Sikhs. The effort, TNR experts allege, amounts to concentrated efforts by India carried out through non-profits and others to create an impression with the law enforcement that the Khalistan movement is run by extremists with links to terrorism and to block anti-transnational repression efforts in the state legislature. The non-profits deny any link to Modi government and said they are only responding to the rise of Hindu-phobia acts of prejudice against Hindus, which they say Khalistan activists are largely responsible for. The non-profits points out to string of troubling graffiti attacks on Hindu temples with pro-Khalistan and anti-Modi slogans, including one in Sacramento as an evidence of the Khalistan movement stringing hate against Hindus. ਸੋ ਇਸ ਕਿਸਮ ਦਾ ਉਹ ਕੀਤਾ ਜਾ ਰਿਹਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਇੱਕ ਸਟੈਪ ਕਰਕੇ ਅੱਗੇ ਵੀ ਵਧੂੰਗਾ ਕਿ ਕਿਵੇਂ ਇਹਨਾਂ ਨੇ ਉਹ ਕੀਤਾ ਆ, ਬਟ ਓਵਰਆਲ ਜਦੋਂ ਅਸੀਂ ਇਸ ਪਾਰਟ ਦੀ ਗੱਲ ਕਰਦੇ ਹਾਂ, ਕਿਵੇਂ ਦੇਖ ਰਹੇ ਹੋ ਕਿ ਇਹ
ਇੱਥੇ ਦੇ ਸਿਸਟਮ ਦੇ ਵਿੱਚ ਕਿਸ ਕਿਸਮ ਦੀ ਪੈਨੇਟ੍ਰੇਸ਼ਨ ਹੋ ਰਹੀ ਹੈ ਤੇ ਕਿਸ ਕਿਸਮ ਨਾਲ ਐਕਸਪਲੋਇਟ ਕੀਤਾ ਜਾ ਰਿਹਾ ਹੈ ਸਿਸਟਮ ਨੂੰ, ਤੇ ਜਿਹੜਾ ਗਵਰਨਮੈਂਟ ਦਾ, ਇੰਡੀਅਨ ਗਵਰਨਮੈਂਟ ਦਾ ਏਜੰਡਾ ਜਾਂ ਇੱਕ ਪ੍ਰੋਪੇਗੈਂਡਾ ਹੈ ਉਹਨੂੰ ਕਿਵੇਂ ਸਿਸਟਮ ਦੇ ਰਾਹੀਂ ਧੱਕਿਆ ਜਾ ਰਿਹਾ ਹੈ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਤੁਸੀਂ ਕਾਫੀ ਡਿਟੇਲਸ ਜਿਹੜੀਆਂ ਇਸ ਸਟੋਰੀ ਦੀਆਂ ਨੇ ਉਹ ਸਾਂਝੀਆਂ ਕੀਤੀਆਂ ਆ। ਕਾਫੀ ਵੱਡੀ ਸਟੋਰੀ ਆ, ਬੜੀ ਇੰਪੋਰਟੈਂਟ ਸਟੋਰੀ ਆ। ਅਸੀਂ ਆਪਣੇ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਇਸ ਸਟੋਰੀ ਨੂੰ ਜ਼ਰੂਰ ਪੜ੍ਹਨ। ਸੈਕਰਾਮੈਂਟੋ ਵੀ ਨਿਊਜ਼ਪੇਪਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਆ ਤੇ ਮਤਲਬ ਕਾਫੀ ਅੱਖਾਂ ਖੋਲਣ ਵਾਲੇ ਜਿਹੜੇ ਤੱਥ ਨੇ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਏ ਆ। ਕਿਉਂਕਿ ਅਮਰਵੀਰ ਸਿੰਘ ਜੀ, ਜਿੱਦਾਂ ਹੀ ਮਤਲਬ ਇੰਡੀਆ ਦਾ ਜਿਹੜਾ ਪਲੋਟ ਆ ਸਿੱਖ ਐਕਟਿਵਿਸਟ ਨੂੰ ਮਰਡਰ ਕਰਨ ਦਾ ਵੈਸਟਰਨ ਕੰਟਰੀਜ਼ ਦੇ ਵਿੱਚ, ਉਹ ਉਜਾਗਰ ਹੋਇਆ। ਜਸਟਿਨ ਟਰੂਡੋ ਨੇ ਜਿਵੇਂ ਇੰਡੀਆ ਦਾ ਨਾਂ ਸਾਰੀ ਦੁਨੀਆ ਦੇ ਅੱਗੇ ਨਸ਼ਰ ਕੀਤਾ ਜੀ, ਤੇ ਯੂਐਸ ਦੇ ਵਿੱਚ ਇੰਡੀਆ ਰੰਗੇ ਹੱਥੀ ਫੜਿਆ ਗਿਆ ਜਿਵੇਂ, ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਨੇ ਇੱਕ ਪੈਰਲਲ ਨੈਰੇਟਿਵ ਕ੍ਰੀਏਟ ਕਰਨ ਦੀ ਖੇਡ ਸ਼ੁਰੂ ਕੀਤੀ, ਜਿਹਦੇ 'ਚ ਉਹਨਾਂ ਨੇ ਜਿਹੜੇ ਮੰਦਿਰਾਂ ਦੇ ਉੱਤੇ ਅਟੈਕ ਕਰਾਉਣੇ ਸ਼ੁਰੂ ਕੀਤੇ। ਵੀ ਮੰਦਿਰਾਂ ਦੇ ਉੱਤੇ ਅਟੈਕ ਕਰਾਉਂਦੇ ਆ। ਆਸਟ੍ਰੇਲੀਆ ਦੇ ਵਿੱਚ ਤਾਂ ਉਹ ਸ਼ਰੇਆਮ ਫੜੇ ਵੀ ਗਏ ਵੀ ਕਿ ਕਿਵੇਂ ਜਿਹੜੇ ਹਿੰਦੂ ਹੀ ਉਹ ਬੰਦੇ ਸੀ ਜਿਨ੍ਹਾਂ ਨੇ ਮੰਦਿਰ ਦੇ ਉੱਤੇ ਉਹ ਅਟੈਕ ਕੀਤਾ ਜਾਂ ਗ੍ਰੈਫਿਟੀ ਬਣਾਈ ਤੇ ਉਹਦਾ ਨਾਂ ਫਿਰ ਸਿੱਖਾਂ ਦੇ ਉੱਤੇ ਮੜਿਆ। ਪਰ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਕਾਫੀ ਕੁਝ ਕਲੀਅਰ ਹੋਇਆ। ਤੇ ਇਸੇ ਤਰੀਕੇ ਨਾਲ ਕੈਨੇਡਾ, ਅਮਰੀਕਾ ਦੇ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਮੰਦਿਰਾਂ ਦੇ ਉੱਤੇ ਵਾਪਰੀਆਂ। ਤੇ ਅਸੀਂ ਜਾਣਦੇ ਹਾਂ ਕਿ ਮਤਲਬ ਜਦੋਂ 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਤਾਂ ਉਸ ਸਮੇਂ ਜਿਹੜਾ ਸਿੱਖਾਂ ਦਾ ਟਕਰਾਅ ਇੰਡੀਅਨ ਐਸਟੈਬਲਿਸ਼ਮੈਂਟ ਦੇ ਨਾਲ ਚੱਲ ਰਿਹਾ ਸੀ। ਤਾਂ ਇਹ ਗੱਲ ਬੜੀ ਸਪਸ਼ਟ ਆ ਵੀ ਜਿਹੜਾ ਟਕਰਾਅ ਸੀ ਉਹ ਕਿਤੇ ਹਿੰਦੂ ਕਮਿਊਨਿਟੀ ਦੇ ਨਾਲ ਨਹੀਂ। ਸਿੱਖਾਂ ਦਾ ਕਦੇ ਸਿਧਾਂਤ ਨਹੀਂ ਰਿਹਾ ਕਿ ਕਿਸੇ ਧਰਮ ਦੇ ਨਾਲ ਇਸ ਤਰੀਕੇ ਦੇ ਨਾਲ ਟਕਰਾਅ ਚੋਣਾ। ਵੀ ਸਿੱਖਾਂ ਦਾ ਟਕਰਾਅ ਚਾਹੇ ਮੁਗਲ ਅੰਪਾਇਰ ਸੀ ਉਦੋਂ ਵੀ ਮੁਸਲਮਾਨਾਂ ਦੇ ਨਾਲ ਨਹੀਂ ਸੀ। ਮੁਗਲ ਅੰਪਾਇਰ ਜਿਹੜੀ ਉਦੋਂ ਰਜੀਮ ਸੀ ਉਹਦੇ ਨਾਲ ਸੀ। ਤੇ ਅੱਜ ਦੇ ਦੌਰ 'ਚ ਵੀ ਜਿਹੜਾ ਸਿੱਖਾਂ ਦਾ ਟਕਰਾਅ ਆ ਉਹ ਕਿਤੇ ਵੀ ਕਿਸੇ ਬੰਦੇ ਦੇ ਨਾਲ ਉਹਦੇ ਹਿੰਦੂ ਹੋਣ ਕਰਕੇ ਨਹੀਂ ਆ, ਪਰ ਸਿੱਖਾਂ ਦਾ ਟਕਰਾਅ ਜਿਹੜਾ ਆ ਉਹ ਹਿੰਦੂ ਰਜੀਮ ਦੇ ਨਾਲ ਆ, ਹਿੰਦੂਤਵ ਰਜੀਮ ਦੇ ਨਾਲ ਆ। ਤੇ ਉਦੋਂ ਜਿਹੜਾ ਸਿੱਖਾਂ ਦੇ ਉੱਤੇ ਅਟੈਕ ਆ 1947 ਤੋਂ ਬਾਅਦ ਹੀ ਇਹਨਾਂ ਨੇ ਸਿੱਖਾਂ ਦੇ ਜਿਹੜੇ ਜਦੋਂ ਕੌਂਸਟੀਟਿਊਸ਼ਨ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ, ਵੱਖਰੇ ਧਰਮ ਵਜੋਂ ਮਾਨਤਾ ਦੇਣ ਤੋਂ ਇਨਕਾਰੀ ਹੋਏ, ਫਿਰ ਗਾਂ ਇਹਨਾਂ ਨੇ ਸਿੱਖਾਂ ਦੇ ਸਿਧਾਂਤ ਦੇ ਉੱਤੇ ਹਮਲੇ ਸ਼ੁਰੂ ਕੀਤੇ ਜਿਹੜਾ ਪੇਪਰ ਆ। ਤੇ 1978 ਦੀ ਸਾਕੇ ਨੂੰ ਦੇਖੋ ਅਮਰਵੀਰ ਸਿੰਘ ਜੀ, ਜਿਹੜਾ ਟਕਰਾਅ ਆ ਉਹ ਤਾਂ ਸੀ ਨਿਰੰਕਾਰੀਆਂ ਦੇ ਨਾਲ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜਾ ਮਤਲਬ ਉਹਦੇ ਸ਼ਰੀਕ ਬਣਨ ਦੀ ਕੋਸ਼ਿਸ਼ ਕਰ ਰਹੇ ਸੀ। ਤੇ ਉਸ ਟਕਰਾਅ ਦੇ ਵਿੱਚ ਸਟੇਟ ਇਨਵੋਲਵ ਹੁੰਦੀ ਆ, ਨਿਰੰਕਾਰੀਆਂ ਦੇ ਨਾਲ ਮਿਲ ਕੇ ਸਿੱਖਾਂ ਦਾ ਕਤਲੇਆਮ ਕਰਦੀ ਆ ਸਟੇਟ। ਤੇ ਉਹ ਤੋਂ ਬਾਅਦ ਜਿਹੜਾ ਜਸਟਿਸ ਲੈਣ ਦੀ ਜੋ ਸਿੱਖਾਂ ਵੱਲੋਂ ਗੱਲ ਆਉਂਦੀ ਆ ਵੀ ਆਪਣਾ ਜਿਹੜਾ ਜਸਟਿਸ ਆਪ ਲੈਣ ਦੀ ਗੱਲ ਹੁੰਦੀ ਆ, ਤੇ ਫਿਰ ਜਿਹੜੀ ਸਟੇਟ ਆ ਉਹ ਕਿਵੇਂ ਸਾਰੀ ਸਿੱਖ ਮੂਵਮੈਂਟ ਨੂੰ ਮਤਲਬ ਐਂਟੀ ਰਿਲੀਜਨ ਮੂਵਮੈਂਟ ਬਣਾਉਂਦੀ ਆ। ਜਿਹੜੀ ਸਿੱਖਾਂ ਦੀ ਪੋਲੀਟੀਕਲ ਮੂਵਮੈਂਟ ਸੀ, ਜਿਹਦੇ 'ਚ ਆਪਣੇ ਰਾਜ ਦੀ ਐਸਪੀਰੇਸ਼ਨ ਸੀ, ਆਪਣੀ ਸੈਲਫ ਡਿਟਰਮੀਨੇਸ਼ਨ ਦੀ ਐਸਪੀਰੇਸ਼ਨ ਸੀ, ਉਹਨੂੰ ਉਹ ਫਿਰ ਐਂਟੀ ਹਿੰਦੂ ਮੂਵਮੈਂਟ ਦਾ ਜਿਹੜੀ ਰੰਗਤ ਦਿੰਦੀ ਆ। ਤੇ ਉਹਦੇ ਲਈ ਫਿਰ ਜਿਹੜੇ ਕਾਰੇ ਕਰਾਏ ਜਾਂਦੇ ਆ, ਅਸੀਂ ਜਾਣਦੇ ਆ ਕਿ ਕਿਵੇਂ ਜਿਹੜੇ ਹਿੰਦੂ ਬੱਸਾਂ 'ਚੋਂ ਲਾ ਕੇ ਕੁਛ ਥਾਵਾਂ ਦੇ ਉੱਤੇ ਕਤਲ ਕਰਨੇ। ਤੇ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ, ਜਿਨ੍ਹਾਂ ਨੂੰ ਫਿਰ ਵੱਡੇ ਪੱਧਰ ਤੇ ਪ੍ਰਸਾਰਿਆ ਗਿਆ ਉਹਨਾਂ ਘਟਨਾਵਾਂ ਨੂੰ। ਤੇ ਇੱਕ ਪੂਰਾ ਸਟੇਟ ਨੇ ਆਪਣੇ ਪਾਵਰ ਦੇ ਨਾਲ, ਆਪਣੇ ਮੀਡੀਆ ਟੂਲਸ ਦੇ ਨਾਲ ਇਹ ਨੈਰੇਟਿਵ ਐਸਟੈਬਲਿਸ਼ ਕੀਤਾ ਵੀ ਪੰਜਾਬ ਦੇ ਵਿੱਚ ਹਿੰਦੂ ਖਤਰੇ 'ਚ ਆ ਜੀ। ਤੇ ਇਸ ਨੈਰੇਟਿਵ ਦੇ ਉੱਤੇ ਫਿਰ ਸਾਰਾ ਅੱਗੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੱਕ ਦੀ ਘਟਨਾ, ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ 10 ਸਾਲ ਸਿੱਖ ਨੌਜਵਾਨਾਂ ਦਾ ਜਿਵੇਂ ਕਤਲੇਆਮ ਕੀਤਾ ਗਿਆ, ਜਾਂ ਜਿਵੇਂ ਦਿੱਲੀ ਦੇ ਵਿੱਚ ਵੀ ਜਿਵੇਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਾਰਾ ਕੁਝ ਉਹਨਾਂ ਘਟਨਾਵਾਂ ਦੇ ਉੱਤੇ ਬਣਾਏ ਜਿਹੜਾ ਉਹਨਾਂ ਝੂਠੇ ਨੈਰੇਟਿਵ ਦੇ ਉੱਤੇ ਆਧਾਰਿਤ ਸੀ। ਤੇ ਇਸ ਕੰਮ ਦੇ ਵਿੱਚ ਇੰਡੀਆ ਮਾਹਰ ਆ, ਅਸੀਂ ਦੇਖ ਚੁੱਕੇ ਹਾਂ ਪਾਸਟ ਦੇ ਵਿੱਚ। ਤੇ ਹੁਣ ਫਿਰ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਇੰਡੀਆ ਨੇ ਆਪਣੇ ਇਸ ਨੈਰੇਟਿਵ ਨੂੰ, ਆਪਣੇ ਇਸ ਟੂਲ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਤੇ ਇੱਥੇ ਉਹਨੇ ਟਾਰਗੇਟ ਉਦੋਂ ਉੱਥੇ ਕੁਝ ਹਿੰਦੂ ਮਾਰ ਕੇ ਉਹਨਾਂ ਨੂੰ ਬਲੀ ਦੇ ਬੱਕਰੇ ਬਣਾਇਆ, ਆਪ ਹੀ ਮਾਰੇ, ਤੇ ਫਿਰ ਆਪਣੇ ਆਪ ਨੂੰ ਹੀ ਹਿੰਦੂਆਂ ਦੇ ਰਾਖੇ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਇੱਥੇ ਤੁਸੀਂ ਦੇਖੋ ਵੀ ਆਪਣੇ ਮੰਦਿਰਾਂ ਦੇ ਉੱਤੇ ਆਪਣੇ ਆਪ ਹੀ ਹਮਲੇ ਕਰਵਾ ਰਹੇ ਆ। ਤੇ ਉਸ ਆਧਾਰ ਹੁਣ ਹੋਰ ਤਾਂ ਕੁਛ ਹੈ ਨਹੀਂ, ਸਾਰੀ ਰਿਪੋਰਟ ਦੇ ਵਿੱਚ ਤੁਸੀਂ ਪੜ੍ਹੋਗੇ ਤਾਂ ਜਿਹੜੀ ਇਹ ਮੰਦਿਰਾਂ ਦੇ ਉੱਤੇ ਹਮਲੇ ਵਾਲੀ ਗੱਲ ਆ, ਫਿਰ ਉਸ ਆਧਾਰ ਦੇ ਉੱਤੇ ਇੱਕ ਨਵੀਂ ਟਰਮ ਲੈ ਕੇ ਆ ਰਹੇ ਆ ਇਹ ਜੀ, ਜਿਵੇਂ ਹਿੰਦੂ ਫੋਬੀਆ।
ਮਤਲਬ ਹੁਣ ਹਿੰਦੂ ਫੋਬੀਆ ਜਿਹੜਾ ਮਤਲਬ ਤੁਸੀਂ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਦੇਖੋ ਅਮਰਵੀਰ ਸਿੰਘ ਜੀ। ਮਤਲਬ ਸਾਨੂੰ ਇਹ ਗੱਲਾਂ ਸਿੱਖਾਂ ਨੂੰ ਬੜੀਆਂ ਸਤਰਕ ਹੋ ਕੇ ਸਮਝਣ ਵਾਲੀਆਂ ਆ ਕਿ ਉਹ ਹੁਣ ਉਹਨਾਂ ਨੇ ਇਸ ਰਾਈਸ ਇਨ ਹਿੰਦੂ ਫੋਬੀਆ ਪਹਿਲਾਂ ਇੱਕ ਟਰਮ ਘੜੀ, ਉਹਦਾ ਆਧਾਰ ਮੰਦਿਰਾਂ ਦੇ ਉੱਤੇ ਇਹਨਾਂ ਹਮਲਿਆਂ ਨੂੰ ਬਣਾਇਆ ਤੇ ਫਿਰ ਉਸ ਹਿੰਦੂ ਫੋਬੀਆ ਦੀ ਟਰਮ ਦੇ ਥੱਲੇ ਜਿਹੜੀਆਂ ਐਡਮਿਨਿਸਟ੍ਰੇਸ਼ਨਸ ਨੇ, ਲੋਕਲ ਐਡਮਿਨਿਸਟ੍ਰੇਸ਼ਨਸ ਨੇ, ਜਿਨ੍ਹਾਂ ਵਿੱਚ ਮੇਅਰ ਆਫਿਸ ਹੋ ਗਏ ਜਾਂ ਫਿਰ ਪੁਲਿਸ ਡਿਪਾਰਟਮੈਂਟ ਹੋ ਗਏ, ਉਹਨਾਂ ਦੇ ਨਾਲ ਜੀ ਸੈਮੀਨਾਰ ਆਰਗੇਨਾਈਜ਼ ਕੀਤੇ। ਮਤਲਬ ਉਹਨਾਂ ਸੈਮੀਨਾਰਸ ਦੇ ਵਿੱਚ ਗੱਲ ਕੀ ਹੋਈ? ਗੱਲ ਇਹ ਹੋਈ ਵੀ ਖਾਲਿਸਤਾਨ ਬਾਰੇ ਉਹਨਾਂ ਨੂੰ ਸਪੈਸ਼ਲ ਪਾਠ ਪੜ੍ਹਾਇਆ ਗਿਆ ਜਿਹਦੇ ਚ ਜਿਹੜੇ ਉਹ ਸਾਰੇ ਐਡਮਿਨਿਸਟ੍ਰੇਸ਼ਨ ਦਾ ਪਾਰਟ ਜਾਂ ਪੁਲਿਸ ਡਿਪਾਰਟਮੈਂਟ ਦਾ ਪਾਰਟ ਬੰਦੇ ਉਹਦੇ ਚ ਸ਼ਾਮਲ ਹੋਏ ਤੇ ਉਹਨਾਂ ਨੂੰ ਇਹ ਨੈਰੇਟਿਵ ਉਹਨਾਂ ਦੇ ਵਿੱਚ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਖਾਲਿਸਤਾਨੀ ਨੇ ਉਹ ਟੈਰਰਿਸਟ ਨੇ ਤੇ ਜਿਹੜੇ ਸਿੱਖਾਂ ਦੇ ਗੁਰਦੁਆਰੇ ਆ ਉਹ ਟੈਰਰਿਜ਼ਮ ਦਾ ਤੇ ਡਰੱਗ ਟ੍ਰੇਡ ਦਾ ਕੇਂਦਰ ਨੇ ਜੀ। ਮਤਲਬ ਤੁਸੀਂ ਦੇਖੋ ਵੀ ਕਿਵੇਂ ਜਿਹੜਾ ਮਤਲਬ ਤੇ ਇਹ ਸਾਰਾ ਕੰਮ ਕਰ ਕੌਣ ਰਿਹਾ ਆ? ਜਿਹੜੀਆਂ ਦੋ ਆਰਗੇਨਾਈਜੇਸ਼ਨਸ ਮੇਨ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਸਿਰਜਿਆ ਆ, ਉਹ ਹੈਗੀ ਆ ਹਿੰਦੂ ਅਮਰੀਕਾ ਫਾਊਂਡੇਸ਼ਨ ਤੇ ਦੂਜੀ ਦਾ ਨਾਂ ਜਿਵੇਂ ਨਾਂ ਇਸ ਤਰ੍ਹਾਂ ਤੁਸੀਂ ਲਿਆ ਸੀ ਕੋਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ ਜੀ। ਮਤਲਬ ਇਹ ਦੋ ਆਰਗੇਨਾਈਜੇਸ਼ਨਸ ਨੇ। ਹੁਣ ਮਸਲਾ ਕੀ ਆ ਅਮਰਵੀਰ ਸਿੰਘ ਜੀ ਵੀ ਸਿੱਖਾਂ ਦੇ ਕੋਲ 1984 ਦੇ ਵਿੱਚ ਉਸ ਸਮੇਂ ਕਿਉਂਕਿ ਸਿੱਖ ਸਟੇਟਲੈਸ ਸੀ, ਸਿੱਖਾਂ ਦੇ ਕੋਲ ਕੋਈ ਮੀਡੀਆ ਦੇ ਅਜਿਹੇ ਟੂਲ ਨਹੀਂ ਸੀ, ਅਜਿਹੀ ਜਾਣਕਾਰੀ ਦੇ ਸਰੋਤ ਨਹੀਂ ਸੀ ਜਿੱਥੇ ਉਹ ਜਿਹੜਾ ਕਾਊਂਟਰ ਨੈਰੇਟਿਵ ਐਸਟੈਬਲਿਸ਼ ਕਰ ਸਕਦੇ। ਸਿੱਖ ਆਪਣੇ ਸੱਚ ਦੇ ਉੱਤੇ ਰਹਿ ਕੇ ਸਿੱਖਾਂ ਨੇ ਸੰਘਰਸ਼ ਕੀਤਾ, ਸਿੱਖ ਜੂਝੇ ਤੇ ਸਿੱਖਾਂ ਨੇ ਜੰਗ ਲੜੀ। ਪਰ ਅੱਜ ਦੇ ਸਮੇਂ ਇਹ ਜਿਹੜਾ ਹੁਣ ਸਾਰਾ ਨੈਰੇਟਿਵ ਦੀ ਵਾਰ ਆ ਇਹ ਕਿਉਂਕਿ ਵੈਸਟਰਨ ਕੰਟਰੀਜ਼ 'ਚ ਲੜੀ ਜਾ ਰਹੀ ਆ। ਇੱਥੇ ਇੰਡੀਆ ਦਾ ਫੇਲੀਅਰ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜਾ ਵੈਸਟਰਨ ਮੀਡੀਆ ਆ ਜਾਂ ਵੈਸਟਰਨ ਸਟੇਟ ਆ ਮਤਲਬ ਉਹ ਕਾਫੀ ਹੱਦ ਤੱਕ ਇੰਡੀਆ ਦੇ ਇਸ ਐਟੀਟਿਊਡ ਨੂੰ, ਇੰਡੀਆ ਦੀ ਇਸ ਕੂਟਨੀਤੀ ਨੂੰ ਉਹ ਸਮਝ ਚੁੱਕੇ ਆ ਤੇ ਇਸੇ ਦੇ ਚੱਲਦੇ ਆ ਜਿਹੜੀ ਸੈਕਰਾਮੈਂਟੋ ਬੀ ਦੀ ਇਹ ਸਟੋਰੀ ਆ ਇਹ ਆਪਣੇ ਆਪ ਦੇ ਵਿੱਚ ਸਾਰਾ ਹੀ ਇੰਡੀਆ ਦਾ ਜਿਹੜਾ ਇਹ ਨੈਰੇਟਿਵ ਆ, ਇਹ ਏਜੰਡਾ ਆ, ਉਹਦੇ ਪਰਖੱਚੇ ਦੇੜ ਤੇ ਆ ਮਤਲਬ ਇਹ ਸਟੋਰੀ ਨਾ ਜੀ। ਤੇ ਉਹਦੇ ਵਿੱਚ ਇੱਕ ਜਿਹੜੀ ਬੜੀ ਮਤਲਬ ਸੋਹਣੀ ਗੱਲ ਜਿਹੜੇ ਕੈਨੇਡਾ ਦੇ ਇਹ ਡੈਨ ਮਤਲਬ ਕੈਨੇਡੀਅਨ ਇੰਟੈਲੀਜੈਂਸ ਦੇ ਸਾਬਕਾ ਆਫਿਸਰ ਨੇ, ਫਾਰਮਰ ਆਫਿਸਰ ਨੇ ਡੈਨ ਸਟੈਂਟਨ, ਇਹ ਲਗਾਤਾਰ ਜਿਹੜਾ ਕੈਨੇਡਾ ਦੇ ਵਿੱਚ ਵੀ ਸਿੱਖ ਭਾਈ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਜਦੋਂ ਤੋਂ ਹੋਇਆ, ਕਤਲ ਹੋਇਆ ਤੇ ਉਹ ਤੋਂ ਬਾਅਦ ਲਗਾਤਾਰ ਡੈਨ ਸਟੈਂਟਨ ਉਹ ਬੋਲਦੇ ਰਹੇ ਆ ਇੰਡੀਆ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ। ਤਾਂ ਇਸ ਸਟੋਰੀ ਦੇ ਵਿੱਚ ਵੀ ਉਹਨਾਂ ਨੇ ਆਪਣਾ ਕਮੈਂਟ ਦਿੱਤਾ ਹੈ ਤਾਂ ਉਹਨਾਂ ਦਾ ਕਮੈਂਟ ਬੜਾ ਇੰਪੋਰਟੈਂਟ ਆ। ਉਹਨਾਂ ਨੇ ਟਰਮ ਯੂਜ਼ ਕੀਤੀ ਆ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ। ਤਾਂ ਇਹ ਮਤਲਬ ਇੱਕ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਅੱਜ ਅਮਰਵੀਰ ਸਿੰਘ ਦੀ ਗੱਲ ਸਾਰੇ ਪਾਸੇ ਹੋ ਹੀ ਰਹੀ ਆ ਕਿ ਜਿਵੇਂ ਹਰਦੀਪ ਸਿੰਘ ਨਿੱਜਰ ਤੇ ਅਟੈਕ ਕੀਤਾ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਹੁਣ ਪਿਛਲੇ ਦਿਨੀ ਕੈਲੀਫੋਰਨੀਆ ਦੇ ਵਿੱਚ ਜਿਵੇਂ ਇੱਕ ਸਿੱਖ ਐਕਟਿਵਿਸਟ ਦੇ ਉੱਤੇ ਹਮਲਾ ਹੋਇਆ ਜਿਹਦੀ ਜਾਂਚ ਚੱਲ ਰਹੀ ਆ ਹਜੇ, ਤੇ ਭਾਈ ਅਵਤਾਰ ਸਿੰਘ ਖੰਡੇ ਦਾ ਮਾਮਲਾ ਹੋ ਗਿਆ, ਚਾਹੇ ਭਾਈ ਪੰਜਵੜ ਦਾ ਮਾਮਲਾ ਹੋ ਗਿਆ, ਵੀ ਜਿੱਥੇ ਸਿੱਧਾ ਕਤਲ ਕੀਤੇ ਗਏ ਆ। ਪਰ ਇੱਕ ਤਰੀਕਾ ਜਿਹੜਾ ਹੁਣ ਇਹ ਵਰਤ ਰਹੇ ਆ ਵੀ ਜਿੱਥੇ ਇੱਕ ਕਮਿਊਨਿਟੀ ਨੂੰ ਤੁਸੀਂ ਆਪ ਕਤਲ ਵੀ ਕਰ ਰਹੇ ਹੋ ਪਹਿਲਾਂ, ਫਿਰ ਉਸ ਕਮਿਊਨਿਟੀ ਨੂੰ ਦੋਸ਼ੀ ਵੀ ਬਣਾ ਰਹੇ ਹੋ ਆਪਣੇ ਨੈਰੇਟਿਵ ਦੇ ਟੂਲਸ ਦੇ ਰਾਹੀਂ, ਤੇ ਉਹਦੇ ਲਈ ਸ਼ਬਦ ਵਰਤਿਆ ਆ ਕਿ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੀ। ਇਹ ਡੈਨ ਸਟੈਂਟਨ ਹੈ ਤੇ ਉਹ ਕਹਿੰਦੇ ਆ ਵੀ ਜਿਹੜਾ ਮਤਲਬ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸ ਕਰਕੇ ਆ ਵੀ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ, ਅਮਰੀਕਨ ਹਿੰਦੂ ਫਾਊਂਡੇਸ਼ਨ ਹੋ ਗਈ ਜਾਂ ਇਹ ਜਿਹੜੀ ਨਾਰਥ ਅਮਰੀਕਾ ਹਿੰਦੂਜ਼ ਵਾਲੀ ਜਿਹੜੀ ਇਹ ਹੈਗੀ ਹੈ ਇਹਨਾਂ ਦੀ ਸਾਰਾ, ਵੀ ਇਹ ਸਾਰਾ ਕੁਛ ਇੰਡੀਆ ਦੇ ਜਿਹੜਾ ਇੰਡੀਅਨ ਸਟੇਟ ਆ ਵੀ ਉਸੇ ਦਾ ਪਾਰਟ ਆ, ਉਸੇ ਦੀਆਂ ਫੋਰਨ ਵਿੰਗਸ ਨੇ ਉਸੇ ਦੇ, ਤੇ ਉਹਦੇ ਪੈਸੇ ਤੇ ਜਾਂ ਉਹਦੇ ਰਿਸੋਰਸਿਸ ਦੇ ਉੱਤੇ ਹੀ ਇਹ ਕੰਮ ਕਰਦੀਆਂ ਤੇ ਉਹਦੇ ਤੋਂ ਹੁਕਮ ਲੈ ਕੇ ਇਹ ਕੰਮ ਕਰਦੀਆਂ। ਵੀ ਜਿਹੜਾ ਮਤਲਬ ਇੱਕ ਤਾਂ ਸਿੱਧੇ ਬੰਦੇ ਮਾਰੇ ਉਹਨਾਂ ਨੇ, ਬੰਦੇ ਹਾਇਰ ਕਰਕੇ ਇੱਥੇ, ਤੇ ਹੁਣ ਫਿਰ ਜਿਹੜਾ ਇਹ ਨੈਰੇਟਿਵ ਵੀ ਆਪਣਾ ਪੁਸ਼ ਕਰ ਰਿਹਾ ਇਹਨਾਂ ਆਰਗੇਨਾਈਜੇਸ਼ਨ ਦੇ ਰਾਹੀਂ, ਇਹ ਵੀ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਜੀ। ਤੇ ਇਸ ਕਰਕੇ ਅਮਰਵੀਰ ਸਿੰਘ ਜੀ ਇਹ ਮਸਲਾ ਮੈਂ ਜਿਵੇਂ ਪਹਿਲਾਂ ਕਿਹਾ ਪਿਛਲੇ ਅਸੀਂ ਸੈਗਮੈਂਟ 'ਚ ਗੱਲ ਕੀਤੀ ਕਿ ਇੰਡੀਆ ਜਿਹੜਾ ਆ ਉਹ ਸਿਰਫ ਸਿੱਖਾਂ ਦੇ ਉੱਤੇ ਅਟੈਕ ਨਹੀਂ ਕਰ ਰਿਹਾ ਜੀ। ਇੰਡੀਆ ਅਮਰੀਕਾ ਜਾਂ ਅਮਰੀਕਾ ਦੇ ਜਿਹੜੇ ਅਲਾਏ ਕੰਟਰੀਜ਼ ਆ, ਖਾਸ ਤੌਰ ਤੇ ਕੈਨੇਡਾ, ਉਹਨਾਂ ਦੀ ਸੋਵਰੇਨਿਟੀ ਤੇ ਵੀ ਅਟੈਕ ਕਰ ਰਿਹਾ, ਉਹਨਾਂ ਦੇ ਇੰਸਟੀਚਿਊਟਸ ਤੇ ਅਟੈਕ ਕਰ ਰਿਹਾ, ਉਹਨਾਂ ਦੀਆਂ ਇਲੈਕਸ਼ਨਸ ਦੇ ਵਿੱਚ ਇੰਟਰਫੇਰੈਂਸ ਦੀ ਕੋਸ਼ਿਸ਼ ਕਰ ਰਿਹਾ, ਜਿਹੜੀਆਂ ਕਿ ਗੱਲਾਂ ਪ੍ਰੂਵ ਹੋ ਚੁੱਕੀਆਂ ਆ, ਜਿਹਨਾਂ ਦੀ ਇਨਕੁਆਇਰੀਜ਼ ਚੱਲ ਰਹੀਆਂ ਆ। ਤਾਂ ਇੰਡੀਆ ਜਿਹੜਾ ਆ ਉਹ ਇਸ ਟਾਈਮ ਅਸੀਂ ਕਹਿ ਸਕਦੇ ਹਾਂ ਕਿ
ਮਤਲਬ ਇਹ ਵੀ ਕਿਹਾ ਜਾ ਸਕਦਾ ਵੀ ਇੰਡੀਆ ਨੇ, ਦੇਖੋ ਅਮਰਵੀਰ ਸਿੰਘ ਜੀ, ਲਗਾਤਾਰ ਇਹ ਨੈਰੇਟਿਵ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਸਾਡੇ ਹਜ਼ਾਰਾਂ ਨੌਜਵਾਨ ਕਤਲ ਕੀਤੇ ਇੰਡੀਆ ਨੇ, ਸਾਡੀਆਂ ਧੀਆਂ ਭੈਣਾਂ ਬੇਪਤ ਕੀਤੀਆਂ, ਜਿਹਨੂੰ ਕਹਿੰਦੇ ਹੁੰਦੇ ਆ ਵੀ ਪੂਰਾ ਆਪਣਾ ਜ਼ੋਰ ਲਾਇਆ, ਜ਼ੁਲਮ ਦੀ ਹੱਦ ਮੁਕਾਈ ਸਿੱਖਾਂ ਦੀ ਪੋਲੀਟੀਕਲ ਐਸਪੀਰੇਸ਼ਨ ਨੂੰ ਖਤਮ ਕਰਨ ਲਈ। ਪਰ ਸਿੱਖ ਆਪਣੇ ਘਰਾਂ ਚੋਂ ਉੱਜੜੇ, ਆਪਣੇ ਘਰ ਘਾਟ ਛੱਡ ਕੇ ਵਿਦੇਸ਼ਾਂ 'ਚ ਬੈਠੇ। ਜਿੰਨੇ ਸਿੱਖ ਜਿਹੜੇ 3-3 4-4 ਦਹਾਕੇ ਹੋ ਗਏ ਮੁੜ ਕੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਜਿਨ੍ਹਾਂ ਨੂੰ ਸਬੱਬ ਨਹੀਂ ਬਣਿਆ ਵੀ ਉਹ ਆਪਣੇ ਸਟੈਂਡ ਤੇ ਆਪਣੀ ਪੋਲੀਟੀਕਲ ਐਸਪੀਰੇਸ਼ਨ ਦੇ ਉੱਤੇ ਖੜੇ ਆ, ਆਪਣੇ ਕੌਮੀ ਸੰਘਰਸ਼ ਨਾਲ ਖੜੇ ਆ, ਉਹਨਾਂ ਨੂੰ ਇੰਡੀਆ ਆਪਣੀ ਜਨਮ ਭੂਮੀ ਤੇ ਜਾਣ ਦੀ ਪਰਮਿਸ਼ਨ ਨਹੀਂ ਦਿੰਦਾ ਜੀ। ਤੇ ਮਤਲਬ ਇਹ ਸਾਰਾ ਕੁਝ ਸਿੱਖਾਂ ਨੇ ਸਹਿਆ, ਜ਼ਬਰ ਵੀ ਸਹਿਆ। ਉਹਦੇ ਬਾਵਜੂਦ ਵੀ ਜਿਹੜੀ ਸਿੱਖ ਪੋਲੀਟੀਕਲ ਮੂਵਮੈਂਟ ਆ, ਜਿਹਦੇ ਬਾਰੇ ਇੰਡੀਆ ਇਹ ਗੱਲ ਕਹਿੰਦਾ ਰਿਹਾ ਕਿ ਅਸੀਂ ਸਨੱਬ ਕਰਤੀ ਆ, ਉਹ ਇੰਨਾ ਜ਼ੁਲਮ ਕਰਨ ਤੋਂ ਬਾਅਦ ਵੀ ਅੱਜ ਇਹ ਸਬੂਤ ਆ ਵੀ ਉਹ ਸਨੱਬ ਨਹੀਂ ਹੋਈ ਆ, ਬਲਕਿ ਉਹ ਮਜ਼ਬੂਤ ਹੋਈ ਆ, ਜਿਹਦੇ ਚੱਲਦੇ ਆ ਸਾਰੀ ਇੰਡੀਆ ਦੀ ਫੋਰਨ ਪੋਲਿਸੀ ਅੱਜ ਇਸ ਗੱਲ ਦੇ ਉੱਤੇ ਡਿਸਾਈਡ ਹੋ ਰਹੀ ਆ ਕਿ ਸਿੱਖਾਂ ਦੇ ਨਾਲ ਇੰਡੀਆ ਦਾ ਕੀ ਰਿਲੇਸ਼ਨ ਆ। ਤੁਸੀਂ ਦੇਖੋ, ਮਤਲਬ ਇੱਕ ਛੋਟੀ ਗੱਲ ਨਹੀਂ ਆ, ਇੱਕ ਬਹੁਤ ਵੱਡੀ ਗੱਲ ਆ ਕਿ ਇੰਡੀਆ ਦੀ ਸਾਰੀ ਫੋਰਨ ਪੋਲਿਸੀ ਅੱਜ ਇਸ ਗੱਲ ਦੇ ਸਿੱਖਾਂ ਦੇ ਉੱਤੇ ਡਿਸਾਈਡ ਹੋ ਰਹੀ ਆ। ਅੱਜ ਉਹਦੇ ਦੁਨੀਆ ਦੇ ਸਾਰੇ ਮੁਲਕਾਂ ਦੇ ਨਾਲ ਜਿਹੜੇ ਰਿਸ਼ਤੇ ਆ ਉਹਦੇ ਚ ਸਿੱਖ ਫੈਕਟਰ ਸਭ ਤੋਂ ਇੰਪੋਰਟੈਂਟ ਫੈਕਟਰ ਆ। ਮੈਨੂੰ ਲੱਗਦਾ ਹੋਰ ਕਿਸੇ ਕੌਮ ਦਾ ਫੈਕਟਰ ਇੰਨਾ ਇੰਪੋਰਟੈਂਟ ਫੈਕਟਰ ਨਹੀਂ ਆ। ਉੱਥੇ ਹੋਰ ਵੀ ਕੌਮਾਂ ਸੰਘਰਸ਼ ਕਰ ਰਹੀਆਂ, ਤਾਂ ਸਿੱਖਾਂ ਨੂੰ ਹਮੇਸ਼ਾ ਕਈ ਵਾਰ ਇਹ ਗੱਲ ਆ ਜਾਂਦੀ ਹੈ ਕਿ ਅਸੀਂ ਸ਼ਾਇਦ ਸੰਘਰਸ਼ ਸਾਤੋਂ ਲੜਿਆ ਨਹੀਂ ਗਿਆ ਜਾਂ ਅਸੀਂ ਹਾਰ ਗਏ, ਜਾਂ ਕਈ ਬੰਦੇ ਇਹ ਵੀ ਗੱਲਾਂ ਕਰਦੇ ਆ। ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਹੋ ਜਾਣੀ ਚਾਹੀਦੀ ਆ ਵੀ ਜਿਹੜੀ ਸਿੱਖ ਸਟਰਗਲ ਆ ਉਹ ਸਿੱਖਾਂ ਨੇ ਬੜੀ ਸਿਆਣਪ ਨਾਲ, ਬੜੀ ਦਲੇਰੀ ਨਾਲ ਉਹ ਸੰਘਰਸ਼ ਕੀਤਾ ਆ। ਰਾਜ ਹਾਸਲ ਕਰਨ ਦੇ ਸੰਘਰਸ਼ ਕੋਈ ਇੱਕ ਦਿਨ ਦੀ ਕਹਾਣੀ ਨਹੀਂ ਹੁੰਦੀ ਆ, ਪਰ ਹਜੇ ਕੋਈ ਬਹੁਤ ਲੰਮਾ ਸਮਾਂ ਵੀ ਨਾ ਹੋਇਆ ਜਦੋਂ ਤੋਂ ਭਾਰਤ ਨੇ ਧੋਖਾ ਕੀਤਾ ਸਿੱਖਾਂ ਦੇ ਨਾਲ। ਕਿਉਂਕਿ ਪਹਿਲਾਂ ਤਾਂ ਸਿੱਖਾਂ ਨੇ ਯਕੀਨ ਕੀਤਾ ਸੀ ਭਾਰਤ ਤੇ, ਫਿਰ ਸਿੱਖਾਂ ਨਾਲ ਜਦੋਂ ਧੋਖਾ ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਤਾਂ ਉਸ ਤੋਂ ਬਾਅਦ ਹੁਣ 40 ਸਾਲ ਦਰਬਾਰ ਸਾਹਿਬ ਤੇ ਹਮਲੇ ਨੂੰ ਲਗਭਗ ਮਨਾ ਰਹੇ ਆ। ਪਰ ਇਹਨਾਂ 40 ਸਾਲਾਂ ਦੇ ਵਿੱਚ ਸਿੱਖਾਂ ਦੀ ਸਟਰਗਲ ਨੇ ਹਰ ਤਰੀਕੇ ਦੇ ਨਾਲ ਇੰਡੀਆ ਦੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨਾਸੀ ਧੂੰਆਂ ਕੀਤਾ ਹੋਇਆ, ਤੇ ਇੰਡੀਆ ਦੀ ਸਾਰੀ ਫੋਰਨ ਪੋਲਿਸੀ ਅੱਜ ਸਿੱਖ ਫੈਕਟਰ ਦੇ ਉੱਤੇ ਡਿਸਾਈਡ ਹੋ ਰਹੀ ਆ। ਤੇ ਇੰਡੀਆ ਸੌਫਟ ਟ੍ਰਾਂਸਲੇਸ਼ਨ ਰਿਪਰੈਸ਼ਨ ਦੇ ਨਾਲ ਵੀ ਤੇ ਹਾਰਡ ਟ੍ਰਾਂਸਲੇਸ਼ਨ ਰਿਪਰੈਸ਼ਨ, ਮੈਂ ਉਹ ਸੌਫਟ ਦੇ ਕਾਊਂਟਰ 'ਚ ਹਾਰਡ ਵਰਡ ਯੂਜ਼ ਕਰ ਰਿਹਾ, ਕਿ ਹਰ ਤਰੀਕੇ ਦੇ ਨਾਲ ਜਿਹੜਾ ਸਿੱਖ ਐਸਪੀਰੇਸ਼ਨ ਆ ਉਹਨੂੰ ਸਨੱਬ ਕਰਨਾ ਚਾਹੁੰਦਾ ਹੈ। ਤੇ ਨਾਲ ਪੰਜਾਬ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਪੋਲੀਟੀਕਲ ਇਨਸਟੇਬਿਲਿਟੀ ਆਈ ਹੋਈ ਆ, ਸਿੱਖ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਸਿੱਖਾਂ ਦੇ ਵਿੱਚੋਂ ਮਨਫੀ ਕਰਵਾਇਆ ਗਿਆ ਬਾਦਲਾਂ ਨੂੰ ਯੂਜ਼ ਕਰਕੇ, ਤੇ ਹੁਣ ਅੱਗੇ ਫਿਰ ਗਾਂ ਤੋਂ ਦੁਬਾਰਾ ਫੇਰ ਸਿੱਖਾਂ ਨੂੰ ਆਪਣੇ ਕਿਸੇ ਨਾ ਕਿਸੇ ਅਸੀਂ ਕਹਿ ਸਕਦੇ ਹਾਂ ਕਿ ਤਰੀਕੇ ਦੇ ਨਾਲ ਇੰਡੀਆ ਆਪਣੇ ਨਾਲ ਨੱਥੀ ਕਰਨਾ ਚਾਹੁੰਦਾ ਆ, ਜਿਹਦੇ ਚ ਸਾਰੇ ਸਾਂਵ ਦਾਮ ਦੰਡ ਭੇਦ ਸਾਰੇ ਤਰੀਕੇ ਫੇਰ ਵਰਤ ਰਿਹਾ ਆ, ਜਿਹੜੀ ਉਹਨਾਂ ਦੀ ਟ੍ਰੈਡੀਸ਼ਨ ਦਾ ਹਿੱਸਾ ਆ। ਪਰ ਇਸ ਸਮੇਂ ਸਿੱਖਾਂ ਦੇ ਲਈ ਇਹ ਜ਼ਰੂਰੀ ਆ, ਭਾਵੇਂ ਪੰਜਾਬ 'ਚ ਬੈਠੇ ਆ ਭਾਵੇਂ ਕਿਤੇ ਵੀ ਬੈਠੇ ਆ, ਸਿੱਖਾਂ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ। ਦੇਖੋ, ਸੰਘਰਸ਼ ਕਰਦੇ ਆ, ਰਾਜ ਲੈਂਦੇ ਆ, ਕੋਈ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਡੀਆ ਦੇ ਨਾਲ ਕਦੇ ਡਾਇਲੋਗ ਨਹੀਂ ਕਰਨਾ, ਗੱਲਬਾਤ ਨਹੀਂ ਕਰਨੀ, ਜਾਂ ਕਦੇ ਕਿਸੇ ਹੋਰ ਮੁਲਕ ਦੇ ਨਾਲ ਗੱਲਬਾਤ ਨਹੀਂ ਕਰਨੀ। ਟੇਬਲ ਟਾਕ ਦੇ ਉੱਤੇ ਹੀ ਜਿਹੜੇ ਆ ਜਿੱਤਾਂ ਹਾਰਾਂ ਦੇ ਫੈਸਲੇ ਹੁੰਦੇ ਆ। ਪਰ ਅਲਟੀਮੇਟਲੀ ਹਰ ਸਿੱਖ ਮਨ ਨੂੰ, ਹਰ ਸਿੱਖ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਆ ਕਿ ਸਿੱਖ ਕਦੇ ਵੀ ਐਜ਼ ਅ ਕੌਮ ਕਿਸੇ ਹੋਰ ਕੌਮ ਦੇ ਅਧੀਨ, ਕਿਸੇ ਹੋਰ ਕੌਮ ਦੇ ਗੁਲਾਮ ਨਹੀਂ ਰਹਿ ਸਕਦੇ। ਤੇ ਸਿੱਖਾਂ ਦਾ ਉਸ ਖਿੱਤੇ ਦੇ ਵਿੱਚ ਜਿਹੜਾ ਪਾਤਸ਼ਾਹੀ ਦਾਅਵਾ ਆ ਉਹ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਾਲ ਸਥਾਪਿਤ ਹੋਇਆ। ਤੇ ਸਿੱਖਾਂ ਦੇ ਨਾਲ, ਸਿੱਖਾਂ ਦੀ ਕਿਸੇ ਵੀ ਲੀਡਰਸ਼ਿਪ ਨੇ ਕਿਸੇ ਹੋਰ ਧਿਰ ਦੇ ਨਾਲ ਕਦੇ ਵੀ ਡਾਇਲੋਗ ਸੰਵਾਦ ਕਰਨਾ ਆ ਤਾਂ ਉਹਦਾ ਇੱਕੋ ਇੱਕ ਜਿਹੜਾ ਮੂਲ ਆਧਾਰ ਹੋਣਾ ਚਾਹੀਦਾ ਆ, ਉਹ ਸਿੱਖ ਸੋਵਰੇਨਿਟੀ ਹੋਣਾ ਚਾਹੀਦਾ ਆ। ਤੇ ਉਸ ਤੋਂ ਬਿਨਾਂ ਸਿੱਖ ਪੋਲਿਟਿਕਸ ਦਾ ਕੋਈ ਹੋਰ ਜਿਹੜਾ ਆ ਏਜੰਡਾ ਨਹੀਂ ਹੋਣਾ ਚਾਹੀਦਾ। ਅੱਜ ਦਾ ਸਮਾਂ ਇਸ ਗੱਲ ਦੀ ਡਿਮਾਂਡ ਕਰਦਾ ਹੈ। ਤੇ ਸਾਰੇ ਸਿੱਖਾਂ ਨੂੰ ਜੋ ਇਹ ਸਟੋਰੀ ਦੱਸ ਰਹੀ ਆ ਵੀ ਕਿੰਨੇ ਵੱਡੇ ਪੱਧਰ ਤੇ ਅਟੈਕ ਹੋ ਰਹੇ ਆ, ਜੋ ਵੀ ਕੀਤਾ ਜਾ ਰਿਹਾ, ਉਸ ਸਾਰੇ ਦੇ ਵਿੱਚ ਸਿੱਖਾਂ ਨੂੰ ਆਪਣਾ ਸਟੈਂਡ ਇਸ ਗੱਲ ਤੇ ਸਪਸ਼ਟ ਕਰਨਾ ਚਾਹੀਦਾ ਹੈ। ਜੀ ਬਿਲਕੁਲ, ਮੈਂ ਥੋੜਾ ਜਿਹਾ ਐਲੈਬੋਰੇਟ ਕਰਨਾ ਚਾਹੂੰਗਾ ਇਹਦੇ ਉੱਤੇ। ਹਾਲਾਂਕਿ ਤੁਸੀਂ ਸਾਰੀ ਗੱਲ ਕਰ ਦਿੱਤੀ ਹੈ, ਪਰ ਜਿਹੜਾ ਸਟੋਰੀ ਦੇ ਵਿੱਚ ਪ੍ਰੀਸਾਈਜ਼ਲੀ ਲਿਖਿਆ ਹੋਇਆ ਸਾਡੇ ਦਰਸ਼ਕਾਂ ਦੇ ਲਈ ਜਾਂ ਸਾਡੇ ਲਈ ਇਹ ਸਮਝਣ ਦੇ ਲਈ ਜ਼ਰੂਰੀ ਹੈ ਕਿ ਇਸ ਵਕਤ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਹੈ, ਜਾਂ ਬੀਤੇ ਸਾਲ ਦੇ ਵਿੱਚ ਜਦੋਂ ਅਸੀਂ ਆਪਣੇ ਪੱਖ ਤੋਂ ਦੇਖ ਰਹੇ ਹਾਂ ਕਿ ਇੱਕ ਅਵੇਅਰਨੈਸ ਹੈ
ਸਿੱਖ ਕੇਸ ਨੂੰ, ਸਿੱਖਾਂ ਦੇ ਰਿਲੇਸ਼ਨਸ਼ਿਪ ਨੂੰ ਇੰਡੀਆ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਇਹੀ ਚੀਜ਼ ਜਿਹੜੀ ਸਟੇਟ ਹੈ, ਇੰਡੀਅਨ ਸਟੇਟ, ਉਹ ਵੀ ਦੇਖ ਰਹੀ ਹੈ ਤੇ ਉਹ ਇਹਦੇ ਵਿੱਚ ਕਿਸ ਲੈਵਲ ਤੇ ਜਾ ਕੇ ਆਪਣਾ ਪ੍ਰੋਪੇਗੈਂਡਾ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਮਝਣ ਦੇ ਲਈ ਮੈਂ ਇਹਨਾਂ ਦੀ ਜਿਹੜੀ ਇਹ ਸੈਕਰਾਮੈਂਟੋ ਬੀ ਦੀ ਰਿਪੋਰਟ ਹੈਗੀ ਆ, ਇਸ ਦੇ ਵਿੱਚੋਂ ਉਹ ਪੜ੍ਹਨਾ ਚਾਹੂੰਗਾ ਕਿ ਅਪ੍ਰੈਲ ਦੇ ਵਿੱਚ ਜਦੋਂ ਇਹਨਾਂ ਨੇ ਕਾਨਫਰੰਸਿਸ ਕੀਤੀਆਂ ਨੇ, ਉਹਦੇ 'ਚ ਲਿਖਦੇ ਆ, ਇਨ April dozens of police chiefs, district attorneys and federal law enforcement officials attended a day-long combating rising Hindu phobia conference. The event included an hour-long training on Khalistan movement titled Hate, Violence and Extremism. Conference training materials stated that Khalistani leaders are linked to terrorism. ਇਹ ਇੰਪੋਰਟੈਂਟ ਹੈ ਇੱਥੇ ਸਮਝਣ ਦੇ ਲਈ ਕਿ ਇਹ ਦੋ ਆਰਗੇਨਾਈਜੇਸ਼ਨਸ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਹਿੰਦੂ ਅਮਰੀਕਨ ਫਾਊਂਡੇਸ਼ਨ ਹੋਵੇ ਜਾਂ ਫਿਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਹੋਵੇ, ਇਹਨਾਂ ਦੇ ਥੱਲੇ ਇਹਨਾਂ ਵੱਲੋਂ ਲੋਕਲ ਅਥਾਰਟੀਜ਼ ਹਰ ਇੱਕ ਡਿਪਾਰਟਮੈਂਟ ਦੇ ਨਾਲ, ਮੇਅਰ ਦੇ ਡਿਪਾਰਟਮੈਂਟ ਦੇ ਨਾਲ, ਲਾਅ ਇਨਫੋਰਸਮੈਂਟ ਦੇ ਨਾਲ, ਅਟਰਨੀਜ਼ ਦੇ ਨਾਲ ਤੇ ਪੁਲਿਸ ਚੀਫਸ ਦੇ ਨਾਲ, ਉਹਨਾਂ ਦੇ ਡਿਪਾਰਟਮੈਂਟਸ ਤੱਕ ਡਾਇਰੈਕਟਲੀ ਪਹੁੰਚ ਕੀਤੀ ਜਾ ਰਹੀ ਹੈ। ਜਿਹੜਾ ਮੈਂ ਡਾਇਰੈਕਟਲੀ ਇਹ ਪੜ੍ਹਿਆ ਕਿ ਖਾਲਿਸਤਾਨੀਆਂ ਨੂੰ ਸਿੱਧਾ ਟੈਰਰਿਜ਼ਮ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਖਾਲਿਸਤਾਨ ਮੂਵਮੈਂਟ ਨੂੰ ਹੇਟ, ਵਾਇਲੈਂਸ ਤੇ ਐਕਸਟ੍ਰੀਮਿਜ਼ਮ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਆਪਣੇ ਪੈਸਿਆਂ ਦੇ ਉੱਤੇ ਉਹਨਾਂ ਨੂੰ ਲਿਆ ਕੇ ਬੁਲਾ ਕੇ ਇਹ ਨੈਰੇਟਿਵ ਇੱਥੋਂ ਦੀਆਂ ਏਜੰਸੀਆਂ ਦੇ ਵਿੱਚ ਧੱਕਿਆ ਜਾ ਰਿਹਾ ਹੈ। ਅੱਗੇ ਇਹ ਲਿਖਦੇ ਆ ਕਿ ਇਹਨਾਂ ਨੇ ਜਿਹੜਾ ਮਟੀਰੀਅਲ ਪ੍ਰੋਵਾਈਡ ਕੀਤਾ ਆ, ਉਹਦੇ ਵਿੱਚ ਸਿੱਧਾ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਖਾਲਿਸਤਾਨੀ ਆਗੂ ਹੈਗੇ ਆ, ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਐਕਸਟ੍ਰੀਮਿਸਟ ਤੇ ਟੈਰਰਿਜ਼ਮ ਦੇ ਨਾਲ ਉਹਨਾਂ ਦੇ ਕਨੈਕਸ਼ਨਸ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਆ। HAF, Hindu American Foundation, according to printed documents, made law enforcement suggestions in which they suggested that Khalistan activists be monitored. ਇਹਨਾਂ ਨੂੰ monitor ਕਰੋ। Law enforcement was encouraged to contact HAF for more information about protecting communities from Khalistani extremism and violence. HAF conducted at least one other training law enforcement in Mountain View, and a spokesperson said it plans to conduct many more. The organization has also raised funds to hold more meetings. ਫਿਰ ਨਾਲ ਹੀ ਇਹ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦਾ ਜ਼ਿਕਰ ਕਰਦਿਆਂ ਕਹਿੰਦੇ ਆ, it said that another non-profit organization said it was motivated by Khalistan-related Hindu phobia that played a pivotal role in lobbying against California anti-transnational repression legislation. ਜਿਹੜਾ ਜਸਮੀਤ ਬੈਂਸ ਵੱਲੋਂ ਲੈਜਿਸਲੇਸ਼ਨ ਪੇਸ਼ ਕੀਤਾ ਗਿਆ ਸੀ, ਉਹਦੀ ਵਿਰੋਧਤਾ ਇਹਨਾਂ ਨੇ ਕੀਤੀ ਤੇ ਉਹਨੂੰ ਇਵੈਂਚੁਅਲੀ ਇਹਨਾਂ ਨੇ ਸੈਨੇਟ ਐਪਰੋਪ੍ਰੀਏਸ਼ਨਸ ਕਮੇਟੀ ਦੇ ਵਿੱਚ ਜਾ ਕੇ ਉੱਥੇ ਉਹਨੂੰ ਕਿਲ ਕੀਤਾ। ਮਤਲਬ ਇਸ ਕਿਸਮ ਦੀ ਇਹ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਨੇ, ਜਿਵੇਂ ਤੁਸੀਂ ਇਵੈਂਚੁਅਲੀ ਜ਼ਿਕਰ ਕੀਤਾ ਡੈਨ ਸਟੈਂਟਨ ਦਾ, ਉਹ ਫਿਰ ਉਹਨਾਂ ਨੇ ਇਹਨਾਂ ਸਾਰੀਆਂ ਐਕਟੀਵਿਟੀਜ਼ ਨੂੰ ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਾਂ ਦਿੱਤਾ ਕਿ ਇਸ ਵਕਤ ਅਮਰੀਕਾ ਜਾਂ ਕੈਨੇਡਾ ਦੀਆਂ ਏਜੰਸੀਜ਼ ਇੱਥੋਂ ਦੇ ਕਾਨੂੰਨ ਘਾੜੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਡਾਇਰੈਕਟ ਅਟੈਕ ਦੇ ਵਜੋਂ ਦੇਖ ਰਹੇ ਆ, ਜਿਹੜੀ ਸਿੱਧਾ ਅਟੈਕ ਕਤਲੋਗਾਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜਿਹੜੀਆਂ ਐਕਟੀਵਿਟੀਜ਼ ਨੇ, ਇਹ ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਨੇ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਅਮਰੀਕਾ ਕੈਨੇਡਾ ਦੀ ਧਰਤੀ ਦੇ ਉੱਤੇ, ਅਸੀਂ ਵੱਡੇ ਲੈਵਲ ਦੇ ਉੱਤੇ ਦੇਖ ਰਹੇ ਹਾਂ। ਫਿਰ ਦੂਜੀ ਵੱਡੀ ਗੱਲ ਹੋਰ ਇੰਪੋਰਟੈਂਟ, ਜਦੋਂ ਅਸੀਂ ਪ੍ਰੋਪੇਗੈਂਡੇ ਦੀ ਜਾਂ ਇੱਕ ਨੈਰੇਟਿਵ ਸਿਰਜਣ ਦੀ ਗੱਲ ਕਰਦੇ ਹਾਂ ਜਿਹੜੀ ਕਿ ਕੰਪਲੀਟਲੀ ਬੇਸਲੈਸ ਹੁੰਦੀ ਹੈ, ਈਵਨ ਇਹ ਰਿਪੋਰਟ ਵੀ ਮੰਨਦੀ ਹੈ ਵੀ ਇਹ ਜਿਹੜੇ ਐਲੀਗੇਸ਼ਨਸ ਨੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ। ਜਿਹੜੇ ਥੋੜੇ ਬਹੁਤ ਪ੍ਰੂਫ ਨਿਊਜ਼ ਕਲਿੱਪਿੰਗਸ ਦੇ ਆਧਾਰ ਦੇ ਉੱਤੇ ਦਿੱਤੇ ਜਾਂਦੇ ਨੇ, ਉਹਨਾਂ ਦੇ ਵਿੱਚ ਵੀ ਸਬਸਟੈਂਸ ਨਹੀਂ ਹੁੰਦਾ ਜਾਂ ਉਹਨਾਂ ਦਾ ਕੋਈ ਸੋਰਸ ਨਹੀਂ ਹੁੰਦਾ।
ਉਹ ਜਿਵੇਂ ਆਮ ਤੌਰ ਤੇ ਕੀਤਾ ਜਾਂਦਾ ਵੀ ਉਹ ਪਲਾਂਟਡ ਸਟੋਰੀਜ਼ ਦੇ ਆਧਾਰ ਦੇ ਉੱਤੇ ਨਿਊਜ਼ ਕ੍ਰੀਏਟ ਕੀਤੀ ਜਾਂਦੀ ਹੈ, ਉਹ ਨਿਊਜ਼ ਫਿਰ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਇੱਕ ਸਬੂਤ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾਂਦੀ ਹੈ। ਹੁਣ ਉਹ ਨੈਰੇਟਿਵ ਕੀ ਸੈੱਟ ਕਰਨਾ ਚਾਹੁੰਦੇ ਆ ਜਾਂ ਉਹ ਦੱਸਦੇ ਕੀ ਨੇ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ, ਉਹ ਇਹਨਾਂ ਨੇ ਗੱਲ ਕੀਤੀ ਹੈ। ਇਨ ਅ ਟੈਲੀਫੋਨਿਕ ਇੰਟਰਵਿਊ ਰਮਈਆ ਰਾਮਾਕ੍ਰਿਸ਼ਨਨ, Hindu American Foundation Community Outreach Director and one of the principal organizers of the April conference, stated that 6 Sikh places of worship called Gurdwaras had been home to illegal drugs and weapons. ਫਿਰ ਉਹ ਇਹ ਤੋਂ ਅੱਗੇ ਵਧਦਿਆਂ ਕਹਿੰਦਾ ਆ, have you been doing research on Khalistan movement at all? Ramakrishnan said, some of their places of worship in Fremont or in other places have been, there is a lot of drugs and weapons, so that they are connected to organized crime. ਹੁਣ ਇਹ ਗੱਲਾਂ ਡਾਇਰੈਕਟਲੀ ਇਹਨਾਂ ਵੱਲੋਂ ਇਹਨਾਂ ਕਾਨਫਰੰਸਿਸ ਦੇ ਰਾਹੀਂ ਜਿਵੇਂ ਮੈਂ ਜ਼ਿਕਰ ਕੀਤਾ ਰਾਮਾਕ੍ਰਿਸ਼ਨਨ ਦਾ, ਇਹਨਾਂ ਵੱਲੋਂ ਡਾਇਰੈਕਟਲੀ ਇਹ ਪ੍ਰੋਪੇਗੈਂਡਾ ਫੀਡ ਕੀਤਾ ਜਾ ਰਿਹਾ ਆ ਇੱਥੋਂ ਦੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ, ਅਟਰਨੀਜ਼ ਨੂੰ, ਪਬਲਿਕ ਮੇਅਰ ਦੇ ਆਫਿਸਿਸ ਨੂੰ, ਸਾਰਿਆਂ ਨੂੰ ਇਸ ਕਿਸਮ ਦੀ ਉਹ ਕੀਤੀ ਜਾ ਰਹੀ ਹੈ। ਸੋ ਮਤਲਬ ਇੱਥੇ ਇਹ ਸਾਡੇ ਲਈ ਸਮਝਣ ਦੀ ਲੋੜ ਹੈਗੀ ਹੈ, ਜਿਹੜੀ ਇਹ ਸੈਕਰਾਮੈਂਟੋ ਬੀ ਹੈ, ਇਹਨਾਂ ਨੇ ਮਤਲਬ ਇਹ ਜਿਹੜੀ ਸਟੋਰੀ ਕੀਤੀ ਹੈ ਇਨਵੈਸਟੀਗੇਟਿਵ ਸਟੋਰੀ, ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਦ ਬੀ ਰਿਵਿਊਡ ਓਵਰ 1000 pages of emails and documents through public records requested to Santa Clara District Attorney's Office। ਸੋ ਮਤਲਬ ਇਹਨਾਂ ਨੇ ਇੱਕ ਰਿਸਰਚ ਬੇਸਡ ਸਟੋਰੀ ਉਹ ਕੀਤੀ ਹੈ ਜਿਹਦਾ ਆਧਾਰ ਇਸ ਕਿਸਮ ਦਾ ਅਸੀਂ ਦੇਖ ਰਹੇ ਹਾਂ ਇਸ ਵਕਤ। ਸੋ ਇੱਥੇ ਇਹ ਸਮਝਣ ਵਾਲੀ ਗੱਲ ਹੈ ਵੀ ਭਾਈ ਇਸ ਵਕਤ ਵੀ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਤੇ ਗੱਲ ਕੱਲੀ ਡਾਇਰੈਕਟਲੀ ਆ ਕੇ ਮਾਰਨ ਦੀ ਨਹੀਂ, ਤੁਹਾਡੇ ਓਪੀਨੀਅਨ ਨੂੰ, ਤੁਹਾਡੀਆਂ ਜ਼ਿੰਦਗੀਆਂ ਨੂੰ ਕਿਸ ਲੈਵਲ ਦੇ ਉੱਤੇ ਜਾ ਕੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਮਝਣ ਦੀ ਲੋੜ ਹੈ। ਤੇ ਅਸੀਂ ਇਹਦਾ ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਸ਼ਿਕਾਰ ਹੋ ਰਹੇ ਹਾਂ। ਈਵਨ ਐਜ਼ ਅ ਮੀਡੀਆ ਆਰਗੇਨਾਈਜੇਸ਼ਨ TV84 ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਸ ਕਿਸਮ ਦੀਆਂ ਰਿਸਟ੍ਰਿਕਸ਼ਨਸ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਸਾਡੀ ਆਊਟਰੀਚ ਨੂੰ ਕਰਬ ਕਰਨ ਦੇ ਲਈ ਐਲਗੋਰਿਦਮਸ ਦੇ ਰਾਹੀਂ ਕਿਵੇਂ ਕਰਬ ਕੀਤਾ ਜਾਂਦਾ, ਕਿਵੇਂ ਬੈਨ ਕੀਤਾ ਜਾਂਦਾ, ਕਿਵੇਂ ਸਾਡਾ ਫੇਸਬੁੱਕ ਪੇਜ ਉਡਾ ਦਿੱਤਾ ਗਿਆ, ਜਾਂ ਜਦੋਂ ਅਸੀਂ ਇੱਥੇ ਕੇਬਲ ਨੈਟਵਰਕਸ ਦੇ ਉੱਤੇ ਆਉਣ ਦੀ ਗੱਲ ਕਰਦੇ ਹਾਂ, ਕਿਵੇਂ ਡਿਸ਼ ਨੈਟਵਰਕ ਦੇ ਨਾਲ ਜਿਹੜੀ ਸਾਡੀ ਇੱਕ ਮੀਟਿੰਗ ਅੱਗੇ ਵਧਣ ਦੀ ਹੋਈ ਸੀ ਉਹਨੂੰ ਕਿਵੇਂ ਡੀਰੇਲ ਕੀਤਾ ਗਿਆ, ਕਿਵੇਂ ਪ੍ਰੋਪੇਗੈਂਡਾ ਫੀਡ ਕੀਤਾ ਗਿਆ। ਇਹ ਸਾਰੀਆਂ ਉਹ ਐਗਜ਼ਾਮਪਲਸ ਨੇ ਜਿਹੜੀਆਂ ਇਹ ਸੌਫਟ TNR, ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜੱਗ ਜ਼ਾਹਰ ਕਰਦੀਆਂ ਨੇ, ਜਿਹਦੇ ਤੇ ਸਾਨੂੰ ਧਿਆਨ ਕਰਨ ਦੀ ਲੋੜ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਜਿਹੜੇ ਸਾਡੇ ਵਿਊਅਰਸ ਇਸ ਵਕਤ ਜੁੜੇ ਹੋਏ ਆ ਸਾਡੇ ਨਾਲ, ਇਸੇ ਤਰ੍ਹਾਂ ਤੁਸੀਂ ਬਣੇ ਰਹੋ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਇਹ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ।
ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਜਦੋਂ ਅਸੀਂ RSS ਦੀ ਜਾਂ ਹਿੰਦੂਤਵਾਦ ਦੀ ਗੱਲ ਕਰਦੇ ਹਾਂ ਤੇ ਇੱਕ ਜਿਹੜਾ ਸੌਫਟਵੇਅਰ ਕਿਸਮ ਦਾ ਇੱਕ ਲੌਬਿੰਗ ਕੀਤੀ ਜਾਂਦੀ ਹੈ ਜਾਂ ਲੋਕਾਂ ਨੂੰ ਆਪਣੇ ਦਾਇਰਾਕਾਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਦੇ ਵਿੱਚ ਹਮੇਸ਼ਾ ਜਿਹੜਾ ਇੱਕ ਡੇਰਾਵਾਦ ਹੈ ਜਾਂ ਬਾਬਾਡਮ ਹੈ, ਇਹ ਵੱਖਰੀ ਵੱਖਰੀ ਧਾਰਾਵਾਂ ਦੇ ਤਹਿਤ ਉਸ ਕਿਸਮ ਦਾ ਪੇਸ਼ ਕੀਤਾ ਜਾ ਰਿਹਾ। ਅਸੀਂ ਇਹਦਾ ਜ਼ਿਕਰ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਅਸੀਂ ਦੇਖਦੇ ਹਾਂ। ਤਾਂ ਉਹਦੇ 'ਚ ਪੰਜਾਬ ਦੇ ਵਿੱਚ ਕਿਵੇਂ ਡੇਰਾਵਾਦ ਨੂੰ ਉਤਸ਼ਾਹਿਤ ਕੀਤਾ ਗਿਆ, ਉਹ ਆਪਣੀ ਥਾਂ ਤੇ ਸਾਡੇ ਸਾਹਮਣੇ ਐਗਜ਼ਾਮਪਲਸ ਨੇ। ਤੇ ਈਵਨ ਜਦੋਂ ਅਸੀਂ ਹਿੰਦੂਤਵਾ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਉਹ ਬਾਬਾ ਰਾਮਦੇਵ ਤੋਂ ਲੈ ਕੇ ਸ਼੍ਰੀ ਰਵੀ ਸ਼ੰਕਰ ਦਾ ਜ਼ਿਕਰ ਹੁੰਦਾ, ਜਾਂ ਅਸੀਂ ਸਾਊਥ ਵਾਲੇ ਇਹਨਾਂ ਦੀ ਅੱਜ ਦੀ ਜਿਹੜੀ ਇੱਕ ਮੇਜਰ ਸਟੋਰੀ ਹੈਗੀ ਆ ਜੱਗੀ ਵਾਸੁਦੇਵਾ ਦੇ ਹਵਾਲੇ ਨਾਲ, ਜਿਨ੍ਹਾਂ ਨੂੰ ਸਾਧਗੁਰੂ ਜੱਗੀ ਵਾਸੁਦੇਵਾ ਕਰਕੇ ਉਹ ਕੀਤਾ ਜਾਂਦਾ ਆ ਕਿ ਕੋਇੰਬਟੂਰ ਬੇਸਡ ਉਹਨਾਂ ਦੀ ਆਰਗੇਨਾਈਜੇਸ਼ਨ ਈਸ਼ਾ ਫਾਊਂਡੇਸ਼ਨ ਦੇ ਹਵਾਲੇ ਨਾਲ ਇੱਕ ਰੌਲਾ ਪੈ ਰਿਹਾ ਕਿ ਕਿਵੇਂ ਮਦਰਾਸ ਹਾਈ ਕੋਰਟ ਨੇ ਉਹਨਾਂ ਤੱਕ ਉਹ ਕੀਤਾ, ਇੱਕ ਇਨਵੈਸਟੀਗੇਸ਼ਨ ਚਲਾਈ ਤੇ ਹੁਣ ਸੁਪਰੀਮ ਕੋਰਟ ਤੱਕ ਉਹ ਗੱਲ ਪਹੁੰਚੀ ਤੇ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਉਹਦੇ ਤੇ ਇੱਕ ਸਟੇ ਉਹ ਕਰਦਿਆਂ ਤੇ ਆਪਣੇ ਉਹਦੇ 'ਚ ਲੈ ਲਈ ਹੈ ਸਾਰੀ ਗੱਲ। ਸੋ ਥੋੜ੍ਹਾ ਜਿਹਾ ਇਸ ਸਾਰੇ ਪੈਟਰਨ ਨੂੰ ਵੀ ਸਮਝੀਏ। ਮੈਂ ਤੁਹਾਡੇ ਕੋਲੋਂ ਚਾਹੂੰਗਾ ਤੁਸੀਂ ਥੋੜ੍ਹਾ ਜਿਹਾ ਬਰੀਫਲੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤੇ ਨਾਲ ਹੀ ਨਾਲ ਜਿਹੜਾ ਇਹ ਈਸ਼ਾ ਫਾਊਂਡੇਸ਼ਨ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਮਾਮਲਾ ਕੀ ਹੈ, ਇਹਦੀਆਂ ਵੀ ਡਿਟੇਲਸ ਥੋੜ੍ਹੀਆਂ ਜਿਹੀਆਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕੀਏ। ਬਿਲਕੁਲ ਅਮਰਵੀਰ ਸਿੰਘ ਜੀ, ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਹੁਣੇ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਹਿੰਦੂ ਅਮਰੀਕਾ ਫਾਊਂਡੇਸ਼ਨ ਜਾਂ ਹਿੰਦੂ ਆਰਗੇਨਾਈਜੇਸ਼ਨਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਬਾਰੇ ਇਹ ਸਪਸ਼ਟ ਆ ਜਾਂ ਪ੍ਰੂਵਡ ਆ ਕਿ ਉਹ RSS ਦਾ ਇੱਕ ਵਿੰਗ ਨੇ ਤੇ ਉਹ ਕਿਵੇਂ ਸਿੱਖਾਂ ਦੇ ਬਾਰੇ ਜਿਹੜਾ ਝੂਠਾ ਨੈਰੇਟਿਵ ਆ ਉਹ ਫਲੋਟ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਪਰ ਇਹਨਾਂ ਦੇ ਆਪਣੇ ਰਾਜ 'ਚ ਇਹ ਕੀ ਕਰ ਰਹੇ ਆ, ਉਹ ਜਿਹੜੀ ਇਹ ਜੱਗੀ ਸਤਿਗੁਰੂ ਵਾਲੀ ਸਟੋਰੀ ਆ, ਸਤਿਗੁਰੂ ਜਿਹੜਾ ਈਸ਼ਾ ਫਾਊਂਡੇਸ਼ਨ ਵਾਲਾ ਸਤਿਗੁਰੂ ਕਹਿੰਦੇ ਆ ਇਹਨੂੰ ਜੱਗੀ ਵਾਸੂਦੇਵ, ਵੀ ਇਹ ਸਪਸ਼ਟ ਕਰਦੀ ਆ ਵੀ ਕਿੰਨੇ ਕੁ ਇਹ ਮਤਲਬ ਨੀਚਤਾ ਦੀ ਕੋਈ ਹੱਦ ਹੁੰਦੀ ਆ। ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਪਿਓ ਨੇ ਅਪੀਲ ਦਰਜ ਕੀਤੀ ਕਿ ਮੇਰੀਆਂ 2 ਧੀਆਂ ਜਿਹੜੀਆਂ ਕਿ ਲੰਡਨ ਤੋਂ ਉਹਨਾਂ ਦੀ ਇੱਕ ਕੁੜੀ ਸ਼ਾਇਦ PhD ਕਰ ਰਹੀ ਸੀ ਜੀ, ਕਰਨ ਗਈ ਸੀ, ਉੱਥੋਂ ਉਹ ਕਿਸੇ ਤਰੀਕੇ ਦੇ ਨਾਲ ਇਹਦੇ ਸੰਪਰਕ 'ਚ ਆ ਗਈ ਤੇ ਜਿਹੜਾ ਇਹ ਜੱਗੀ ਸਤਿਗੁਰੂ ਹੈ ਇਹ ਯੋਗਾ ਕਰਾਉਂਦਾ ਆ। ਵੀ ਜਿਹੜੀ ਈਸ਼ਾ ਫਾਊਂਡੇਸ਼ਨ ਆ ਇਹਨਾਂ ਨੇ ਇੱਕ ਆਪਣਾ ਬਣਾਇਆ ਹੋਇਆ ਕਲਟ ਵਾਂਗ ਬਣਾਇਆ ਹੋਇਆ ਜਿਹਦੇ 'ਚ ਇਹ ਯੋਗਾ ਨੂੰ ਯੂਜ਼ ਕਰਦੇ ਆ। ਤੇ ਅਮਰਵੀਰ ਸਿੰਘ ਜੀ ਤੁਹਾਨੂੰ ਦੱਸਦੇ ਆ ਕਿ ਜਿਹੜਾ ਯੋਗਾ ਆ ਇਹਨੂੰ ਇਹ ਯੋਗ ਮਤ ਦੇ ਨਾਲ ਸੰਬੰਧਿਤ ਆ, ਪਰ ਇਹਨੂੰ ਫਿਰ ਸਨਾਤਨ ਜਿਹੜਾ ਕਿਵੇਂ ਬ੍ਰਾਹਮਣ ਨੇ ਯੋਗ ਮਤ ਨੂੰ ਆਪਣੇ ਕਲਾਵੇ 'ਚ ਲਿਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਅੰਦਰ ਖਾ ਗਿਆ ਉਹਨੂੰ। ਯੋਗ ਮਤ ਹਾਲਾਂਕਿ ਕਾਫੀ ਡਿਫਰੈਂਟ ਸੀ ਇਹਨਾਂ ਦੇ ਨਾਲੋਂ, ਪਰ ਉਹਦੇ ਵਿੱਚ ਫਿਰ ਜਿਹੜੀ ਇਹ ਵਿਧੀ ਆ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਐਕਸਰਸਾਈਜ਼ਸ ਦੀ ਵਿਧੀ ਆ ਪੁਰਾਤਨ ਵੀ ਯੋਗਾ ਦੀ, ਉਹਨੂੰ ਅੱਜ ਇੰਡੀਆ ਜਿਹੜਾ ਆ ਉਹ ਹਿੰਦੂ ਧਰਮ ਦੇ ਨਾਲ ਜੋੜ ਕੇ, ਹਿੰਦੂਤਵਾ ਦੇ ਨਾਲ ਜੋੜ ਕੇ ਤੇ ਇੱਕ ਤਰ੍ਹਾਂ ਦੇ ਨਾਲ ਉਹਨੂੰ ਬ੍ਰੈਂਡ ਬਣਾਇਆ ਸਾਰੀ ਦੁਨੀਆ 'ਚ। ਤੇ ਉਹਨੂੰ ਬ੍ਰੈਂਡ ਬਣਾ ਕੇ ਐਕਸਰਸਾਈਜ਼ ਦੇ ਰੂਪ ਦੇ ਵਿੱਚ ਖਾਸ ਤੌਰ ਤੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਕ ਸੌਫਟ ਡਿਪਲੋਮੇਸੀ ਦੇ ਟੂਲ ਵਾਂਗ ਉਹਨੂੰ ਯੂਜ਼ ਕੀਤਾ। ਤੇ ਉਹਦੇ 'ਚ ਭਾਵੇਂ ਉਹ ਰਾਮਦੇਵ ਹੋਵੇ ਚਾਹੇ ਇਹ ਜੱਗੀ ਸਤਿਗੁਰੂ ਹੋਵੇ, ਇਹੋ ਜਿਹੇ ਜਿਹੜੇ ਇਹ ਹਿੰਦੂਤਵੀ ਬਾਬੇ ਨੇ, ਸੋ ਕਾਲਡ ਬਾਬੇ ਨੇ, ਇਹਨਾਂ ਨੇ ਵੱਡਾ ਰੋਲ ਪਲੇ ਕੀਤਾ ਜੀ। ਤੇ ਇਹ ਜਿਹੜਾ ਜੱਗੀ ਸਤਿਗੁਰੂ ਹੈ ਇਹ ਯੋਗਾ ਨੂੰ ਯੂਜ਼ ਕਰਦਾ ਆ ਤੇ ਆਪਣਾ ਇਹਨੇ ਈਸ਼ਾ ਫਾਊਂਡੇਸ਼ਨ ਨਾਂ ਦਾ ਜਿਹੜਾ ਡੇਰਾ ਬਣਾਇਆ ਹੋਇਆ ਤੇ ਉੱਥੇ ਜਿਹੜੀ ਉਹ ਬੀਬੀ ਦੀ ਗੱਲ ਮੈਂ ਕਰ ਰਿਹਾ ਸੀ ਉਹ ਇਹਨਾਂ ਦੇ ਸੰਪਰਕ 'ਚ ਆਈ ਤੇ ਉਹ ਆਪਣੀ ਪੜ੍ਹਾਈ ਵਿੱਚ ਛੱਡ ਕੇ ਤੇ ਇਹਦੇ ਨਾਲ ਇਹਦੇ ਡੇਰੇ 'ਚ ਆ ਗਈ ਤੇ ਇੱਥੇ ਆ ਕੇ ਫਿਰ ਉਹਨੇ ਜਿਹੜਾ ਸੰਨਿਆਸ ਧਾਰ ਲਿਆ ਜੀ, ਉਹੀ ਦੀ ਮੋਕ ਜਿਹਨੂੰ ਕਹਿੰਦੇ ਆ, ਵੀ ਉਹ ਬਣ ਗਈ ਤੇ ਇਹਦੇ ਡੇਰੇ 'ਚ ਰਹਿਣ ਲੱਗੀ। ਤਾਂ ਜਿਹੜੀ ਹੁਣ ਕੋਰਟ ਦੇ ਵਿੱਚ ਅਪੀਲ ਪਾਈ ਆ ਉਹਦੇ 'ਚ ਜਿਹੜਾ ਪਿਓ ਆ ਉਹ ਦੱਸ ਰਿਹਾ ਕਿ ਫਿਰ ਜਿਹੜੀ ਉਹਦੀ ਦੂਜੀ ਕੁੜੀ ਸੀ ਉਹ ਇਹਨੂੰ ਚਲੋ ਵੀ ਆਪਣੀ ਭੈਣ ਨੂੰ ਉੱਥੋਂ ਕੱਢਣ ਗਈ ਤੇ ਉਹ ਵੀ ਜਿਹੜੀ ਉੱਥੇ ਆਪਣੀ ਭੈਣ ਦੇ ਨਾਲ ਹੀ ਪੱਕੀ ਰਹਿਣ ਲੱਗ ਗਈ। ਫਿਰ ਵੀ ਇਹ ਦੋਵੇਂ ਉਹਦੀਆਂ ਕੁੜੀਆਂ ਜਿਹੜੀਆਂ ਆ ਉਹਨਾਂ ਨੇ ਜਿਵੇਂ ਉਹ ਕਹਿੰਦੇ ਆ ਕਿ ਗੰਜ ਕਢਾ ਲਈ, ਇਸ ਤੇ ਸੰਨਿਆਸ ਧਾਰ ਲਿਆ ਤੇ ਉੱਥੇ ਹੀ ਰਹਿੰਦੀਆਂ ਨੇ। ਤੇ ਪਿਓ ਦਾ ਇਹ ਸੀ ਵੀ ਪਿਓ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਆਪਣੀਆਂ ਕੁੜੀਆਂ ਨੂੰ, ਤੇ ਪਿਓ ਕਹਿੰਦਾ ਵੀ ਇਹ ਡੇਰੇ ਦੇ ਵਿੱਚ ਜਿਹੜਾ ਇਹ ਜੱਗੀ ਸਤਿਗੁਰੂ ਆ
ਇਹ ਉਹਦੀਆਂ ਕੁੜੀਆਂ ਨੂੰ ਕੋਈ ਇੰਜੈਕਸ਼ਨ ਜਾਂ ਦਵਾਈਆਂ ਇਸ ਤਰੀਕੇ ਦੀਆਂ ਦਿੰਦਾ ਵੀ ਉਹਨਾਂ ਦੇ ਜਿਹੜੇ ਮਾਈਂਡ ਆ ਹੁਣ ਉਹਨਾਂ ਦੇ ਕੰਟਰੋਲ 'ਚ ਨਹੀਂ ਰਹੇ ਹੋਏ ਤੇ ਉਹ ਆਪਣੇ ਮਾਪਿਓ ਨੂੰ ਨਫ਼ਰਤ ਕਰਨ ਲੱਗੀਆਂ। ਤੇ ਇਸ ਅਪੀਲ ਦੇ ਉੱਤੇ ਫਿਰ ਜਿਹੜਾ ਉਹ ਪਿਓ ਸੀ ਉਹ ਹਾਈ ਕੋਰਟ 'ਚ ਗਿਆ, ਮਦਰਾਸ ਹਾਈ ਕੋਰਟ 'ਚ, ਤੇ ਉਹਦੀ ਸੁਣਵਾਈ ਕਰਦਿਆਂ ਉਹਦੀ ਅਪੀਲ ਤੇ ਮਦਰਾਸ ਹਾਈ ਕੋਰਟ ਨੇ ਨੋਟਿਸ ਲਿਆ ਤੇ ਕਮੈਂਟ ਕੀਤਾ ਵੀ ਜਿਹੜਾ ਜੱਗੀ ਸਤਿਗੁਰੂ ਹੈ ਇਹਨੇ ਆਪਣੀ ਕੁੜੀ ਸੀ ਜਿਹੜੀ ਇਹਦੀ, ਉਹਦਾ ਤਾਂ ਬਹੁਤ ਵੱਡਾ ਬਾਜੇ ਗਾਜੇ ਨਾਲ ਉਹਦਾ ਵਿਆਹ ਕੀਤਾ, ਜਿਹੜੀ ਨੋਰਮਲ ਲਾਈਫ ਆ ਉਹ ਜੀ ਰਹੀ ਆ, ਤੇ ਵੀ ਲੋਕਾਂ ਦੀਆਂ ਕੁੜੀਆਂ ਨੂੰ ਇਹ ਸੰਨਿਆਸੀ ਬਣਾ ਰਿਹਾ। ਤੇ ਇਸ ਗੱਲ ਦੇ ਉੱਤੇ ਫਿਰ ਉਹਨਾਂ ਨੇ ਪੁਲਿਸ ਕਾਰਵਾਈ ਦੇ ਹੁਕਮ ਦਿੱਤੇ ਤੇ ਪੁਲਿਸ ਜਿਹੜੀ ਆ ਉੱਥੇ ਗਈ ਇਹਦੇ ਡੇਰੇ 'ਚ, ਕਿਉਂਕਿ ਇਹਦੇ ਤੇ ਹੋਰ ਵੀ ਬਹੁਤ ਜ਼ਿਆਦਾ ਐਲੀਗੇਸ਼ਨਸ ਆ। ਤੁਸੀਂ ਮਤਲਬ ਇਹਦੇ ਡੇਰੇ ਬਾਰੇ ਰਿਪੋਰਟਾਂ ਕੱਢ ਕੇ ਦੇਖੋ, ਮਤਲਬ ਬੇਅੰਤ ਐਲੀਗੇਸ਼ਨਸ, ਖਾਸ ਤੌਰ ਤੇ ਜਿਵੇਂ ਆਦੀਵਾਸੀ ਜਿਹੜੇ ਨਿਆਣੇ ਆ ਉਹਨਾਂ ਦੇ ਵਿੱਚ ਇਹ ਕੰਮ ਕਰਦੇ, ਜਿਵੇਂ ਉਹਨਾਂ ਦੀ ਐਕਸਪਲੋਇਟੇਸ਼ਨ ਦੀ ਗੱਲ ਆ, ਉਹਨਾਂ ਦੀਆਂ ਬੱਚੀਆਂ ਦੇ ਨਾਲ ਇਹਨਾਂ ਦੇ ਜਿਹੜੇ ਡੇਰਿਆਂ ਦੇ ਵਿੱਚ ਐਕਸਪਲੋਇਟੇਸ਼ਨ, ਜਿਵੇਂ ਗੁਰਮੀਤ ਰਾਮ ਰਹੀਮ ਵਾਲੇ ਪਾਜ ਉਗੜੇ ਆ ਜਾਂ ਜਿਵੇਂ ਦੇ ਇਹ, ਉਹ ਸਾਰੇ ਕੁਕਰਮ ਜਿਹੜੇ ਇਹਦੇ ਡੇਰੇ 'ਚ ਹੋਣ ਦੇ ਇਲਜ਼ਾਮ ਲੱਗਦੇ ਆ। ਤੇ ਉਹ ਤੋਂ ਬਾਅਦ ਜਾਂ ਹੋਰ ਵੀ ਜਿਵੇਂ ਧੱਕੇ ਨਾਲ ਜ਼ਮੀਨਾਂ ਕਬਜ਼ੇ 'ਚ ਕਰਨ ਦੀ ਗੱਲ ਆ, ਉਹ ਸਾਰਾ ਕੁਝ ਜਿਵੇਂ ਬਾਕੀ ਵੀ ਡੇਰਿਆਂ ਬਾਰੇ ਸੁਣਦੇ ਆ, ਉਹ ਸਾਰੇ ਇਹ ਬੰਦਾ ਕੰਮ ਕਰਦਾ ਹੈ ਜੀ। ਤੇ ਪੁਲਿਸ ਨੇ ਕਾਰਵਾਈ ਕੀਤੀ ਪਰ ਫਿਰ ਸੁਪਰੀਮ ਕੋਰਟ ਨੇ ਵਿੱਚ ਦਖਲ ਦੇ ਦਿੱਤੀ ਅੱਜ। ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਭਾਰਤ ਦਾ, ਕਿਉਂਕਿ ਮੋਦੀ ਦਾ ਵੀ ਖਾਸ ਮੰਨਿਆ ਜਾਂਦਾ, ਮੋਦੀ ਨਾਲੇ ਆਮ ਸਟੇਜਾਂ ਤੇ ਨਜ਼ਰ ਆਉਂਦਾ ਆ, ਤੇ ਜਿਹੜਾ ਭਾਰਤ ਸਰਕਾਰ ਦਾ ਵਕੀਲ ਸੀ ਉਹਨੇ ਵੀ ਕਿਹਾ ਵੀ ਜਿਹੜੀ ਇਹ ਕਾਰਵਾਈ ਆ ਇਹ ਨਾ ਕੀਤੀ ਜਾਵੇ, ਵੀ ਪੁਲਿਸ ਇਹਦੇ ਉੱਤੇ ਸਟੇ ਲਾਈ ਜਾਵੇ। ਤੇ ਸੁਪਰੀਮ ਕੋਰਟ ਨੇ ਕਿਹਾ ਵੀ ਕਿਸੇ ਇਹਨੂੰ ਧਾਰਮਿਕ ਥਾਂ ਦਾ ਦਰਜਾ ਦਿੰਦੇ ਆ, ਵੀ ਤੁਸੀਂ ਕਿਸੇ ਧਾਰਮਿਕ ਥਾਂ ਦੇ ਉੱਤੇ ਪੁਲਿਸ ਜਿਹੜੀ ਆ ਐਵੇਂ ਰੇਡ ਨਹੀਂ ਮਾਰ ਸਕਦੀ, ਤੇ ਉਹਦੇ ਤੇ ਸਟੇ ਲਾਈ ਆ। ਪਰ ਜਿਹੜੀ ਮਦਰਾਸ ਹਾਈ ਕੋਰਟ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਮਤਲਬ ਜਿਹੜੀ ਸਰਕਾਰ ਆ ਤਾਮਿਲਨਾਡੂ ਦੀ, ਉਹ ਸਾਰੇ ਜਿਹੜੇ ਕੇਸ ਇਸ ਈਸ਼ਾ ਫਾਊਂਡੇਸ਼ਨ ਦੇ ਨਾਲ ਸੰਬੰਧਿਤ ਦਰਜ ਹੋਏ ਆ, ਕਿਤੇ ਵੀ ਕੋਈ FIR ਦਰਜ ਹੋਈ ਆ, ਉਹ ਸਾਰੇ ਕੋਰਟ ਵਿੱਚ ਪੇਸ਼ ਕਰੇ। ਤਾਂ ਮਦਰਾਸ ਹਾਈ ਕੋਰਟ ਦਾ ਰਵੱਈਆ ਕਾਫੀ ਸਖਤ ਸੀ, ਪਰ ਸੁਪਰੀਮ ਕੋਰਟ ਨੇ ਫਿਰ ਢਿੱਲ ਦਿੱਤੀ ਅੱਜ। ਪਰ ਅਲਟੀਮੇਟਲੀ ਅਮਰਵੀਰ ਸਿੰਘ ਜੀ, ਭਾਰਤ ਦੇ ਵਿੱਚ ਅਸੀਂ ਜਾਣਦੇ ਆ ਕਿ ਜਸਟਿਸ ਜਿਹੜਾ ਆ ਉਹ ਕਿਵੇਂ ਦਾ ਆ। ਚਾਹੇ ਉਹ ਰਾਮ ਰਹੀਮ ਵਾਲੇ ਮਾਮਲੇ 'ਚ ਦੇਖੋ ਵੀ ਕੁਛ ਵੀ ਕਰਦੇ ਆ, ਭਾਵੇਂ ਨੂੰ ਅੰਦਰ ਦਿੱਤਾ, ਪਰ ਉਹ ਇੱਕ ਤਰ੍ਹਾਂ ਦੇ ਨਾਲ ਐਸ਼ ਦੀ ਜ਼ਿੰਦਗੀ ਉੱਥੇ ਜੀ ਰਿਹਾ। ਕੁਛ ਦਿਨਾਂ ਬਾਅਦ ਉਹਨੂੰ ਪ੍ਰਾਹੁਣਿਆਂ ਵਾਂਗ ਪਰੋਲ ਤੇ ਭੇਜ ਦਿੰਦੇ ਆ। ਤੇ ਇਸੇ ਤਰੀਕੇ ਦੇ ਨਾਲ ਬਾਕੀ ਵੀ ਜਿਹੜੇ ਸਾਰੇ ਬਾਬੇ, ਇੱਕ ਪਹਿਲਾਂ ਵੀ ਰੇਪ ਦੇ ਕੇਸ 'ਚ, ਮੈਨੂੰ ਤਾਂ ਨਾਂ ਭੁੱਲ ਜਾਂਦਾ, ਉਹ ਨੱਚਦਾ ਹੁੰਦਾ ਸੀ ਬੜਾ, ਤੇ ਉਹ ਰੇਪ ਦੇ ਕੇਸ 'ਚ ਫੜਿਆ ਗਿਆ ਸੀ। ਤੇ ਇੱਕ ਹੁਣ ਇਹਦਾ ਵੀ ਇਹੋ ਜਿਹੇ ਖੁਲਾਸੇ ਅਗਲੇ ਦਿਨਾਂ 'ਚ ਹੋਣਗੇ ਮੈਨੂੰ ਲੱਗਦਾ। ਪਰ ਇਹ ਆ ਵੀ ਇਹ ਬਾਬਿਆਂ ਦੇ ਰੂਪ ਦੇ ਵਿੱਚ ਜਿਹੜਾ ਇੱਕ ਢੋਂਗ ਸਿਰਜਿਆ ਹੋਇਆ ਭਾਰਤ ਦੇ ਵਿੱਚ, ਤੇ ਇਹ ਬੜੇ ਮਾਡਰਨ ਬਾਬੇ ਨੇ, ਇਹਨਾਂ ਦੀ ਬੜੀ ਉੱਪਰ ਤੱਕ ਪਹੁੰਚ ਆ, ਤੇ ਸਰਕਾਰ ਦੀ ਜਾਂ ਹਿੰਦੂਤਵਾ ਦੀ ਬ੍ਰਾਂਡਿੰਗ ਕਰਦੇ ਆ ਇਹ ਸਾਰੀ ਦੁਨੀਆ ਦੇ ਵਿੱਚ। ਤੇ ਜਿਹੜਾ ਇਹਨਾਂ ਦੇ ਅੰਦਰ ਦਾ ਕੂੜ ਆ, ਇਹਨਾਂ ਦੇ ਅੰਦਰ ਦਾ ਗੰਦ ਆ, ਉਹ ਜਦੋਂ ਕਦੇ ਇਹੋ ਜਿਹੀ ਘਟਨਾ ਸਾਹਮਣੇ ਆਉਂਦੀ ਆ ਤਾਂ ਇੱਕ ਵਾਰ ਨਿਕਲ ਕੇ ਆਉਂਦਾ, ਪਰ ਅਲਟੀਮੇਟਲੀ ਕੁਛ ਦਿਨਾਂ ਨੂੰ ਇਹ ਅਖਬਾਰਾਂ ਤੋਂ ਖਬਰਾਂ ਪਾਸੇ ਹੋ ਜਾਣਗੀਆਂ ਤੇ ਲੋਕਾਂ ਦੇ ਚੇਤਿਆਂ ਚੋਂ ਵਿਸਰ ਜਾਂਦੀਆਂ ਆ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕੋਈ ਵੀ ਸਾਡਾ ਦਰਸ਼ਕ ਜਾਂ ਹੋਰ ਜਿਹੜਾ ਬੰਦਾ ਆ ਉਹ ਗੂਗਲ ਦੇ ਉੱਤੇ ਜਾ ਕੇ ਸਰਚ ਮਾਰੇ ਤਾਂ ਉਹਨੂੰ ਇਹੋ ਜਿਹੀਆਂ ਬੇਅੰਤ ਖਬਰਾਂ ਨਿਕਲ ਆਉਣਗੀਆਂ ਕਿ ਜਿੱਥੇ ਆਦੀਵਾਸੀਆਂ ਦੇ ਨਾਲ ਸ਼ੋਸ਼ਣ ਦੀ ਗੱਲ ਆ ਜਾਂ ਹੋਰ ਜਿਹੜੇ ਜ਼ੁਲਮ ਆ ਇਹਦੇ ਡੇਰੇ ਦੇ ਵਿੱਚ ਹੋ ਰਹੇ ਆ। ਹੁਣ ਅੱਗੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਅਦਾਲਤਾਂ 'ਚ ਆ, ਉਹ ਪਿਓ ਜਿਹੜਾ ਆ ਉਹਦੀ ਕਿੰਨੀ ਕੁ ਸੁਣਵਾਈ ਹੁੰਦੀ ਆ, ਉਹ ਸਾਫ ਇੱਕ ਰਿਟਾਇਰਡ ਪ੍ਰੋਫੈਸਰ ਆ ਜਿਹੜਾ ਪਿਓ ਵੀ ਆ, ਉਹਦੀ ਕਿੰਨੀ ਕੁ ਸੁਣਵਾਈ ਹੁੰਦੀ ਆ। ਪਰ ਮਤਲਬ ਅਦਾਲਤ ਦਾ ਜਿਹੜਾ ਇੱਕ ਕਮੈਂਟ ਸੀ ਉਹਦੀ ਚਰਚਾ ਸਾਰੇ ਪਾਸੇ ਆ ਕਿ ਸਤਿਗੁਰੂ ਦੇ ਉੱਤੇ ਵੀ ਤੂੰ ਆਪਣੀ ਕੁੜੀ ਜਿਹੜੀ ਆ ਉਹਨੂੰ ਨੋਰਮਲ ਲਾਈਫ ਵੱਲ ਨੂੰ ਤੋਰਿਆ, ਉਹਦਾ ਵਾਜੇ ਗਾਜੇ ਨਾਲ ਵਿਆਹ ਕੀਤਾ, ਤੂੰ ਸਾਰਾ ਕੁਛ ਆਪ ਐਸ਼ਪ੍ਰਸਤੀ ਕਰਦਾ ਪੂਰੀ, ਜਿਹੜੇ ਲੋਕਾਂ ਦੇ ਨਿਆਣੇ ਆ ਉਹਨਾਂ ਨੂੰ ਤੂੰ ਗੰਜੇ ਕਰਕੇ ਤੇ ਉਹਨਾਂ ਨੂੰ ਸੰਨਿਆਸੀ ਬਣਾ ਰਿਹਾ। ਤੇ ਜਿਹੜਾ ਦੂਜਾ ਐਲੀਗੇਸ਼ਨ ਅਮਰਵੀਰ ਸਿੰਘ ਜੀ ਉਹ ਬੜਾ ਜਿਹੜਾ ਉਸ ਕੁੜੀ ਤੇ ਪਿਓ ਨੇ ਲਾਇਆ ਕਿ ਕਿਵੇਂ ਜਿਹੜੀਆਂ ਸੈਡਕਟਿਵ ਡਰੱਗਸ ਹੈਗੀਆਂ ਨੇ ਉਹ ਇਹਨਾਂ ਡੇਰਿਆਂ ਦੇ ਵਿੱਚ ਯੂਜ਼ ਕੀਤੀਆਂ ਜਾ ਰਹੀਆਂ, ਤੇ ਕਿਵੇਂ ਜਿਹੜਾ ਲੋਕ ਆ ਮਤਲਬ ਉਹਨਾਂ ਦੇ ਮਨਾਂ ਨੂੰ ਸੈਡਕਟਿਵ ਡਰੱਗਸ ਦੇ ਨਾਲ ਜਾਂ ਹੋਰ ਤੌਰ ਤਰੀਕਿਆਂ ਦੇ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਆਪਣੇ ਆਪ ਦੇ ਵਿੱਚ ਹਿਊਮੈਨਿਟੀ ਦੇ ਖਿਲਾਫ ਬਹੁਤ ਵੱਡਾ ਅਪਰਾਧ ਆ ਜੋ ਇਹਨਾਂ ਬਾਬਿਆਂ ਦੇ ਵੱਲੋਂ, ਇਹ ਹਿੰਦੂਤਵੀ ਬਾਬਿਆਂ ਦੇ ਵੱਲੋਂ ਕੀਤਾ ਜਾ ਰਿਹਾ। ਪਰ ਭਾਰਤ ਜਿੱਥੇ ਰਾਜ ਹਿੰਦੂਤਵ ਦਾ ਆ ਤੇ ਉੱਥੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਜਾਂ ਕੋਈ ਜਸਟਿਸ ਹੋਊਗਾ ਉਹਦੀ ਕੋਈ ਆਸ ਉਮੀਦ ਬਹੁਤੀ ਹੈ ਨਹੀਂ। ਪਰ ਇਹ ਇੱਕ ਜਾਣਕਾਰੀ ਸੀ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਸੀ ਕਿ ਯੋਗਾ ਜਾਂ ਇਹੋ ਜਿਹੇ ਜਿਹੜੇ ਢੋਂਗੀ ਡੇਰੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਆ ਜਾਂ ਯੋਗਾ ਦੀ ਆੜ ਹੇਠ ਕੀ ਹੁੰਦਾ ਆ, ਉਹ ਇਹ ਜਿਹੜਾ ਕੇਸ ਆ ਉਹਦੇ ਬਾਰੇ ਅੱਖਾਂ ਖੋਲਦਾ।
ਜੀ ਬਿਲਕੁਲ ਨਹੀਂ, ਇਹ ਸਮਝਣ ਦੀ ਲੋੜ ਹੈ। ਤੇ ਮੈਂ ਥੋੜਾ ਜਿਹਾ ਮਤਲਬ ਜੇ ਅਸੀਂ ਬੈਕਗਰਾਉਂਡ ਦੇ ਵਿੱਚ ਵੀ ਜਾ ਕੇ ਗੱਲ ਕਰ ਸਕੀਏ, ਥੋੜਾ ਜਿਹਾ ਪੰਜਾਬ ਸਪੈਸੀਫਿਕ, ਜਿਵੇਂ ਤੁਸੀਂ ਡੇਰੇ ਸਿਰਸੇ ਦਾ ਜ਼ਿਕਰ ਕੀਤਾ, ਮੈਂ ਚਾਹੂੰਗਾ ਵੀ ਅਸੀਂ ਥੋੜਾ ਜਿਹਾ ਉਸ ਪਾਰਟ ਨੂੰ ਵੀ ਟੱਚ ਕਰੀਏ ਵੀ ਭਾਈ ਜਿੱਥੇ ਇਹ ਹਿੰਦੂਤਵਾਦੀ ਆਈਡੀਓਲੋਜੀ ਫੈਲਾਉਣ ਦੇ ਲਈ ਯੋਗ ਮਤ ਜਾਂ ਯੋਗਾ ਨੂੰ ਵਰਤ ਰਹੇ ਆ, ਇੱਕ ਨਵੀਂ ਕਿਸਮ ਦਾ ਬ੍ਰਾਂਡ ਕ੍ਰੀਏਟ ਕਰਕੇ ਨਵੀਂ ਕਿਸਮ ਦੇ ਬਾਬਿਆਂ ਦੇ ਰਾਹੀਂ, ਵੱਖ-ਵੱਖ ਧਾਰਾਵਾਂ ਦੇ ਰਾਹੀਂ ਅਸੀਂ ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਹਾਂ ਬੜੇ ਵੱਡੇ ਲੈਵਲ ਦੇ ਉੱਤੇ ਇਹਨਾਂ ਦੇ ਹਜ਼ਾਰਾਂ ਏਕੜ ਦੇ ਵਿੱਚ ਜਿਹੜੇ ਡੇਰੇ ਹੈਗੇ ਆ ਉਹ ਐਸਟੈਬਲਿਸ਼ ਹੋਏ ਆ ਇੱਥੇ ਇਹਨਾਂ ਮੁਲਕਾਂ ਦੇ ਵਿੱਚ। ਜਦੋਂ ਅਸੀਂ ਅਮਰੀਕਾ ਕੈਨੇਡਾ ਦੀ ਗੱਲ ਕਰਦੇ ਹਾਂ ਜਾਂ ਯੂਰਪ ਦੇ ਵਿੱਚ ਦੇਖਦੇ ਹਾਂ ਤੇ ਉੱਥੇ ਕਿਸ ਕਿਸਮ ਦੇ ਮੇਲੇ ਲੱਗਦੇ ਆ ਜਾਂ ਕਿਸ ਕਿਸਮ ਦਾ ਉਹ ਹੁੰਦਾ, ਉਹ ਸਾਨੂੰ ਨਜ਼ਰ ਆਉਂਦਾ ਆ। ਪਰ ਥੋੜਾ ਜਿਹਾ ਜੇ ਪੰਜਾਬ ਸਪੈਸੀਫਿਕ ਹੋ ਕੇ ਦੇਖਣਾ ਹੋਵੇ ਵੀ ਇਹ ਨੀਤੀ ਜਿਹੜੀ ਹੈਗੀ ਹੈ ਸਟੇਟ ਦੀ, ਇਹ 47 ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ, ਜਿਹਦੇ ਤਹਿਤ ਇਹਨਾਂ ਨੇ ਇੱਕ ਸਿਆਸਤ ਦਾ ਵੀ ਅੱਡਾ ਬਣਾਇਆ ਵੀ ਭਾਈ ਅਸੀਂ ਵੋਟਾਂ ਕਿਵੇਂ ਲੈਣੀਆਂ ਨੇ ਜਾਂ ਵੋਟਾਂ ਦੇ ਵਿੱਚ ਇਹਨਾਂ ਡੇਰਿਆਂ ਨੂੰ ਯੂਜ਼ ਕਿਵੇਂ ਕਰਨਾ, ਤੇ ਆਈਡੀਓਲੋਜੀਕਲ ਬੇਸ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਦੇ ਦਿਮਾਗ ਨੂੰ ਤੇ ਉਹਨਾਂ ਦੀ ਮਾਨਸਿਕਤਾ ਨੂੰ ਕਿਵੇਂ ਜਕੜਨਾ, ਉਹਦਾ ਵੀ ਇੱਕ ਅੱਡਾ ਜਾਂ ਉਹਦਾ ਇੱਕ ਧੁਰਾ ਇਹ ਡੇਰੇ ਬਣਾਏ ਆ। ਇਹ ਇਕੱਲੇ ਪੰਜਾਬ ਸਪੈਸੀਫਿਕ ਵੀ ਨੇ ਤੇ ਪੰਜਾਬ ਤੋਂ ਵੱਧ ਕੇ ਬਾਹਰ ਜਿਹੜੇ ਆ ਹੈਗੇ ਆ, ਜਿਨ੍ਹਾਂ ਦਾ ਅਸੀਂ ਰਾਮਦੇਵ ਤੋਂ ਲੈ ਕੇ ਜੱਗੀ ਵਾਸੁਦੇਵਾ ਦੀ ਗੱਲ ਕਰਦੇ ਆ, ਇਹ ਇੱਕ ਡਿਫਰੈਂਟ ਏਜੰਡੇ ਦੇ ਤਹਿਤ ਆ ਰਹੇ ਆ। ਬਿਲਕੁਲ ਜੀ, ਦੇਖੋ ਅਮਰਵੀਰ ਸਿੰਘ ਜੀ, ਇਹ ਯੋਗਾ ਜਿਹੜਾ ਆ ਉਹ ਤੁਸੀਂ ਦੇਖਿਆ ਵੀ ਸਰਕਾਰ ਤੋਂ ਲੈ ਕੇ ਤੇ ਜਿਹੜੀਆਂ ਹੋਰ ਆਰਗੇਨਾਈਜੇਸ਼ਨਾਂ ਵੀ, ਹੁਣ ਲੋਕ ਅੱਜ ਕੱਲ ਕੰਮ ਕਰਨਾ ਘਟ ਗਿਆ ਆ ਲੋਕਾਂ ਦਾ, ਸਿਹਤ ਵਾਸਤੇ ਕੋਈ ਉਦਾਂ ਦੀ, ਹੁਣ ਪੰਜਾਬ ਚ ਅੱਗੇ ਜ਼ਿਮੀਂਦਾਰਾ ਕਰਦੇ ਸੀ ਬਹੁਤੇ ਲੋਕ, ਵੈਸੇ ਹੀ ਮਤਲਬ ਇਹੋ ਜਿਹੀ ਦਿੱਕਤ ਲੋੜ ਨਹੀਂ ਸੀ ਪੈਂਦੀ ਕੋਈ ਐਕਸਰਸਾਈਜ਼ਾਂ ਕਰਨ ਦੀ, ਪਰ ਵਿੱਚ ਜਿਮ ਕਲਚਰ ਬਹੁਤ ਚੱਲਿਆ ਤੇ ਨਾਲ ਹੁਣ ਯੋਗਾ ਕਲਚਰ ਚੱਲ ਪਿਆ। ਵੀ ਆਪਣੇ ਪਿੰਡਾਂ ਦੀਆਂ ਬੀਬੀਆਂ ਵੀ ਬੜੇ ਥਾਵਾਂ ਤੇ ਮਤਲਬ ਖਤਰੇ ਵਾਲੀ ਗੱਲ ਆ ਵੀ ਜਦੋਂ ਤੋਂ ਸਰਕਾਰ ਬਣਾਉਣ ਲੱਗੀ ਆ ਇਹਨਾਂ ਨੇ ਯੋਗਾ ਡੇ ਮਨਾਉਣਾ ਸ਼ੁਰੂ ਕੀਤਾ, ਤੇ ਆਪ ਬੀਬੀ ਹਰਸਿਮਰਤ ਜਿਹੜੀ ਹੁੰਦੀ ਸੀ ਬਾਦਲਾਂ ਦੀ, ਤੇ ਉਹ ਮਤਲਬ ਯੋਗਾ ਕਰਨ ਲੱਗੀ ਹੁੰਦੀ ਸੀ ਉੱਥੇ ਲੰਮੀ ਪੈ ਕੇ, ਤੇ ਉਹ ਚੀਜ਼ਾਂ ਨੇ ਇਹਨੂੰ ਪ੍ਰਮੋਟ ਕੀਤਾ ਤੇ ਪਿੰਡ ਪਿੰਡ ਯੋਗਾ ਪਹੁੰਚਿਆ। ਇਹ ਇੱਕ ਮਤਲਬ ਇਸ ਗੱਲ ਦੇ ਵਿੱਚ ਸੱਚਾਈ ਆ ਜੀ। ਤੇ ਹੁੰਦਾ ਕੀ ਆ ਵੀ ਹੁਣ ਤੁਸੀਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਯੋਗਾ ਕਰਾਉਣਾ ਸ਼ੁਰੂ ਕਰ ਦਿਓ, ਫਿਰ ਜੀ ਤੁਸੀਂ ਯੋਗਾ ਦੇ ਨਾਲ ਲੈ ਕੇ ਕਿਉਂ ਨਹੀਂ ਜੀ ਹੁਣ ਸੂਰਜ ਦਰਸ਼ਨ ਕਰੋ। ਉਹ ਫਿਰ ਸੂਰਜ ਦਰਸ਼ਨ ਕਿਹਦਾ ਸਿਧਾਂਤ ਆ? ਉਹ ਸਿੱਖਾਂ ਦਾ ਤਾਂ ਸਿਧਾਂਤ ਨਹੀਂ ਹੈ ਸੂਰਜ ਦਰਸ਼ਨ, ਉਹ ਬੇਪਰ ਦਾ ਸਿਧਾਂਤ ਆ। ਉਹ ਤੁਸੀਂ ਮਤਲਬ ਇਸ ਤਰੀਕੇ ਦੇ ਨਾਲ ਜਿਹੜਾ ਬੇਪਰ ਆ ਉਹਨੂੰ ਸਿੱਖਾਂ ਦੇ ਘਰਾਂ 'ਚ ਵਾੜ ਰਹੇ ਹੋ, ਜਾਂ ਹੋਰ ਵੀ ਜਿਹੜੀਆਂ ਮੁਸਲਮਾਨ ਵੀ ਇਸੇ ਗੱਲ ਕਰਕੇ ਵਿਰੋਧ ਕਰਦੇ ਆ ਵੀ ਇਹ ਕੋਈ ਇਹ ਤੁਹਾਡੀ ਕੋਈ ਵਰਜਿਸ਼ ਦਾ ਸਾਧਨ ਨਹੀਂ ਹੈ ਯੋਗਾ, ਇਹ ਇੱਕ ਹਿੰਦੂਤਵੀ ਜਿਹੜੀ ਤੁਸੀਂ ਕਹਿ ਸਕਦੇ ਹੋ ਵੀ ਲਾਈਫ ਸਟਾਈਲ ਆ, ਉਹਦਾ ਹਿੱਸਾ ਆ, ਹਿੰਦੂ ਲਾਈਫ ਸਟਾਈਲ ਦਾ ਹਿੱਸਾ ਆ। ਤੇ ਫਿਰ ਉਹ ਸੂਰਜ ਨਮਸਕਾਰ ਤੋਂ ਬਾਅਦ ਫਿਰ ਮੰਤਰ ਪੜਾਉਣ ਲੱਗ ਜਾਂਦੇ ਆ ਵੀ ਆਹ ਯੋਗਾ ਕਰਦੇ ਆ ਜੀ, ਆਹ ਮੰਤਰ ਪੜ੍ਹਨਾ ਆ, ਹਨਾ, ਵੀ ਆਪਣੇ ਮਨ ਨੂੰ ਸੋਧਣ ਵਾਸਤੇ ਜਾਂ ਮਨ ਦੀ ਸਿੱਧੀ ਵਾਸਤੇ। ਮਤਲਬ ਉਸ ਤਰੀਕੇ ਦੇ ਨਾਲ ਫਿਰ ਤੁਸੀਂ ਸੂਰਜ ਨਮਸਕਾਰ ਕਰਦੇ ਕਰਦੇ ਫਿਰ ਸਿੱਖਾਂ ਦੇ ਨਿਆਣੇ ਯੋਗਾ ਕਰਨ ਦੇ ਨਾਲ ਨਾਲ ਫਿਰ ਹੌਲੀ ਹੌਲੀ ਹਿੰਦੂਆਂ ਦੇ ਮੰਤਰ ਵੀ ਉਚਾਰਨ ਲੱਗ ਜਾਣਗੇ। ਮਤਲਬ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਜਦੋਂ ਇਹ ਚੀਜ਼ਾਂ ਨੋਰਮਲਾਈਜ਼ ਹੋ ਜਾਂਦੀਆਂ, ਮਤਲਬ ਸਿੱਖਾਂ ਦਾ ਰਾਜ ਜਾਣ ਤੋਂ ਬਾਅਦ 18ਵੀਂ ਸਦੀ ਤੋਂ ਬਾਅਦ ਇਹ ਬਹੁਤ ਕੁਛ ਸਿੱਖਾਂ 'ਚ ਇਸ ਤਰੀਕੇ ਦਾ ਆਇਆ ਅਮਰਵੀਰ ਸਿੰਘ ਜੀ, ਵੀ ਜਿਹਦੇ ਵਿੱਚ ਜਿਹੜਾ ਬ੍ਰਾਹਮਣ ਆ ਉਹਨੇ ਆਪਣੀ ਕੂਟਨੀਤੀ ਦੇ ਨਾਲ, ਆਪਣੀ ਜਾਲਸਾਜ਼ੀ ਦੇ ਨਾਲ ਉਹਨਾਂ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਵਿਪਰ ਕਰਮ ਸੀ, ਜਿਹੜੇ ਵਿਪਰਵਾਦੀ ਕਰਮ ਕਾਂਡ ਆ, ਉਹ ਨੋਰਮਲਾਈਜ਼ ਕਰਤੇ ਜੀ। ਉਹ ਹੁਣ ਤੁਸੀਂ ਦੇਖੋ ਵੀ 100-150 ਸਾਲਾਂ ਦੀ ਪ੍ਰੈਕਟਿਸ ਦੇ ਵਿੱਚ ਉਹ ਇੰਨੇ ਕੁ ਨੋਰਮਲਾਈਜ਼ ਹੋ ਗਏ ਆ ਵੀ ਉਹ 2-3 ਪੀੜ੍ਹੀਆਂ ਨੇ ਉਹ ਕਰ ਲਏ ਆ, ਤਾਂ ਭਾਵੇਂ ਬੰਦੇ ਓਦਾਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਆ, ਅੱਜ ਉਹਨਾਂ ਦਾ ਉਹ ਸਾਰਾ ਕੁਛ ਉਵੇਂ ਹੀ ਆ ਵੀ ਉਹ ਆਪਣੇ ਆਪ ਨੂੰ ਸਿੱਖ ਜਾਣਦੇ ਆ, ਪਰ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਤਾਂ ਸਾਡੇ ਪਹਿਲਾਂ ਤੋਂ ਟੱਬਰਾਂ 'ਚ ਕਰੀ ਜਾਂਦੇ ਆ, ਹਨਾ ਜੀ, ਸਾਡੇ ਲਈ ਇਹ ਮਤਲਬ ਸਾਡੇ ਪਰਿਵਾਰ ਦਾ, ਸਾਡੇ ਕੁੱਲ ਦਾ, ਕੋਈ ਕੁੱਲ ਦੇਵੀ, ਕੋਈ ਕੁਛ, ਮਤਲਬ ਇਹੋ ਜਿਹਾ ਕਿੰਨਾ ਕੁਛ ਆ ਜਿਹੜਾ ਵਿਪਰ ਨੇ ਇਸ ਤਰੀਕੇ ਦੇ ਨਾਲ ਵਾੜਿਆ। ਤੇ ਯੋਗਾ ਦੇ ਰਾਹੀਂ ਵੀ ਉਹੀ ਅੱਜ ਜਿੱਥੇ ਸਿੱਖਾਂ ਦੇ ਵਿੱਚ ਇਸ ਗੱਲ ਦੀ ਚੇਤਨਾ ਆ ਰਹੀ ਆ ਵੀ ਗੁਰੂ ਸਿਧਾਂਤ ਜਿਹੜਾ ਆ ਵੀ ਉਹਦੀ ਪਵਿੱਤਰਤਾ, ਉਹਦੀ ਜਿਹੜੀ ਪਿਓਰਿਟੀ ਆ ਵੀ ਉਹਦੇ ਵੱਲ ਨੂੰ ਪਰਤਿਆ ਜਾਵੇ, ਤਾਂ ਇਹ ਮਤਲਬ ਦੂਜੇ ਪਾਸੇ ਜਿਹੜਾ ਹਿੰਦੂਤਵ ਆ ਜਾਂ ਜਿਹੜਾ ਬ੍ਰਾਹਮਣਵਾਦੀ ਪੇਪਰਵਾਦੀ ਨਿਜ਼ਾਮ ਆ ਉਹ ਇਸ ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਉਹਨੇ ਐਸਟੈਬਲਿਸ਼ ਕੀਤੀ ਆਪਣੀ ਜਿਹੜਾ ਆਪਣਾ ਲਾਈਫ ਸਟਾਈਲ ਆ ਸਿੱਖਾਂ ਦੇ ਵਿੱਚ ਉਹਦੀ ਦਖਲਅੰਦਾਜ਼ੀ ਕਰਾਈ, ਉਹ ਹੁਣ ਫੇਰ ਯੋਗਾ ਵਰਗੀ ਇਹਨਾਂ ਟੈਕਨੀਕਸ ਦੇ ਨਾਲ ਕਰਾ ਰਿਹਾ। ਤਾਂ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਚੰਗਾ ਉਪਰਾਲਾ ਸੀ
ਵੀ ਉਹਨਾਂ ਨੇ ਯੋਗਾ ਜਿਹੜਾ ਦਿਹਾੜਾ ਇਹ ਮਨਾਉਂਦੇ ਸੀ ਉਹਦੇ ਪੈਰਲਲ ਗੱਤਕਾ ਦਿਹਾੜਾ ਸਿਰਜਿਆ। ਤਾਂ ਇਹ ਉਸੇ ਤਰ੍ਹਾਂ ਆ ਵੀ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਜੇ ਇੱਥੋਂ ਦੇ ਸਮਾਜ ਦੇ ਵਿੱਚ, ਕਿਉਂਕਿ ਬਹੁ ਗਿਣਤੀ ਸਮਾਜ ਇਹ ਹਿੰਦੂ ਰੋਹਰੀਤਾ ਨੂੰ ਮੰਨਦਾ ਸੀ, ਜਦੋਂ ਸਿੱਖੀ ਦਾ ਪ੍ਰਕਾਸ਼ ਇਸ ਖਿੱਤੇ 'ਚ ਹੋਇਆ ਤਾਂ ਇੱਥੇ ਉਹ ਜਿਹੜੇ ਉਹਨਾਂ ਦੇ ਤਿਉਹਾਰ ਜਾਂ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਆ ਉਹ ਪ੍ਰਵੇਲ ਕਰਦਾ ਸੀ। ਤਾਂ ਉਹਦੇ ਪੈਰਲਲ ਗੁਰੂ ਸਾਹਿਬ ਨੇ ਚਾਹੇ ਹੋਲਾ ਮਹੱਲਾ ਦੇ ਰੂਪ ਦੇ ਵਿੱਚ ਜਾਂ ਹੋਰ ਸਾਰੇ ਤਿਉਹਾਰਾਂ ਦੇ ਰੂਪ ਦੇ ਵਿੱਚ ਮਤਲਬ ਉਹਨਾਂ ਦੇ ਪੈਰਲਲ ਸਿੱਖ ਤਿਉਹਾਰ ਸਿਰਜੇ, ਸਿੱਖ ਲਾਈਫ ਸਟਾਈਲ ਸਿਰਜਿਆ। ਤਾਂ ਸਿੱਖਾਂ ਨੂੰ ਇਹ ਗੱਲ ਮਤਲਬ ਸੁਚੇਤ ਹੋ ਕੇ ਕਦੇ ਵੀ ਜਿਹੜਾ ਇਸ ਤਰੀਕੇ ਦਾ ਕੋਈ ਵੀ ਕਰਮ ਜਾਂ ਕੋਈ ਵੀ ਫੰਕਸ਼ਨ ਜਾਂ ਕੋਈ ਜਿਹੜੀ ਐਕਟੀਵਿਟੀ ਆ ਹੁੰਦੀ ਆ ਜਿਹੜੀ ਸਿੱਖਾਂ ਨੂੰ ਹਿੰਦੂਤਵਾ ਦੇ ਸਾਗਰ ਵੱਲ ਨੂੰ ਲੈ ਕੇ ਜਾਵੇ, ਖਾਰੇ ਸਾਗਰ ਵੱਲ ਨੂੰ, ਤਾਂ ਉਹਦਾ ਸਿੱਖਾਂ ਨੂੰ ਸਖਤ ਵਿਰੋਧ ਕਰਨਾ ਚਾਹੀਦਾ ਆ, ਸਪਸ਼ਟ ਹੋ ਕੇ ਵਿਰੋਧ ਕਰਨਾ ਚਾਹੀਦਾ ਆ। ਤੇ ਕੋਈ ਵੀ ਮਤਲਬ ਬੰਦਾ, ਕੋਈ ਸੰਸਥਾ ਜਿਹੜੀ ਸਿੱਖਾਂ ਨੂੰ ਇਹ ਬੇਪਰਵਾਦੀ ਜਿਹੜਾ ਲਾਈਫ ਸਟਾਈਲ ਆ ਉਹਦੇ ਵੱਲ ਨੂੰ ਲੈ ਕੇ ਜਾਵੇ, ਉਹ ਭਾਵੇਂ ਕੋਈ ਕਿਸੇ ਬਾਬੇ ਦੇ ਅੱਗੇ ਮੱਥਾ ਟੇਕਣ ਵਾਲੀ ਗੱਲ ਹੋਵੇ ਬਾਣਾ ਪਾ ਕੇ ਜਾਂ ਕੋਈ ਹੋਰ ਹੋਵੇ, ਉਹ ਹਰ ਇੱਕ ਬੰਦਾ ਜਿਹੜਾ ਆ ਕਟਹਿਰੇ 'ਚ ਆਉਣਾ ਚਾਹੀਦਾ। ਕਿਉਂਕਿ ਗੁਰੂ ਸਾਹਿਬ ਤੋਂ ਬਾਅਦ ਸਿੱਖਾਂ ਦੇ ਲਈ ਸ਼ਖਸੀਅਤ ਪ੍ਰਸਤੀ ਨਹੀਂ, ਸਿੱਖਾਂ ਦੇ ਲਈ ਸਰਵਉੱਚ ਜਿਹੜਾ ਗੁਰੂ ਦਾ ਸਿਧਾਂਤ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਤੇ ਉਹ ਤੋਂ ਬਾਅਦ ਕੋਈ ਵੀ ਜਿਹੜਾ ਬੰਦਾ ਆ ਉਹ ਕਿਤੇ ਵੀ ਗੁਨਾਹਗਾਰ ਹੋ ਸਕਦਾ, ਕਿਤੇ ਵੀ ਭੁੱਲ ਕਰ ਸਕਦਾ। ਵੀ ਉਸ ਬੰਦੇ ਦੀ ਜਿਹੜੀ ਭੁੱਲ ਆ ਉਹਨੂੰ ਸਿਧਾਂਤ ਦੇ ਉੱਤੇ ਪਰਖ ਕੇ ਉਹਦਾ ਜੇ ਉਹ ਭੁੱਲ ਕਰ ਰਿਹਾ ਤਾਂ ਉਹਦਾ ਵਿਰੋਧ ਹੀ ਕਰਨਾ ਚਾਹੀਦਾ। ਇਹ ਨਹੀਂ ਵੀ ਉਹ ਬਾਕੀ ਜੀ ਉਹਨਾਂ 99 ਕੰਮ ਚੰਗੇ ਕੀਤੇ ਆ, ਜੇ ਇੱਕ ਮਾੜਾ ਵੀ ਕਰ ਲਿਆ ਉਹਨੂੰ ਵੀ ਅਸੀਂ ਅਡੋਪਟ ਕਰ ਲਈਏ। ਤਾਂ ਇਸ ਚੀਜ਼ ਤੋਂ ਜਿਹੜਾ ਸਿੱਖਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਭਾਰਤ ਸਪੈਸੀਫਿਕ ਗੱਲ ਕਰਨ ਜਾ ਰਹੇ ਹਾਂ ਇਸ ਟੌਪਿਕ ਦੇ ਵਿੱਚ। ਇਸ ਵਕਤ ਜਦੋਂ ਅਸੀਂ ਓਵਰਆਲ ਆਰਥਿਕਤਾ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਭਾਰਤ ਵੱਲੋਂ ਹਮੇਸ਼ਾ ਹੀ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਆ ਕਿ ਅਸੀਂ ਭਾਈ ਵੱਡੀ ਆਰਥਿਕਤਾ, ਵਿਸ਼ਵ ਗੁਰੂ ਬਣ ਕੇ ਉੱਭਰ ਰਹੇ ਹਾਂ। ਉਸ ਹਵਾਲੇ ਨਾਲ ਅਸੀਂ ਦੇਖਦੇ ਹਾਂ ਅੱਜ ਹੁਣ ਮਤਲਬ 2024 ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਤੇ ਇੱਕ ਡਾਟਾ ਜਿਹੜਾ ਆ ਉਹਦੇ ਆਧਾਰ ਦੇ ਉੱਤੇ ਰਿਪੋਰਟਸ ਸਾਹਮਣੇ ਆਈਆਂ ਨੇ ਤੇ ਜਿਹੜੀਆਂ GDPs ਨੇ ਸਟੇਟ ਵਾਈਜ਼ ਐਨਲਿਸਟ ਕੀਤੀਆਂ ਗਈਆਂ ਨੇ ਤੇ ਪਹਿਲੀਆਂ 10 ਸਟੇਟਾਂ, ਪਹਿਲੇ 10 ਸੂਬੇ ਭਾਰਤ ਦੇ ਐਨਲਿਸਟ ਕੀਤੇ ਗਏ ਆ ਵੀ ਭਾਈ ਆਹ ਵੱਡੇ ਆਰਥਿਕ ਸੂਬੇ ਹੈਗੇ ਆ ਜਿਨ੍ਹਾਂ ਦਾ ਨੈਸ਼ਨਲ ਪੂਲ ਦੇ ਵਿੱਚ ਜ਼ਿਕਰ ਹੁੰਦਾ ਤੇ ਫਿਰ ਉਹ ਜਿਹੜਾ ਨੈਸ਼ਨਲ ਪੂਲ ਕੰਟਰੀਬਿਊਟ ਕਰਦਾ ਆ ਭਾਰਤ ਦੀ GDP ਨੂੰ ਵਧਾਉਣ ਦੇ ਲਈ। ਸੋ ਵੱਡਾ ਦਾਅਵਾ ਇੱਕ ਜਿਹੜਾ ਇਹਦੇ ਵਿੱਚ ਆ ਰਿਹਾ ਵੀ S&P ਜਿਹੜੀ ਗਲੋਬਲ ਮਾਰਕੀਟ ਹੈਗੀ ਆ ਉਹ ਇੰਡੀਕੇਟ ਕਰਦੀ ਹੈ ਵੀ ਇੰਡੀਆ ਦੀ ਜਿਸ ਹਿਸਾਬ ਨਾਲ GDP ਇਸ ਵਕਤ ਚੱਲ ਰਹੀ ਹੈ, ਜੇ ਇਸ ਹਿਸਾਬ ਨਾਲ ਚੱਲਦੀ ਰਹੂਗੀ ਤੇ 2030
31 ਤੱਕ ਯਾਨੀ ਕਿ ਹੁਣ ਤੋਂ 6 ਤੋਂ 7 ਸਾਲਾਂ ਤੱਕ ਜਿਹੜੀ ਭਾਰਤ ਦੀ GDP ਹੈਗੀ ਹੈ ਉਹ $7 ਟ੍ਰਿਲੀਅਨ ਦੀ ਹੋ ਜਾਊਗੀ, $7 ਟ੍ਰਿਲੀਅਨ ਤੋਂ ਵੀ ਵੱਧ ਜਾਊਗੀ। ਇਹ ਮਤਲਬ ਇੱਕ ਵੱਡਾ ਦਾਅਵਾ ਆ। ਹਾਲਾਂਕਿ ਕਾਂਗਰਸ ਵੱਲੋਂ ਜਿਹੜੀ ਆਪੋਜੀਸ਼ਨ ਧਿਰ ਹੈਗੀ ਹੈ ਜਾਂ ਜਿਹੜੇ ਇਕਨੋਮਿਕਸ ਦੇ ਮਾਹਰ ਹੈਗੇ ਆ ਉਹਨਾਂ ਵੱਲੋਂ ਹਮੇਸ਼ਾ ਜਿਹੜੇ ਆਪਣੇ ਸੀਤਾਰਮਨ ਹੈਗੇ ਆ ਜਿਹੜੇ ਫਾਈਨੈਂਸ ਮਿਨਿਸਟਰ ਨੇ ਭਾਰਤ ਦੇ, ਉਹਨਾਂ ਦੇ ਦਾਅਵਿਆਂ ਦੇ ਵਿੱਚ ਹਮੇਸ਼ਾ ਨੁਕਸ ਕੱਢੇ ਜਾਂਦੇ ਆ ਜਾਂ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਵੀ ਇਹਨਾਂ ਵੱਲੋਂ ਜਿਹੜੀ ਕੈਲਕੂਲੇਸ਼ਨ ਹੈ ਉਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਉੱਤੇ ਦੇ ਆਧਾਰ ਦੇ ਉੱਤੇ ਕੀਤੀ ਜਾ ਰਹੀ ਹੈ। ਪਰ ਰੈਦਰ ਜਦੋਂ ਤੁਸੀਂ ਉਹਨੂੰ ਇੱਕ ਡਿਫਰੈਂਟਲੀ ਕੈਲਕੂਲੇਟ ਕਰਦੇ ਹੋ ਜਾਂ ਜਿਹੜੀ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਦੇਖਦੇ ਹੋ ਲੋਕਾਂ ਦੇ ਹਵਾਲੇ ਨਾਲ, ਤੇ ਉਹ ਮਤਲਬ ਗਰਾਊਂਡ ਰਿਐਲਿਟੀ ਇਹ ਹੈ ਕਿ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਮੋਦੀ ਸਰਕਾਰ ਵੱਲੋਂ ਜਿਹੜਾ ਹੈ ਉਹ 5 ਕਿਲੋ ਅਨਾਜ ਹਰ ਮਹੀਨੇ ਦੇਣ ਦਾ ਕੀਤਾ ਹੋਇਆ। ਸੋ ਉਹ ਇੱਕ ਡਿਫਰੈਂਟ ਪਾਰਟ ਹੈਗਾ। ਸੋ ਇਹਨੂੰ ਦੋਵੇਂ ਪਰਸਪੈਕਟਿਵਸ ਤੋਂ ਦੇਖਣ ਦੀ ਲੋੜ ਹੈ। ਪਰ ਇਹ ਦਾਅਵਾ ਹੁਣ ਕੀਤਾ ਗਿਆ ਹੈ ਵੀ ਇਸ ਸਾਲ ਦੀ ਜਿਹੜੀ GDP ਰਹੀ ਹੈ ਉਹ 8.2 ਦੀ ਰਹੀ ਹੈ 2014 ਦੇ ਵਿੱਚ, ਤੇ ਇਸੇ ਹਿਸਾਬ ਨਾਲ ਚੱਲਦਿਆਂ $7 ਟ੍ਰਿਲੀਅਨ ਦੀ GDP ਭਾਰਤ ਦੀ ਜਿਹੜੀ ਹੈ ਉਹ ਆਉਣ ਦੇ 6 ਤੋਂ 7 ਸਾਲਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੂਗੀ। ਇਹ ਇੱਕ ਵੱਡਾ ਦਾਅਵਾ ਆ। ਤੇ ਜਿਹੜੀਆਂ ਸਟੇਟਾਂ ਇਹਦੇ ਵਿੱਚ ਇਹਨਾਂ ਨੇ ਲਿਸਟ ਕੀਤੀਆਂ ਨੇ ਕਿ ਜਿਹੜੀਆਂ ਭਾਰਤ ਦੀ ਨੈਸ਼ਨਲ ਇਕਨੋਮੀ ਨੂੰ ਕੰਟਰੀਬਿਊਟ ਕਰਦੀਆਂ ਨੇ, ਉਹਦੇ ਵਿੱਚ ਮਤਲਬ ਉਹ ਲਿਸਟ ਦੇਖਦਿਆਂ ਮੈਂ ਸਮਝਿਆ ਵੀ ਉਹਦੇ ਵਿੱਚ ਹੁਣ ਪੰਜਾਬ ਦਾ ਨਾਂ ਨਹੀਂ ਹੈਗਾ। ਪੰਜਾਬ ਪਹਿਲੇ 10 ਸੂਬਿਆਂ ਦੇ ਵਿੱਚ ਨਹੀਂ ਆਉਂਦਾ, ਜਿਹਨੂੰ ਅਸੀਂ ਕਦੇ ਸੋਨੇ ਦੀ ਚਿੜੀ ਕਹਿੰਦੇ ਸੀ ਜਾਂ ਇਸ ਕਿਸਮ ਦਾ ਈਵਨ 70ਵੇਂ 80ਵੇਂ ਦੇ ਵਿੱਚ ਉਹ ਹੁੰਦਾ ਸੀ ਵੀ ਇਹ ਬ੍ਰੈਡ ਬਾਸਕਟ ਹੈ ਇੰਡੀਆ ਦਾ ਢਿੱਡ ਭਰਨ ਵਾਲੀ ਥਾਂ ਆ ਜਿੱਥੋਂ ਝੋਨਾ ਜਾਂ ਕਣਕ ਉਗਦੀ ਹੈ ਤੇ ਉਹਦੇ ਨਾਲ ਭਾਰਤ ਦੀਆਂ ਜਿਹੜੀਆਂ ਬਾਕੀ ਸਟੇਟਾਂ ਹੈਗੀਆਂ ਨੇ ਉਹਨਾਂ ਦਾ ਢਿੱਡ ਭਰਿਆ ਜਾਂਦਾ। ਪਰ ਅੱਜ ਹਾਲਾਤ ਇਹ ਬਣ ਗਏ ਨੇ ਵੀ GDP ਦੇ ਆਧਾਰ ਦੇ ਉੱਤੇ ਜਦੋਂ ਇਕਨੋਮੀ ਦੇਖੀ ਜਾਂਦੀ ਹੈ ਤੇ ਭਾਰਤ ਦੇ ਪਹਿਲੇ 10 ਸੂਬਿਆਂ ਦੇ ਵਿੱਚ ਵੀ ਪੰਜਾਬ ਦਾ ਨਾਂ ਨਹੀਂ ਹੈਗਾ। ਮਹਾਰਾਸ਼ਟਰ ਪਹਿਲੇ ਨੰਬਰ ਤੇ, ਤਾਮਿਲਨਾਡੂ, ਕਰਨਾਟਕ, ਗੁਜਰਾਤ, UP, ਬੰਗਾਲ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼, ਇਹ 10 ਸੂਬੇ ਜਿਹੜੇ ਹੈਗੇ ਆ ਇਹਨਾਂ ਦੀ ਲਿਸਟ ਸਾਡੇ ਸਾਹਮਣੇ ਜਿਹੜੀ ਰਿਪੋਰਟਿੰਗ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਛਾਇਆ ਹੋਈਆਂ ਨੇ ਉਹਨਾਂ ਦੇ ਵਿੱਚ ਸਾਹਮਣੇ ਆਉਂਦੀ ਹੈ। ਸੋ ਮੈਂ ਚਾਹੂੰਗਾ ਥੋੜਾ ਜਿਹਾ ਓਵਰਆਲ GDP ਦੇ ਹਵਾਲੇ ਨਾਲ ਵੀ ਤੇ ਨਾਲ ਹੀ ਨਾਲ ਪੰਜਾਬ ਸਪੈਸੀਫਿਕ ਜਿਹੜੀ ਆਰਥਿਕ ਹਾਲਾਤ ਹੈਗੇ ਆ ਇਸ ਵਕਤ ਅਸੀਂ ਹਮੇਸ਼ਾ ਪੰਜਾਬ ਸਿਰ ਕਰਜ਼ਾ ਜਿਹੜਾ ਵੱਧਦੇ ਦੀ ਉਹ ਖਬਰ ਸੁਣਦੇ ਆ। ਉਹ ਮਨਪ੍ਰੀਤ ਬਾਦਲ ਤੋਂ ਲੈ ਕੇ ਅਸੀਂ ਪਿਛਲੇ 10 15 20 ਸਾਲਾਂ ਦੇ ਵਿੱਚ ਦੇਖੀਏ ਜਦੋਂ ਨਵੀਂ ਸਰਕਾਰ ਆਉਂਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਆਈ, ਕਾਂਗਰਸ ਦੀ ਆਈ, ਫਿਰ ਹੁਣ ਭਗਵੰਤ ਮਾਨ ਦੀ ਹੈ, ਹਰ ਵਾਰੀ ਜਿਹੜੀ ਸਰਕਾਰ ਹੈ ਉਹ ਕਰਜ਼ਾ ਵੱਧ ਕੇ ਹੀ ਪੰਜਾਬ ਸਿਰ ਹੋਰ ਚੜਿਆ ਹੁੰਦਾ। ਉਹਦਾ ਕਿਸੇ ਪਾਸਿਓਂ ਕੋਈ ਘੱਟ ਹੋਣਾ ਕਰਜ਼ੇ ਦਾ ਜਾਂ ਕਿਸੇ ਪਾਸਿਓਂ ਕੋਈ ਫਾਇਦਾ ਹੁੰਦਾ ਨਹੀਂ ਨਜ਼ਰ ਆਉਂਦਾ। ਅਮਰਵੀਰ ਸਿੰਘ ਜੀ, ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਜਿਹੜਾ ਆਈਡੀਆ ਆ ਭਾਰਤ ਦੀ 2030 ਤੱਕ 7 ਟ੍ਰਿਲੀਅਨ ਦੀ ਇਕਨੋਮੀ ਹੋਣ ਦਾ, GDP ਜਿਹੜੀ ਆ ਜੀ, ਤਾਂ ਉਹਦੇ ਬਾਰੇ ਤਾਂ ਜਿਹੜਾ ਲਗਾਤਾਰ ਅਸੀਂ ਸ਼ਾਇਦ ਇੱਕ ਵਾਰ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਇਹ ਗੱਲ ਸਪਸ਼ਟ ਆ ਵੀ ਭਾਰਤ ਉਹਨਾਂ ਮੁਲਕਾਂ 'ਚ ਆਉਂਦਾ ਜਿੱਥੇ ਸਭ ਤੋਂ ਵੱਧ ਜਿਹੜਾ ਪਾੜਾ ਆ ਵੈਲਥ ਡਿਸਟਰੀਬਿਊਸ਼ਨ ਦੇ ਵਿੱਚ ਜੀ। ਕਿ ਮਤਲਬ ਕਿਉਂਕਿ ਭਾਰਤ ਇਸ ਸਮੇਂ ਚਾਈਨਾ ਨੂੰ ਲਗਭਗ ਮੈਨੂੰ ਲੱਗਦਾ ਵੀ ਅਫੀਸ਼ੀਅਲੀ ਸਰਪਾਸ ਕਰ ਚੁੱਕਿਆ ਆ ਆਬਾਦੀ ਦੇ ਮਾਮਲੇ 'ਚ। ਬਿਲਕੁਲ ਬੜੇ ਛੋਟੇ ਖਿੱਤੇ ਦੇ ਵਿੱਚ ਬਹੁਤ ਜ਼ਿਆਦਾ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਲਈ ਬੈਠਾ ਹੈ ਤੇ ਖਾਸ ਤੌਰ ਤੇ ਜਿਹੜੇ ਇਸ ਆਬਾਦੀ ਦੇ ਵਾਧੇ ਦੇ ਸਭ ਤੋਂ ਬੜੇ ਕਾਰਕ ਆ ਜਿਹੜੇ ਉਹ ਹੈਗੇ ਆ ਜਿਹੜੇ ਹਿੰਦੀ ਭਾਸ਼ੀ ਖੇਤਰ ਨੇ ਜਿਹਨੂੰ ਕਾਓ ਬੈਲਟ ਕਹਿੰਦੇ ਆ ਜੀ, ਤੇ ਉਹਨਾਂ ਦੇ ਵਿੱਚ ਅਨਪੜ੍ਹਤਾ ਵੀ ਸਭ ਤੋਂ ਵੱਧ ਆ ਤੇ ਉਹ ਮਤਲਬ ਉਹਦੇ 'ਚ ਜਿਹੜਾ GDP ਦਾ ਸਟੇਟਸ ਆ ਉਹ ਇਹੀ ਆ ਵੀ ਜਿੱਥੇ ਅੰਬਾਨੀ ਅਡਾਨੀ ਵਰਗੇ ਜਾਂ ਟਾਟਾ ਇਹੋ ਜਿਹੇ ਟਾਟਾ ਬਿਰਲਾ ਬਹੁਤ ਕੁਛ ਵੱਡੇ ਪਰਿਵਾਰ ਭਾਰਤ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਕੋਲ ਇੱਕ ਪਾਸੇ ਬਹੁਤ ਵੱਡਾ ਸਰਮਾਇਆ ਤੇ ਉਹ ਤੋਂ ਬਾਅਦ ਇੱਕ ਹੋਰ ਵੱਡਾ ਹਿੱਸਾ ਜਿਹੜਾ ਪੋਲੀਟੀਕਲ ਕਰਪਸ਼ਨ ਦੇ ਚੱਲਦਿਆਂ ਬਣ ਚੁੱਕਿਆ ਜਿਹਦੇ ਕੋਲ ਇੱਕ ਵੱਡਾ ਸਰਮਾਏ ਦਾ ਇੱਕ ਵੱਡਾ ਹਿੱਸਾ ਆ ਜੀ। ਪਰ ਜਿਹੜੀ ਬਹੁਤੀ ਆਬਾਦੀ ਆ ਭਾਰਤ ਦੀ ਉਹ ਹਜੇ ਵੀ ਉੱਥੇ ਹੀ ਖੜੀ ਆ ਵੀ ਨਹਾਉਣ ਲਈ ਬਾਥਰੂਮ ਨਹੀਂ, ਬਖਾਨਾ ਜਾਣ ਲਈ ਕੋਈ ਥਾਂ ਨਹੀਂ ਤੇ ਪੀਣ ਲਈ ਸਾਫ਼ ਪਾਣੀ ਨਹੀਂ। ਤੇ ਜਿਹਦੇ ਚੱਲਦਿਆਂ ਫਿਰ ਸਰਕਾਰ ਜਿਹੜੀਆਂ ਆਹ ਆਟਾ ਦੇਣ ਦੀਆਂ ਨੀਤੀਆਂ ਜਾਂ ਇਹੋ ਜਿਹੀਆਂ ਨੀਤੀਆਂ ਜਿਹੜੀ ਕੇਂਦਰ ਸਰਕਾਰ ਆ ਉਹ ਲਿਆਉਂਦੀ ਰਹਿੰਦੀ ਆ ਕਿ ਲੋਕਾਂ ਨੂੰ ਘੱਟੋ ਘੱਟ ਚੱਲ ਜਿਹੋ ਜਿਹਾ ਮਰਜ਼ੀ ਆ ਵੀ ਅੰਨ 4 ਦਾਣੇ ਅੰਨ ਦੇ ਮਿਲਦੇ ਰਹਿਣ ਜੀ। ਤੇ
ਜਿਹੜਾ ਹੁਣ ਦੂਜੇ ਪਾਸੇ ਅਸੀਂ ਗੱਲ ਕਰੀਏ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ, ਤਾਂ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਜਿਹੜੀ ਅਮਰਵੀਰ ਸਿੰਘ ਜੀ ਤੁਸੀਂ ਗੱਲ ਕੀਤੀ ਆ ਵੀ ਭਾਰਤ ਪੰਜਾਬ ਜਿਹੜਾ ਅੰਗਰੇਜ਼ ਜਿਹੜਾ ਮਤਲਬ ਹੈਗਾ ਸੀ ਉਹ ਬ੍ਰਿਟਿਸ਼ ਐਡਮਿਨਿਸਟਰਡ ਇੰਡੀਆ ਸੀ, ਜਿਹੜਾ ਉਹ ਸਾਰਾ ਖਿੱਤਾ ਸੀ, ਉਹਦੇ ਚ ਪੰਜਾਬ ਮੋਹਰੀ ਸੂਬਿਆਂ ਚੋਂ ਇੱਕ ਸੀ ਆਰਥਿਕ ਪੱਖ ਤੋਂ। ਪਰ ਅੱਜ ਦੇ ਸਮੇਂ ਚ ਪੰਜਾਬ ਜਿਹੜਾ ਆ ਉਹ ਪੰਜਾਬ ਚੋਂ ਨਿਕਲਿਆ ਹਰਿਆਣਾ ਪੰਜਾਬ ਤੋਂ ਬਹੁਤ ਗਾਂਹ ਲੰਘ ਚੁੱਕਿਆ ਹੈ। ਜੇ ਪਰ ਕੈਪੀਟਾ ਇਨਕਮ ਦੀ ਗੱਲ ਕਰੀਏ, ਜਿਹੜੀ ਹੁਣ 2023-24 ਦੀ ਰਿਪੋਰਟ ਆ ਜੀ, ਮੈਂ ਇਹਦਾ ਜ਼ਿਕਰ ਕਰਨਾ ਚਾਹੁੰਦਾ ਕਿ ਇੱਕ ਇੰਡੀਅਨ ਐਕਸਪ੍ਰੈਸ ਦੀ ਇਹ ਖਬਰ ਆ ਜਿਹਦਾ ਟਾਈਟਲ ਆ ਵੰਸ ਲੈਗਾਰਡ ਹਰਿਆਣਾ ਆਊਟਸਟ੍ਰਿਪਸ ਪੰਜਾਬ ਇਨ GDP ਸ਼ੇਅਰ ਪਰ ਕੈਪੀਟਾ ਇਨਕਮ ਗਰੋਥ। ਇਹ ਭਾਰਤ ਦਾ ਜਿਹੜਾ ਰਿਸਰਚ ਪੇਪਰ ਆ ਇੰਡੀਅਨ ਗਵਰਨਮੈਂਟ ਦਾ, ਉਹਦੇ ਬੇਸਿਸ ਤੇ ਇਹ ਐਨਾਲਿਸਿਸ ਆ, ਜਿਹਦੇ ਚ ਉਹਨਾਂ ਨੇ ਸਪਸ਼ਟ ਕੀਤਾ ਇਹ 'ਚ ਬਹੁਤ ਸਾਰੇ ਆંકੜੇ ਆ। ਹੁਣ ਅਸੀਂ ਉਹਨਾਂ ਸਾਰੇ ਆંકੜਿਆਂ ਵੱਲ ਨਹੀਂ ਜਾਂਦੇ, ਪਰ ਇਸ ਰਿਪੋਰਟ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਕਿਵੇਂ 2023-24 ਤੱਕ ਆਉਂਦਿਆਂ ਜਿਹੜੀ ਪੰਜਾਬ ਦੀ ਪਰ ਕੈਪੀਟਾ ਇਨਕਮ ਆ ਉਹ ਇਸ ਸਮੇਂ ਆਪਣੇ ਇਤਿਹਾਸ ਮਤਲਬ ਬਾਕੀਆਂ ਦੀ ਤਾਂ ਤੁਸੀਂ ਦੇਖੋ ਵੀ ਵਧੀ ਆ। ਮਤਲਬ ਪਰ ਕੈਪੀਟਾ ਇਨਕਮ ਅਸੀਂ ਕਹਿੰਦੇ ਆ ਵੀ 1960 ਤੋਂ ਬਾਅਦ ਗੱਲ ਕਰਨੀ ਹੋਵੇ ਤਾਂ ਅੱਜ ਦੇ ਸਮੇਂ 'ਚ ਜਿੱਥੇ ਮਹਿੰਗਾਈ ਵਧੀ ਆ ਉੱਥੇ ਜਿਹੜੀ ਸੂਬਿਆਂ ਦੀ ਆਮਦਨ ਵੀ ਵਧੀਆ, ਪਰ ਕੈਪੀਟਾ ਇਨਕਮ ਵੀ ਵਧੀਆ। ਤੇ ਪਰ ਜਦੋਂ ਨੈਸ਼ਨਲ ਐਵਰੇਜ ਆ ਜਿਹੜੀ ਮਤਲਬ ਉਹਦੇ ਨਾਲ ਇਹਨਾਂ ਨੇ ਰਿਲੇਟਿਵ ਪਰ ਕੈਪੀਟਾ ਇਨਕਮ ਕੱਢੀ ਆ ਵੀ ਭਾਰਤ ਜਿਵੇਂ ਗਰੋਥ ਹੋ ਰਹੀ ਆ, ਉਸ ਗਰੋਥ ਦੇ ਵਿੱਚ ਜਿਹੜੀ ਨੈਸ਼ਨਲ ਐਵਰੇਜ ਆ ਉਹਦੇ ਨਾਲ ਜੇ ਤੁਸੀਂ ਰਿਲੇਟਿਵ ਪਰ ਕੈਪੀਟਾ ਇਨਕਮ ਕੱਢਦੇ ਹੋ ਤਾਂ ਪੰਜਾਬ ਦੀ ਜਿਹੜੀ ਪਰ ਕੈਪੀਟਾ ਇਨਕਮ ਆ ਉਹ ਮੈਂ ਤੁਹਾਨੂੰ ਦੱਸਦਾ, ਉਹ ਕਹਿੰਦੇ ਵੀ ਪੰਜਾਬ ਪਰ ਕੈਪੀਟਾ ਇਨਕਮ ਪੀਕਡ ਐਟ 169% ਆਫ ਦਾ ਨੈਸ਼ਨਲ ਐਵਰੇਜ in 1970-71 and has since declined to 106.7% of the national average in 2023-24. Even lower than the 119.6% in 1960 to 61. ਮਤਲਬ 1960-61 ਦੇ ਵਿੱਚ ਕਹਿੰਦੇ ਵੀ ਜਿਹੜੀ ਪੰਜਾਬ ਦੀ ਪਰ ਕੈਪੀਟਾ ਇਨਕਮ ਸੀ ਨੈਸ਼ਨਲ ਐਵਰੇਜ ਦੇ ਰਿਲੇਟਿਵ ਉਹ 119.6% ਸੀ ਜੀ। ਮਤਲਬ ਉਹਦੇ ਨਾਲੋਂ ਵੀ ਜਿਹੜੀ ਹੁਣ 1960-61 ਦੇ ਵਿੱਚ 119.6% ਸੀ, ਉਹਦੇ ਨਾਲ ਵੀ ਜਿਹੜੀ 2023-24 ਦੇ ਵਿੱਚ ਆ ਉਹ ਘਟ ਕੇ 106.7% ਰਹਿ ਚੁੱਕੀ ਆ। ਮਤਲਬ ਇਹ ਜਿਹੜਾ ਮੈਂ ਸਿਰਫ ਇੱਕ ਡਾਟਾ ਨੂੰ ਫੜ ਰਿਹਾ, ਜਿਹੜਾ ਇਹ ਡਾਟਾ ਇਹ ਕੀ ਸ਼ੋਅ ਕਰਦਾ ਹੈ, ਇਹ ਡਾਟਾ ਅਮਰਵੀਰ ਸਿੰਘ ਜੀ ਸ਼ੋਅ ਕਰ ਰਿਹਾ ਵੀ ਭਾਰਤ ਦੇ ਜਿੰਨੀ ਕੁ ਭਾਰਤ ਦੀ ਤਰੱਕੀ ਹੋ ਰਹੀ ਆ, ਭਾਰਤ ਦੇ ਵਿੱਚ ਜਿੰਨੀ ਕੁ ਹੋਰ ਸੂਬਿਆਂ ਦੀ ਤਰੱਕੀ ਹੋ ਰਹੀ ਆ, ਹੋਰ ਸੂਬਿਆਂ ਦੇ ਲੋਕਾਂ ਦੀ ਤਰੱਕੀ ਹੋ ਰਹੀ ਆ ਜੀ, ਉਹਦੇ ਰਿਲੇਟਿਵਲੀ ਜੇ ਉਹਦੇ ਨਾਲ ਤੁਸੀਂ ਰਿਲੇਟ ਕਰੋ ਉਹਦੇ ਮੁਕਾਬਲੇ ਪੰਜਾਬ ਦੇ ਵਿੱਚ ਜਿਹੜੀ ਤਰੱਕੀ ਆ ਉਹ ਤਰੱਕੀ ਨਹੀਂ ਹੋ ਰਹੀ, ਬਲਕਿ ਪੰਜਾਬ ਦੀ ਆਰਥਿਕਤਾ ਡਿਕਲਾਈਨ ਹੋ ਰਹੀ ਆ ਜੀ, ਉਹ ਥੱਲੇ ਨੂੰ ਜਾ ਰਹੀ ਆ। ਬਾਕੀ ਦੁਨੀਆ ਦੇ ਵਿੱਚ ਭਾਰਤ ਕਹਿ ਰਹੇ ਸਾਡੀ GDP ਵੱਧ ਰਹੀ ਹੈ, ਇਹ ਵੱਧ ਰਹੀ ਹੈ, ਅਸੀਂ ਦੇਖ ਵੀ ਰਹੇ ਹਾਂ ਭਾਰਤ ਦੇ ਵਿੱਚ ਪੈਸਾ ਲੋਕਾਂ ਕੋਲ ਆ ਵੀ ਰਿਹਾ ਹੈ, ਕਈ ਸੂਬੇ ਅਮੀਰ ਵੀ ਹੋ ਰਹੇ ਨੇ ਜਿਵੇਂ ਗੁਜਰਾਤ ਆ ਜਾਂ ਹੋਰ ਆ, ਪਰ ਪੰਜਾਬ ਦੇ ਵਿੱਚ ਇੰਡੀਅਨ ਸਟੇਟ ਨੇ ਲਗਾਤਾਰ ਇਹੋ ਜਿਹੀ ਪਾਲਿਸੀ ਲਿਆਂਦੀ ਵੀ ਅੱਜ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਪੈਸੇ ਪੱਖੋਂ ਆਰਥਿਕ ਪੱਖੋਂ ਇੰਨਾ ਕੁ ਨਿਚੋੜ ਕੇ ਰੱਖਤਾ ਆ ਵੀ ਇਸੇ ਕਰਕੇ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ, ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਨਿਆਣਿਆਂ ਨੂੰ ਇਹਨਾਂ ਮੁਲਕਾਂ 'ਚ ਭੇਜ ਰਹੇ ਆ, ਚਾਹੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਹੋਵੇ, ਵੀ ਮਤਲਬ ਉੱਥੇ ਕੋਈ ਤੁਹਾਡੇ ਕੋਲ ਰੁਜ਼ਗਾਰ ਦਾ ਕੋਈ ਤਰੱਕੀ ਕਰਨ ਦਾ ਕੋਈ ਵਸੀਲਾ ਸਾਧਨ ਹੀ ਨਹੀਂ ਛੱਡਿਆ। ਤੇ ਨਾਲ ਇਹਦੇ ਉੱਤੇ ਜਿਹੜਾ ਪੋਲੀਟੀਕਲ ਇਨਸਟੇਬਿਲਿਟੀ ਆ, ਜਿਹੜਾ ਇੱਕ ਡਰ ਆ ਸਟੇਟ ਦਾ, ਪੁਲਿਸ ਦਾ ਡਰ ਆ, ਜਿਹੜੀ ਦਹਿਸ਼ਤ ਆ ਵੀ ਉਹ ਹੋਰ ਜ਼ਿਆਦਾ ਰੋਲ ਪਲੇ ਕਰਦੇ ਆ। ਇਹ ਫੈਕਟਰਸ ਜਿਹੜੇ ਆ ਵੀ ਜਿੱਥੇ ਲੋਕ ਜਿਹੜੇ ਆ ਉਹਨਾਂ ਦੇ ਅੰਦਰ ਤੁਸੀਂ ਕਹਿ ਸਕਦੇ ਹੋ ਵੀ ਇੰਨੀ ਕੁ ਇਨਸਟੇਬਿਲਿਟੀ ਆ ਵੀ ਉੱਥੇ ਕੋਈ ਵੀ ਪਰਿਵਾਰ ਆਪਣੇ ਨਿਆਣਿਆਂ ਨੂੰ ਇਸ ਸਮੇਂ ਪੰਜਾਬ 'ਚ ਨਹੀਂ ਰੱਖਣਾ ਚਾਹੁੰਦਾ, ਵੀ ਉਹ ਪੰਜਾਬ ਤੋਂ ਬਾਹਰ ਆਪਣੇ ਨਿਆਣਿਆਂ ਨੂੰ ਭੇਜਣਾ ਚਾਹੁੰਦੇ ਆ। ਉਹਦੇ ਪਿੱਛੇ ਹੁਣ ਅਮਰਵੀਰ ਸਿੰਘ ਜੀ ਬਹੁਤ ਜ਼ਿਆਦਾ ਕਾਰਨ ਆ, ਇਹਦੇ ਤੇ ਇੱਕ ਪੂਰੀ ਡਿਟੇਲਡ ਸਟੋਰੀ ਹੋ ਸਕਦੀ ਆ, ਪਰ ਮੈਂ ਆਪਣੇ ਸੈਗਮੈਂਟ ਨੂੰ ਇੱਕ ਮਤਲਬ ਥਿੰਕਰ ਜਿਹੜੇ ਕੇਸਰ ਸਿੰਘ ਭੰਗੂ ਜਿਹੜੇ ਆ ਇਸ ਸਟੋਰੀ ਦੇ ਵਿੱਚ ਉਹਨਾਂ ਦੀ ਗੱਲ ਨੂੰ ਕੋਟ ਕੀਤਾ ਆ ਜੀ। ਤੇ ਕੇਸਰ ਸਿੰਘ ਭੰਗੂ ਜਿਹੜੇ ਆ ਉਹਨਾਂ ਦਾ ਕਹਿਣਾ ਆ ਕਿ per capita income is an important indicator. We are paying the price for agriculture overstay. No government try to diversify from agriculture.
the occupational change should have been brought. There is no inviting industrial policy. All elected government's priority was security. They will recruit youth in police but no teachers and doctors. ਵੀ ਸਿਰਫ ਤੇ ਸਿਰਫ ਪੁਲਿਸ ਦੇ ਵਿੱਚ ਭਰਤੀ ਕੀਤੀ ਜਾਂਦੀ ਆ, ਔਰ ਕਿਸੇ ਮਹਿਕਮੇ 'ਚ ਕੋਈ ਭਰਤੀ ਨਹੀਂ, ਕੋਈ ਨੌਕਰੀਆਂ ਨਹੀਂ, ਕੋਈ ਰੁਜ਼ਗਾਰ ਨਹੀਂ। ਤਾਂ ਉਹੀ ਆ ਵੀ ਪੰਜਾਬ ਜਿਹੜਾ ਆ ਉਹਨੂੰ ਤੁਸੀਂ ਕਹਿ ਸਕਦੇ ਹੋ ਵੀ ਇੰਡੀਅਨ ਸਟੇਟ ਜਿਹੜੀ ਆ ਉਹ ਪੰਜਾਬ ਨੂੰ ਹਮੇਸ਼ਾ ਇੱਕ ਐਜ਼ ਅ ਕੋਲੋਨੀ ਟਰੀਟ ਕਰਦੀ ਆ, ਜਿਹਦੇ 'ਚ ਉਹਦਾ ਮਕਸਦ ਸਿਰਫ ਤੇ ਸਿਰਫ ਉਹਦੇ ਦੋ ਮਕਸਦ ਆ। ਇੱਕ ਪੰਜਾਬ ਦੇ ਵਿੱਚੋਂ ਜਿਹੜੇ ਰਿਸੋਰਸਿਸ ਆ, ਨੈਚੁਰਲ ਰਿਸੋਰਸਿਸ ਆ, ਚਾਹੇ ਉਹ ਪਾਣੀ ਆ, ਚਾਹੇ ਪੰਜਾਬ ਦੀ ਫੂਡ ਪ੍ਰੋਡਕਸ਼ਨ ਆ, ਉਹ ਸਾਰੀ ਨੂੰ ਭਾਰਤ ਦੇ ਬਾਕੀ ਖਿੱਤੇ 'ਚ ਯੂਜ਼ ਕਰਨ ਵਾਸਤੇ ਪੰਜਾਬ ਤੋਂ ਖੋਹਣਾ, ਪੰਜਾਬ ਤੋਂ ਲੈਣਾ। ਤੇ ਉਹਦੇ ਇਵਜ਼ ਦੇ ਵਿੱਚ ਜੇ ਪੰਜਾਬ ਦੇ ਵਿੱਚ ਉਹਨਾਂ ਨੇ ਪੈਸਾ ਕਿਤੇ ਲਾਇਆ ਤਾਂ ਸਿਰਫ ਇੱਕੋ ਇੱਕ ਮਹਿਕਮਾ ਅਮਰਵੀਰ ਸਿੰਘ ਜੀ, ਉਹ ਪੁਲਿਸ ਮਹਿਕਮਾ ਹੈ ਜੀ। ਤੇ ਇਹ ਹੁਣ ਕੇਸਰ ਸਿੰਘ ਭੰਗੂ ਵੀ ਇਹੀ ਸਪਸ਼ਟ ਕਰ ਰਹੇ ਆ। ਪੁਲਿਸ ਮਹਿਕਮਾ ਕਿਉਂ ਆ? ਕਿਉਂਕਿ ਉਹ ਐਜ਼ ਅ ਕੋਲੋਨੀ ਟਰੀਟ ਕਰ ਰਹੇ ਆ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਉਹ ਸਲੇਵ ਸਮਝਦੇ ਆ, ਤੇ ਸਲੇਵਸ ਨੂੰ ਕਾਬੂ ਰੱਖਣ ਦੇ ਲਈ ਸਿਰਫ ਇੱਕੋ ਇੱਕ ਮਹਿਕਮਾ ਉਹਨਾਂ ਨੂੰ ਚਾਹੀਦਾ ਹੈ ਪੁਲਿਸ ਦਾ, ਤੇ ਉਹ ਸਿਰਫ ਪੁਲਿਸ ਦੇ ਉੱਤੇ ਹੀ ਪੈਸਾ ਲਾਉਂਦੇ। ਮਤਲਬ ਇਹ ਕ੍ਰਾਈਸਿਸ ਆ ਜਿਹੜਾ ਪੰਜਾਬ ਦਾ, ਜਿਹੜਾ ਇਕਨੋਮਿਕਲ ਕ੍ਰਾਈਸਿਸ ਹੈ ਪੰਜਾਬ ਦੇ ਲੋਕਾਂ ਨੂੰ, ਜਿਹੜੇ ਕਈ ਭਾਰਤੀ ਰਾਸ਼ਟਰਵਾਦੀ ਵੀ ਹੈਗੇ ਆ, ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਵੀ ਜਿਹੜੀ ਪੰਜਾਬ ਦੀ ਪ੍ਰੋਬਲਮ ਆ ਉਹਦਾ ਬੇਸਿਕ, ਉਹਦਾ ਮੂਲ ਕਾਰਨ ਸਿਰਫ ਇੱਕੋ ਇੱਕ ਆ ਕਿ ਜਿਹੜਾ ਇੰਡੀਆ ਆ ਉਹ ਪੰਜਾਬ ਨੂੰ ਆਪਣਾ ਪਾਰਟ ਕਦੇ ਉਹਨੇ ਮੰਨਿਆ ਹੀ ਨਹੀਂ। ਉਹ ਪੰਜਾਬ ਨੂੰ ਮੁੱਢ ਤੋਂ ਇੱਕ ਐਜ਼ ਅ ਕੋਲੋਨੀ ਟਰੀਟ ਕਰਦਾ ਆ, ਜਿਹਦੇ 'ਚ ਉਹਦੇ ਦੋਨੇ ਮਕਸਦ ਆ ਕਿ ਉਹ ਪੰਜਾਬ ਦੇ ਲੋਕ ਸਲੇਵ ਆ ਉਹਦੇ, ਤੇ ਉਹਨਾਂ ਸਲੇਵਸ ਨੂੰ ਕਾਬੂ ਰੱਖਣ ਲਈ ਉਹਨਾਂ ਤਕੜੀ ਪੁਲਿਸ ਉੱਥੇ ਰੱਖਣੀ ਆ, ਤੇ ਨਾਲ ਜਿਹੜੇ ਪੰਜਾਬ ਦੇ ਰਿਸੋਰਸਿਸ ਆ ਉਹ ਲੁੱਟਣੇ ਆ, ਤੇ ਉਸੇ ਲੁੱਟ ਦੇ ਵਿੱਚੋਂ ਉਹਨਾਂ ਰਿਸੋਰਸਿਸ ਦੇ ਪੈਸੇ 'ਚੋਂ ਇੱਕ ਹਿੱਸਾ ਸਿਰਫ ਤੇ ਪੁਲਿਸ ਦੇ ਰਾਹੀਂ ਉਹ ਪੰਜਾਬ ਦੇ ਵਿੱਚ ਭੇਜਦਾ, ਬਾਕੀ ਕੁਛ ਪੰਜਾਬ ਨੂੰ ਦਿੱਤਾ ਜਾਂਦਾ। ਤੇ ਪੰਜਾਬ ਲਗਾਤਾਰ ਕਰਜ਼ਈ ਹੋ ਰਿਹਾ। ਕੇਸਰ ਸਿੰਘ ਭੰਗੂ ਡਿਮਾਂਡ ਕਰਦਾ ਵੀ ਜਿਹੜਾ ਮਤਲਬ ਘੱਟੋ ਘੱਟ ਜੇ ਪੰਜਾਬ ਨੂੰ ਤੁਸੀਂ ਇੱਕ ਲੈਵਲ ਤੇ ਲੈ ਕੇ ਆਉਣਾ, ਨਹੀਂ ਤਾਂ ਕ੍ਰਾਈਸਿਸ ਲਗਾਤਾਰ ਵੱਧ ਰਿਹਾ ਹੈ, ਜੇ ਲੈ ਕੇ ਆਉਣਾ ਤਾਂ ਹਰੇਕ ਮਤਲਬ 10 ਸਾਲਾਂ ਤੱਕ ਜਿਹੜੀ ਕੇਂਦਰ ਦੀ ਸਰਕਾਰ ਆ ਉਹਨੂੰ ਪੰਜਾਬ ਨੂੰ 20,000 ਕਰੋੜ ਰੁਪਈਆ ਸਾਲਾਨਾ ਜਿਹੜਾ ਆ ਉਹ ਇੱਕ ਏਡ ਦੇਣੀ ਚਾਹੀਦੀ ਹੈ, ਇੱਕ ਪੈਕੇਜ 10 ਸਾਲਾਂ ਵਾਸਤੇ ਹਰ ਸਾਲ 20,000 ਕਰੋੜ ਜੇ ਦਵੇ ਤਾਂ ਪੰਜਾਬ ਜਿਹੜਾ ਆ ਉਹ ਇਕਨੋਮਿਕਲੀ ਸਟੇਬਲ ਹੋ ਸਕਦਾ ਆ। ਪਰ ਇਹ ਅਸੀਂ ਜਾਣਦੇ ਆ ਕਿ ਕਦੇ ਹੋਣਾ ਨਹੀਂ, ਤੇ ਅਲਟੀਮੇਟਲੀ ਇਹ ਗੱਲ ਅਸੀਂ ਮਤਲਬ ਸਪਸ਼ਟ ਕਰ ਦਈਏ ਵੀ ਕਈ ਵਾਰ ਲੋਕ ਕਹਿੰਦੇ ਆ ਕਿ ਪੰਜਾਬ ਤੋਂ ਜੀ ਮਾਈਗ੍ਰੇਸ਼ਨ ਹੋ ਗਈ, ਸਾਰੇ ਪੰਜਾਬ ਦੇ ਲੋਕ ਬਾਹਰ ਚਲੇ ਗਏ, ਪਰ ਅਮਰਵੀਰ ਸਿੰਘ ਜੀ ਇਹ ਵੀ ਇੱਕ ਸੱਚਾਈ ਆ ਵੀ ਜਿਵੇਂ ਦਾ ਪੰਜਾਬ ਨੂੰ ਇੰਡੀਅਨ ਐਡਮਿਨਿਸਟ੍ਰੇਸ਼ਨ, ਇੰਡੀਅਨ ਸਟੇਟ ਨੇ ਲਤਾੜਿਆ, ਪੰਜਾਬ ਨੂੰ ਬਰਬਾਦ ਕੀਤਾ ਸੀ, ਜੇ ਅੱਜ ਪੰਜਾਬ ਫੇਰ ਮਾੜਾ ਮੋਟਾ ਆਪਣੇ ਪੈਰਾਂ ਸਿਰ ਖੜਾ ਆ ਤਾਂ ਉਹ ਸਿਰਫ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੇ ਕਮਾਏ ਪੈਸਿਆਂ ਸਦਕਾ ਖੜਾ ਆ। ਪੰਜਾਬ ਦਾ ਉਹੀ ਪਰਿਵਾਰ ਮਾੜਾ ਮੋਟਾ ਜਿਹੜਾ ਆ ਉਹ ਖੁਸ਼ ਜਾਂ ਆਪਣਾ ਗੁਜ਼ਾਰਾ ਕਰਨ ਜੋਗਾ ਆ, ਜਿਨ੍ਹਾਂ ਦਾ ਕੋਈ ਪਰਿਵਾਰਕ ਜੀ ਕਿਸੇ ਬਾਹਰਲੇ ਮੁਲਕ 'ਚ ਕਿਤੇ ਮਿਹਨਤ ਕਰ ਰਿਹਾ ਆ, ਤੇ ਅਦਰਵਾਈਜ਼ ਪੰਜਾਬ ਦੀ ਜਿਹੜੀ ਇਕਨੋਮੀ ਆ ਉੱਥੇ ਨੌਜਵਾਨਾਂ ਲਈ ਕੋਈ ਰੁਜ਼ਗਾਰ ਨਹੀਂ, ਕੋਈ ਨਵਾਂ ਕੋਈ ਵਿਜ਼ਨ ਨਹੀਂ ਆ ਸਰਕਾਰਾਂ ਦੇ ਕੋਲ ਜੀ ਪੰਜਾਬ ਦੀ, ਕਿਉਂਕਿ ਜਿਹੜੀ ਸਟੇਟ ਗਵਰਨਮੈਂਟ ਆ ਉਹਦੇ ਕੋਲ ਕੋਈ ਪਾਵਰ ਨਹੀਂ ਆ, ਸਾਰੀਆਂ ਪਾਵਰ ਸੈਂਟਰ ਕੋਲ ਆ, ਤੇ ਸੈਂਟਰ ਦੀ ਕਦੇ ਵੀ ਅਪਰੋਚ ਪੰਜਾਬ ਦੇ ਵਿੱਚ ਇਕਨੋਮਿਕਲ ਸਟੇਬਿਲਿਟੀ ਦੀ ਨਹੀਂ ਰਹੀ। ਜੀ ਬਿਲਕੁਲ। ਸੋ ਇਹ ਹੁਣ ਅਗਲੇ ਸੈਗਮੈਂਟ ਦੇ ਵਿੱਚ ਵੀ ਅਸੀਂ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹਦੇ ਤੇ ਫੋਲੋ ਅਪਸ ਹੈਗੇ ਆ ਜਾਂ ਅਦਰਵਾਈਜ਼ ਨਵੀਆਂ ਡਿਵੈਲਪਮੈਂਟਸ ਹੋਣੀਆਂ ਉਹਦੇ ਤੇ ਵਿਚਾਰਾਂ ਦੀ ਸਾਂਝ ਪਾਵਾਂਗੇ ਸਾਡੇ ਦਰਸ਼ਕਾਂ ਦੇ ਨਾਲ, ਜਿਹੜੇ ਇਸ ਵਕਤ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ। ਸਮਾਂ ਸਾਡਾ ਅੱਜ ਦੇ ਸ਼ੋਅ ਦਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਹੈ, ਤੇ ਮੈਂ ਜਾਂਦੇ ਜਾਂਦੇ ਬੇਨਤੀ ਜ਼ਰੂਰ ਕਰਦੇ ਹਾਂ ਤੁਹਾਡੇ ਗੋਚਰੀ ਕਿ ਇਸ ਪਲੇਟਫਾਰਮ ਦੇ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਤੇ ਨਾਲ ਹੀ ਨਾਲ ਤੁਸੀਂ ਆਪਣੇ ਸੁਝਾਅ ਜਾਂ ਸਵਾਲ ਸਾਨੂੰ ਭੇਜ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਜਿਹੜਾ ਸਕਰੀਨ ਦੇ ਉੱਤੇ ਫੋਨ ਨੰਬਰ ਫਲੈਸ਼ ਹੋ ਰਿਹਾ ਹੈ ਉਹਦੇ ਰਾਹੀਂ ਤੁਸੀਂ ਸਾਡੇ ਤੱਕ ਡਾਇਰੈਕਟਲੀ ਪਹੁੰਚ ਕਰ ਸਕਦੇ ਹੋ, ਜਾਂ ਫਿਰ ਸਾਨੂੰ WhatsApp ਰਾਹੀਂ ਮੈਸੇਜ ਜਾਂ ਕਾਲ ਕਰ ਸਕਦੇ ਹੋ 5166191984। ਤੇ ਜੇ ਤੁਸੀਂ ਅਮਰੀਕਾ ਤੋਂ ਬਾਹਰ ਗੱਲ ਕਰ ਰਹੇ ਹੋ ਕਿਸੇ ਹੋਰ ਮੁਲਕ ਤੋਂ, +1 ਅੱਗੇ ਲਾ ਕੇ ਤੁਸੀਂ ਕੋਡ ਅਮਰੀਕਾ ਦਾ 5166191984 ਇਸ ਨੰਬਰ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।